ਸ਼ਮਾਦਾਨ ਰੇਡੀਓ ਪੰਜਾਬ ਟੂਡੇ ਦੇ ਪ੍ਰੋਗਰਾਮ ਸ਼ਮਾਦਾਨ ਦੇ ਵਿੱਚ ਤੁਹਾਡਾ ਇਸ ਵਕਤ ਸਵਾਗਤ ਹੈ। ਅੱਜ ਦਿਨ ਹੈ ਜੀ ਵੀਰਵਾਰ, ਤਰੀਕ ਹੈ 30 ਸਤੰਬਰ, ਸਮਾਂ ਸ਼ਾਮ ਦੇ 6:30 ਦਾ ਅਤੇ ਤੁਸੀਂ ਸ਼ਮਾਦਾਨ ਦੇ ਜ਼ਰੀਏ ਰੇਡੀਓ ਪੰਜਾਬ ਟੂਡੇ ਦੇ ਬਠਿੰਡਾ ਸਟੂਡੀਓ ਤੋਂ ਸਾਡੇ ਨਾਲ ਲਾਈਵ ਜੁੜੇ ਹੋਏ ਹੋ। ਇਹ ਪ੍ਰੋਗਰਾਮ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਸ਼ਾਮ ਨੂੰ 6:30 'ਤੇ ਪ੍ਰਸਾਰਿਤ ਕੀਤਾ ਜਾਂਦਾ ਹੈ। ਸੋ ਅੱਜ ਦਾ ਇਹ ਪ੍ਰੋਗਰਾਮ ਤੁਹਾਡੇ ਤੱਕ ਪਹੁੰਚਾਇਆ ਜੀ 2020 CDL ਡਰਾਈਵਿੰਗ ਸਕੂਲ ਫਰੈਡਰਿਕਸਬਰਗ ਵੱਲੋਂ। ਉਹ ਕਹਿੰਦੇ ਨੇ ਕਿ ਸਾਡੇ ਕੋਲੇ ਤੁਸੀਂ ਆਓ, ਜੇਕਰ ਦੂਰ ਦਰਾਡੇ ਤੋਂ ਨੇ ਤੁਹਾਨੂੰ ਸਟੇ ਫਰੀ ਦਿੱਤਾ ਜਾਏਗਾ, ਪਿਕ ਐਂਡ ਡਰੋਪ ਦਿੱਤਾ ਜਾਏਗਾ ਅਤੇ ਟਿਊਸ਼ਨ ਫੀਸ ਦਾ ਵੀ ਤੁਹਾਨੂੰ ਫਾਈਨੈਂਸ ਉਪਲਬਧ ਕਰਾ ਕੇ ਦਿੱਤਾ ਜਾਏਗਾ। ਇੱਥੇ ਤੁਸੀਂ ਸਕੂਲ ਬੱਸ, ਪੈਸੇਂਜਰ ਬੱਸ, ਕਾਰ, ਬਾਕਸ ਟਰੱਕ, ਕਮਰਸ਼ੀਅਲ ਟਰੱਕ, ਟ੍ਰੇਲਰ ਦੀ ਡਰਾਈਵਿੰਗ ਸਿੱਖ ਸਕਦੇ ਹੋ। CDL ਕਲਾਸ A, B ਐਂਡ P ਦੀ ਟ੍ਰੇਨਿੰਗ ਲੈ ਸਕਦੇ ਹੋ। ਇਹਨਾਂ ਦੇ ਇੰਸਟਰਕਟਰ ਬੜੇ ਪ੍ਰੋਫੈਸ਼ਨਲ ਨੇ। ਸਨੀ ਨਾਲ ਸੰਪਰਕ ਕਰੋ 5406560985 'ਤੇ। ਅਕਾਲ ਟਰੱਕ ਐਂਡ ਟ੍ਰੇਲਰ ਜੋ ਆਪਣੀ ਨਵੀਂ ਲੋਕੇਸ਼ਨ 'ਤੇ ਸ਼ਿਫਟ ਕੰਮ ਕਰ ਰਿਹਾ 82 ਰੇਨਮ ਡਰਾਈਵ, ਫਾਰਮਰਸ ਰੋਡ, ਵਿਨੀਪੈਗ, ਮੈਨੀਟੋਬਾ 'ਤੇ। ਇੱਥੇ ਤੁਹਾਨੂੰ ਖੁੱਲ੍ਹੀ ਪਾਰਕਿੰਗ, ਵਾਸ਼, ਕੁਇਕ ਟਰੱਕ ਲੀਵ ਦੇ ਨਾਲ DOT ਸੇਫਟੀ, ਸੈਮੀ ਅਤੇ ਟ੍ਰੇਲਰ ਦਾ ਸਾਰਾ ਕੰਮ ਕੀਤਾ ਜਾਂਦਾ ਹੈ। ਬਲਤੇਜ ਸਿੰਘ ਪਨੇਸਰ ਹੋਰਾਂ ਨਾਲ 2044592000 'ਤੇ ਕਾਲ ਕਰ ਸਕਦੇ ਹੋ। ਲੌਂਗ ਹਾਲ ਨਹੀਂ ਜਾਣਾ ਚਾਹੁੰਦੇ ਤਾਂ ਤੁਸੀਂ ਵਾਸ਼ਿੰਗਟਨ ਫਰੇਟ ਸਰਵਿਸ ਲੋਕਲ ਏਰੀਆ ਸੈਟਲ ਦੇ ਲਈ ਓਨਰ ਆਪਰੇਟਰ ਅਤੇ ਡਰਾਈਵਰ ਹਾਇਰ ਕਰ ਰਿਹਾ। ਡਿਸਪੈਚ ਪੰਜਾਬੀ ਅਤੇ ਇੰਗਲਿਸ਼ ਕਰਦੇ ਨੇ, ਇਨਕਮ ਅੱਛੀ ਦਿੰਦੇ ਨੇ। ਗੁਰਵਿੰਦਰ ਸਿੰਘ ਧਾਲੀਵਾਲ ਹੋਰਾਂ ਨਾਲ 2063544060। ਜਗਦੇਵ ਸੰਧੂ ਹੋਰਾਂ ਨਾਲ 2532666924 'ਤੇ ਕਾਲ ਕਰ ਸਕਦੇ ਹੋ। ਕੁਛ ਹੋਰ ਵਪਾਰਕ ਸਨੇਹ ਤੇ ਫਿਰ ਜੁੜਦੇ ਆ। ਇੱਕ ਗੱਲ ਦੱਸ ਦੇ ਵੀ ਆ ਜਿਹੜੀ ਤੂੰ ਟਰੈਵਲਿੰਗ ਕਰਦਾ ਤੇ ਉਹਦੇ ਤੋਂ ਬਾਅਦ ਫਰੈਸ਼ ਰਹਿਣਾ, ਇਹਦਾ ਰਾਜ਼ ਕੀ ਹੈ? ਇਹਦਾ ਰਾਜ਼ ਹੈ ਅਰਲਿੰਗਟਨ ਫਿਊਲ ਸਟਾਪ। ਅਰਲਿੰਗਟਨ ਫਿਊਲ ਸਟਾਪ 1801 ਪਾਇਨੀਅਰ ਸਟਰੀਟ ਹਾਈਵੇ ਐਗਜ਼ਿਟ 208 ਤੇ, ਜਿੱਥੇ ਤੁਹਾਨੂੰ ਫ੍ਰੀ ਕਾਫੀ, ਫ੍ਰੀ ਫੈਕਸ ਸਰਵਿਸ, ਫ੍ਰੀ ਟਰੱਕ ਪਾਰਕਿੰਗ, ਰੋਟੀ, ਠੇਕਾ, ਲਾਂਡਰੀ, ਸ਼ਾਵਰ ਤੇ ਟਰੱਕਾਂ ਦਾ ਹੋਰ ਵੀ ਸਾਮਾਨ ਆਸਾਨੀ ਨਾਲ ਮਿਲੇਗਾ। ਹੁਣੇ ਕਾਲ ਕਰੋ 360-652-6066 ਯਾਨੀ 3606526066। ਇਹ ਦੋ ਲੋਕੇਸ਼ਨਾਂ ਤੋਂ ਸੇਵਾਵਾਂ ਪ੍ਰਦਾਨ ਕਰਦੇ ਨੇ। ਸੈਕਿੰਡ ਲੋਕੇਸ਼ਨ ਲਾਸਟ ਹਿਲ ਟਰੈਵਲ ਸੈਂਟਰ 14814 ਐਲੋਮ ਸਟਰੀਟ, ਲਾਸਟ ਹਿਲਸ। ਫੋਨ ਨੰਬਰ 6017972354। ਉਹ ਯਾਰ ਕੀ ਸੁਪਨੇ ਦੇਖੇ ਸੀ ਕੈਨੇਡਾ ਆਉਣ ਤੋਂ ਪਹਿਲਾਂ? ਉਹ ਸੁਪਨੇ ਪੂਰੇ ਕਰਨੇ ਆ ਤਾਂ ਡ੍ਰੀਮ ਲਾਈਨਰ ਐਕਸਪ੍ਰੈਸ ਵਾਲਿਆਂ ਨੂੰ ਕਾਲ ਕਰ। ਜੀ ਹਾਂ, ਡ੍ਰੀਮ ਲਾਈਨਰ ਐਕਸਪ੍ਰੈਸ ਕੰਪਨੀ, ਕੈਲਗਰੀ, ਅਲਬਰਟਾ, ਕੈਨੇਡਾ, ਜਿਨ੍ਹਾਂ ਨੂੰ ਸਾਫ਼ ਸੁਥਰੇ ਰਿਕਾਰਡ ਤੇ 2 ਸਾਲਾ ਤਜਰਬੇ ਵਾਲੇ ਡਰਾਈਵਰਸ ਦੀ ਲੋੜ ਹੈ। ਇਹਨਾਂ ਕੋਲ ਕੈਲਗਰੀ, ਅਲਬਰਟਾ ਤੋਂ ਕੈਲੀਫੋਰਨੀਆ ਤੇ ਐਰੀਜ਼ੋਨਾ ਦੇ ਸਿੱਧੇ ਰਨ। ਇਹਨਾਂ ਕੋਲ ਡਰਾਈ ਤੇ ਰੀਫਰ ਲੋਡ ਵੀ ਹੈ। ਹੋਮ ਰਿਟਰਨ ਵਿਦਿਨ 5 ਡੇਜ਼, ਬਾਈ ਵੀਕਲੀ ਤੇ ਚੰਗੀ ਤਨਖਾਹ ਦਿੰਦੇ ਆ। ਔਰ ਹਾਂ, ਸਿੰਗਲ ਤੇ ਟੀਮਸ ਦੋਨਾਂ ਨੂੰ ਹਾਇਰ ਕਰਦੇ ਨੇ। ਵਧੇਰੇ ਜਾਣਕਾਰੀ ਲਈ ਕਾਲ 4034049501 4034049501। ਡ੍ਰੀਮ ਲਾਈਨਰ ਐਕਸਪ੍ਰੈਸ ਕੰਪਨੀ, ਕੈਲਗਰੀ, ਅਲਬਰਟਾ, ਕੈਨੇਡਾ। ਬਠਿੰਡਾ ਦੀ ਗ੍ਰੀਨ ਸਿਟੀ ਦੀ ਅਪਾਰ ਸਫਲਤਾ ਤੋਂ ਬਾਅਦ ਹੁਣ ਪੇਸ਼ ਹੈ ਕਨ੍ਹਈਆਜ਼ ਗ੍ਰੀਨ ਸਿਟੀ, ਜਿੱਥੇ ਸਿਕਿਉਰਿਟੀ ਦੇ ਪੁਖਤਾ ਪ੍ਰਬੰਧ, ਖੁੱਲੀਆਂ ਸੜਕਾਂ, ਹਰਾ ਭਰਾ ਵਾਤਾਵਰਣ, ਬਿਜਲੀ ਦੀਆਂ ਅੰਡਰਗਰਾਉਂਡ ਤਾਰਾਂ ਅਤੇ ਖੂਬਸੂਰਤ ਫੁੱਲ ਪੌਦੇ। ਲੈਂਡਸਕੇਪਿੰਗ ਅਤੇ ਨਿਰਮਾਣ ਕਾਰਜ ਚੱਲ ਰਹੇ ਨੇ ਤੇਜ਼ੀ ਨਾਲ। ਇਸ ਤੋਂ ਪਹਿਲਾਂ ਕਿ ਸਾਰੇ ਪਲਾਟ ਬੁੱਕ ਹੋ ਜਾਣ, ਸੰਪਰਕ ਕਰੋ 8556002064 ਅਤੇ 8556002071। ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ। ਟਰੱਕ ਜਿੱਦਾਂ ਦਾ ਵੀ ਚਲਾਉਣੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰਮ ਹਾਈਵੇ 401 ਇਨ ਨਾਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰਮ ਹਾਈਵੇ 401 ਇਨ ਨਾਪਨੀ। ਕੁਇਕ ਟਰੱਕ ਲਿਊਬ, the one stop shop। 5196220660 ਜਾਂ quicktrucklube.com। QTL, because we care। ਪ੍ਰੋਗਰਾਮ ਸ਼ਮਾਦਾਨ ਦੇ ਵਿੱਚ ਤੁਹਾਡਾ ਸਵਾਗਤ ਹੈ ਅਤੇ ਮੇਰੇ ਨਾਲ ਸ਼ਵਿੰਦਰ ਜੀ ਜੁੜ ਗਏ ਨੇ। ਸ਼ਵਿੰਦਰ ਜੀ, ਸਤਿ ਸ਼੍ਰੀ ਅਕਾਲ। ਸ਼ੁਕਰੀਆ ਜੀ, ਮਿਹਰਬਾਨੀ ਸਾਹਿਬ। ਸ਼ਵਿੰਦਰ ਜੀ, ਪੰਜਾਬ ਭਵਨ ਦੇ ਬਾਹਰ ਕਾਂਗਰਸ ਦੇ ਲੀਡਰ ਕਹਿੰਦੇ ਰਹੇ ਆਲ ਇਜ਼ ਵੈਲ, ਸਭ ਠੀਕ ਹੈ। ਮਾਈਕ ਲੱਗੇ ਰਹਿ ਗਏ, ਪ੍ਰੈਸ ਨੂੰ ਉਡੀਕ ਸੀ। ਸਿੱਧੂ ਸਾਹਿਬ ਬਾਹਰ ਨਹੀਂ ਆਏ। CM ਸਾਹਿਬ ਪੰਜਾਬ ਭਵਨ ਛੱਡ ਕੇ ਚਲੇ ਗਏ। ਸਿੱਧੂ ਸਾਹਿਬ ਦੇ ਕਮਰੇ ਦੇ ਵਿੱਚ ਬੈਠੇ ਨੇ ਕੁਛ ਮੰਤਰੀ, ਬੈਠੇ ਨੇ ਨਾਗਰਾ ਸਾਹਿਬ, ਬੈਠੇ ਨੇ ਰਾਜਕੁਮਾਰ ਵੇਰਕਾ, ਬੈਠੇ ਨੇ ਹੋਰ ਬੈਠੇ ਨੇ। ਇਹ ਜਿਹੜਾ ਰਫੜ ਹੈ, ਇਹ ਰਫੜ ਦੀ ਜੜ ਆਪਾਂ ਸਿੱਧੀ ਤੌਰ ਦੇ ਉੱਤੇ ਗੱਲ ਕਰੀਏ DGP ਤੇ ਐਡਵੋਕੇਟ ਜਨਰਲ। ਸਭ ਤੋਂ ਵੱਡਾ ਸਵਾਲ ਇਹ ਆ ਰਿਹਾ ਕਿ ਇਹਨਾਂ ਦੀ ਨਿਯੁਕਤੀ ਦੇ ਪਿੱਛੇ ਕੌਣ ਸੀ, ਕਿਹਦੇ ਪ੍ਰਭਾਵ ਥੱਲੇ ਇਹਨਾਂ ਦੀ ਨਿਯੁਕਤੀ ਕੀਤੀ ਗਈ, ਤੇ ਸਿੱਧੂ ਦਾ ਰੇੜਕਾ ਦਾ ਜਾਇਜ਼ ਹੈ ਇਸ ਗੱਲ ਦੇ ਉੱਤੇ?
ਦੇਖੋ ਹਾਲ ਦੀ ਘੜੀ ਵਿੱਚ ਜੋ ਖਬਰਾਂ ਆ ਰਹੀਆਂ ਹੈਗੀਆਂ ਉਹ ਤਾਂ ਇਹੀ ਹੈ ਵੀ ਦੋਹਾਂ ਦੀ ਮੀਟਿੰਗ ਦਾ ਸੂਰਤ ਹਾਲ ਤੁਸੀਂ ਦੱਸ ਦਿੱਤੀ ਹੈ। ਜੇ ਸਾਡੇ ਕੋਲ ਵੀ ਇਹੀ ਆ ਰਹੀ ਹੈਗੀ ਹੈ ਤੇ ਫਿਲਹਾਲ ਅੱਜ ਜਿਹੜੀ ਮੀਟਿੰਗ 'ਚ ਇਹ ਤਾਂ ਅੰਦਾਜ਼ੇ ਲਾਏ ਜਾ ਰਹੇ ਨੇ ਵੀ ਸ਼ਾਇਦ ਕੁਝ ਗੱਲਾਂ ਦੇ ਉੱਤੇ ਸਹਿਮਤੀ ਬਣ ਜੇ ਇਹਨਾਂ ਦੀ। ਦੇਖਦੇ ਆ ਕੀ ਹੁੰਦਾ ਹੈਗਾ, ਕਿਉਂਕਿ ਕੈਪਟਨ ਵਾਲੇ ਪਾਸੋਂ ਦਾ ਕੰਮ ਸਾਫ਼ ਹੋ ਗਿਆ। ਉਹ ਕਹਿੰਦਾ ਵੀ ਮੈਂ ਕਾਂਗਰਸ ਪਾਰਟੀ ਛੱਡੂੰਗਾ, ਪਰ ਭਾਜਪਾ 'ਚ ਨਹੀਂ ਜਾਂਦਾ ਹੈਗਾ। ਹੋ ਸਕਦਾ ਵੀ ਕੋਈ ਕਿਸਾਨੀ ਦੇ ਨਾਂ ਦੇ ਉੱਤੇ ਕੋਈ ਵੱਖਰੀ ਪਾਰਟੀ ਬਣਾ ਲੇ ਜਾਂ ਧਿਰ ਬਣਾ ਲੇ, ਪਰ ਉਹਦਾ ਕੋਈ ਮੁਸਤਕਬਲ ਨਹੀਂ ਸਾਨੂੰ ਦਿਖਾਈ ਦਿੰਦਾ। ਕਿਉਂਕਿ ਜੱਟ ਮਾਨ ਸਭਾ ਤਾਂ ਬਣਾਈ ਹੋਈ ਹੈ ਨਾ ਪਹਿਲਾਂ ਹੀ, ਉਹ ਤਾਂ ਬਣਾਈ ਹੋਈ ਹੈ, ਪਰ ਉਹਦਾ ਹੁਣ ਪੰਜਾਬ 'ਚ ਕੋਈ ਰੋਲ ਮੈਨੂੰ ਨਹੀਂ ਦਿਖਾਈ ਦਿੰਦਾ ਵੀ ਕੋਈ ਹੋਏਗਾ, ਕਿਉਂਕਿ ਪੰਜਾਬ 'ਚ ਕੈਪਟਨ ਦੇ ਉਲਟ ਹਾਲੇ ਫਿਜ਼ਾਵਾਂ ਚੱਲ ਰਹੀਆਂ ਨੇ ਹਾਲ ਦੀ ਘੜੀ। ਅੱਗੇ ਜਾ ਕੇ ਕੀ ਬਣਦਾ ਕਹਿ ਨਹੀਂ ਸਕਦੇ। ਵੀ ਜਿਵੇਂ ਅਮਿਤ ਸ਼ਾਹ ਦੇ ਨਾਲ ਗੱਲਬਾਤ ਕੀਤੀ ਸੀ ਵੀ ਖੇਤੀ ਕਾਨੂੰਨਾਂ ਦੇ ਮੁੱਦੇ ਤੇ ਕੋਈ ਸਟੈਪ ਚੁੱਕ ਲੈ, ਇਹਨੂੰ ਇੱਕਦਮ ਹੀਰੋ ਬਣਾ ਲਿਆ ਜਾਵੇ, ਹਨਾ। ਤੇ ਪਰ ਪੰਜਾਬ ਘੱਟੋ ਘੱਟ ਦਾ ਪੰਜਾਬ ਦੇ ਵਿੱਚ ਤਾਂ ਮੈਨੂੰ ਫਿਰ ਵੀ ਲੱਗਦਾ ਜਿਵੇਂ ਜ਼ਮੀਨੀ ਹਕੀਕਤ ਅੱਜ ਵੀ ਕਿਸਾਨ ਲੀਡਰਾਂ ਦਾ ਆਇਆ ਵੀ ਕੈਪਟਨ ਮਗਰ ਮੱਛ ਵਾਲੇ ਹੰਝੂ ਗੇਰ ਰਿਹਾ ਹੈਗਾ। ਤੇ ਵੀ ਲੋਕ ਇੰਨੇ ਤਾਂ ਸਿਆਣੇ ਹੋ ਗਏ ਨੇ ਮੂਵਮੈਂਟ ਵਿੱਚੋਂ ਨਿਕਲ ਕੇ। ਹੁਣ ਆ ਗਿਆ ਤਾਜ਼ਾ ਮੁੱਦਾ। ਦੇਖੋ 2-3 ਚੀਜ਼ਾਂ ਨੇ ਬਾਈ ਜੀ ਇਹਦੇ ਵਿੱਚ। ਪਹਿਲੀ ਗੱਲ ਕਿ ਸਿੱਧੂ ਦੇ ਜਿਹੜੇ ਸਵਾਲ ਤਾਂ ਹੈਗੇ ਨੇ ਸਹੀ, ਬਿਲਕੁਲ ਸਹੀ ਹੈ ਜੀ। ਇੱਕ ਤਾਂ ਬੇਅਦਬੀ ਵਾਲੇ ਮਾਮਲੇ ਵਿੱਚ ਤੁਸੀਂ ਉਹੀ ਬੰਦੇ ਲਾ ਰਹੇ ਹੋ ਜਿਨ੍ਹਾਂ ਦਾ ਪਹਿਲਾਂ ਕਰੈਕਟਰ ਦਾਗਦਾਰ ਹੈਗਾ, ਤੇ ਨਾਲ ਇਹ 2 ਨਿਯੁਕਤੀਆਂ ਤੇ ਮੰਤਰੀ ਮੰਡਲ ਦੇ ਵਿੱਚ ਵੀ 1-2 ਜਿਹੜੇ ਮੰਤਰੀ ਹੈਗੇ ਨੇ। ਇਹਨੂੰ ਲੈ ਕੇ ਸਵਾਲ ਜਾਇਜ਼ ਆ ਤੇ ਹੋਏ ਕਿ ਮੇਰੇ ਇਹਦੇ ਬਾਰੇ ਕਈ ਤਰ੍ਹਾਂ ਦੀਆਂ ਗੱਲਾਂ ਆ ਰਹੀਆਂ ਨੇ ਵੀ ਇਹਨਾਂ ਦੀ ਆਪਣੀਆਂ ਮਜਬੂਰੀਆਂ ਸੀ। ਕੋਈ ਕਹਿ ਰਿਹਾ ਕਿ ਜਿਹੜਾ ਉਹ ਵਕੀਲ ਆ ਉਹ ਦਿਓਲ, ਉਹਦੀ ਕਿਤੇ ਨਾ ਕਿਤੇ ਚੰਨੀ ਦੇ ਭਰਾ ਦੇ ਉੱਤੇ ਆਸਾਨ ਸੀਗੇ ਹੈ, ਤੇ ਉਹ ਆਸਾਨਾਂ ਦਾ ਜਿਹੜਾ ਹੈਗਾ ਮੁੱਲ ਹੁਣ ਉਤਾਰਿਆ ਗਿਆ ਹੈਗਾ। ਮਤਲਬ ਜਿੰਨੇ ਮੂੰਹ ਦੀਆਂ ਗੱਲਾਂ ਹੈਗੀਆਂ। ਖੈਰ ਕਿਉਂਕਿ ਸਾਡੇ ਕੋਲ ਕੋਈ ਪੁਖਤਾ ਸਬੂਤ ਨਹੀਂ ਹੈ, ਇਸ ਕਰਕੇ ਅਸੀਂ ਤਾਂ ਇਹੀ ਕਹਾਂਗੇ ਵੀ ਜੋ ਵੀ ਕੁਝ ਹੋਇਆ ਉਹ ਇੱਕ ਤਾਂ ਗਲਤ ਹੋਇਆ ਹੈਗਾ। ਤੇ ਜੇ ਤੁਸੀਂ ਮਤਲਬ ਜਿਹੜਾ 3 ਮਹੀਨੇ ਦਾ ਜਿਹੜਾ ਤੁਹਾਡਾ ਸਾਰਾ ਕੋਰਸ ਹੈ, ਕਿਉਂਕਿ 3 ਮਹੀਨੇ ਰਹਿ ਗਏ ਨੇ, ਫਿਰ ਉਹਦਾ ਕੋਈ ਫਾਇਦਾ ਕੀ ਹੋਇਆ 3 ਮਹੀਨੇ ਵਾਲੇ ਕੋਰਸ ਦਾ? ਜੇ ਤੁਸੀਂ ਨਹੀਂ ਇਹੀ ਲੱਛਣ ਹੈਗੇ ਨੇ, ਫਿਰ ਤਾਂ ਜਿਹੜਾ ਇੰਨਾ ਕੁਝ ਹੋਇਆ ਹੁਣ ਤੱਕ, ਫਿਰ ਤੁਸੀਂ ਇਹਦਾ ਮਤਲਬ ਉਹਦੀ ਭਰਪਾਈ ਨਹੀਂ ਕਰ ਰਹੇ ਹੈਗੇ। ਪਰ ਕੁਝ ਸਵਾਲ ਹੁਣ ਸਿੱਧੂ ਵੱਲ ਵੀ ਆ ਜਾਂਦੇ ਹੈਗੇ ਨੇ। ਉਹ ਕੀ ਆ ਵੀ ਭਾਈ ਠੀਕ ਹੈ, ਤੁਸੀਂ ਦੇਖੋ ਪਾਰਟੀ ਉਹ ਰਾਹ ਤੇ ਪਈ ਹੋਈ ਹੈ। ਤੁਸੀਂ ਜਿਹੜਾ ਹੈਗਾ ਮੰਤਰੀ ਮੰਡਲ ਦੇ ਵਿੱਚ 2-3 ਬੰਦਿਆਂ ਦੇ ਨੁਕਸ ਦੱਸੇ ਆ। ਤੁਸੀਂ ਮਹਿਕਮੇ ਬਣਨ ਤੋਂ ਬਾਅਦ ਸਟੈਪ ਚੁੱਕਿਆ ਹੈਗਾ। ਪਹਿਲਾਂ ਮੰਤਰੀ ਬਣਨ ਵੇਲੇ ਨਾਲ ਬੈਠੇ ਰਹੇ ਹੋ, ਮੁੱਖ ਮੰਤਰੀ ਦੇ ਮੋਢੇ ਦੇ ਉੱਤੇ ਹੱਥ ਕਰਕੇ ਉਹ ਕਰਦੇ ਰਹੇ ਹੋ। ਫਿਰ ਨਿਯੁਕਤੀਆਂ ਬਾਰੇ ਤੁਸੀਂ ਆਏ ਹੁੰਦਾ ਨਾ, ਦੇਖੋ ਤੁਸੀਂ ਹੁਣ ਕੋਈ ਦੁੱਧ ਧੋਤੀ ਪਾਰਟੀ ਤਾਂ ਹੈ ਨਹੀਂ, ਸਿੱਧੀ ਗੱਲ ਹੈ। ਨਾਲੇ ਪਹਿਲੇ ਦਿਨ ਹੀ ਤੁਸੀਂ ਆਪਦੀਆਂ ਨਿਯੁਕਤੀਆਂ ਕਰਤੀਆਂ, ਜਿਹੜੀਆਂ ਲਾਉਣੇ ਸੀ ਚੜਾਉਣੇ ਸੀ ਉਹ ਇੰਪਰੂਵਮੈਂਟ ਰਸਦੇ ਹੋ ਤੁਸੀਂ ਪਹਿਲੇ ਦਿਨ ਹੀ ਕਰਤੇ, ਚੱਕ ਉਹ ਪਹਿਲੇ ਦਿਨ ਹੀ ਕਰਤੇ। ਇਹਦੇ ਵਿੱਚ ਹਰ ਮਸਲੇ ਦਾ ਜਵਾਬ ਨਾ ਆਏ ਨਹੀਂ ਹੁੰਦਾ ਵੀ ਚੰਗਾ ਮੈਂ ਫਿਰ ਚੱਲਿਆ। ਇਹ ਜ਼ਿੰਮੇਵਾਰੀ ਤੋਂ ਭੱਜਣਾ ਵੀ ਹੁੰਦਾ। ਤੁਸੀਂ ਉਹਦੇ ਵਿੱਚ ਰਹਿ ਕੇ ਫਾਈਟ ਕਰਨੀ ਹੁੰਦੀ ਹੈ, ਸਟਰਗਲ ਕਰਨੀ ਹੁੰਦੀ ਹੈਗੀ ਆ। ਤੇ ਉਹ ਤਾਂ ਕਿਉਂਕਿ ਜਿਹਨੂੰ ਦੂਰ ਤੱਕ ਦੇਖੀਏ ਤਾਂ ਪ੍ਰਭਾਵ ਕੀ ਜਾਂਦਾ ਕਿ ਨੈਸ਼ਨਲ ਮੀਡੀਆ 'ਚ ਹੋ ਗਿਆ ਵੀ ਚਲੋ ਜੀ ਕਾਂਗਰਸ ਗਈ, ਪਹਿਲਾਂ ਕੈਪਟਨ ਵਾਲਾ ਧੜਾ ਬਣ ਗਿਆ, ਹੁਣ ਸਿੱਧੂ ਵਾਲਾ ਬਣ ਗਿਆ, ਵੱਖਰਾ ਹੋ ਗਿਆ। ਤੇ ਇਧਰ ਜਾਖੜ ਸਾਹਿਬ ਵੀ ਔਖੇ ਹੋਏ ਨੇ। ਤੇ ਇਹਦੇ ਵਿੱਚ ਬੀਜੇਪੀ ਜਾਂ ਰਾਈਟ ਵਿੰਗ ਫੋਰਸਿਸ ਨੂੰ ਇਹ ਮੌਕਾ ਮਿਲ ਜਾਂਦਾ ਵੀ ਜੇ ਅਸਥਿਰਤਾ ਹੀ ਆ ਤਾਂ ਕਿਉਂ ਨਾ ਕੋਈ ਹੋਰ ਚਾਲਾਂ ਚੱਲੀਆਂ ਜਾਣ। ਤੇ ਉਹ ਤੁਸੀਂ ਇਹਦਾ ਮਤਲਬ ਤੁਸੀਂ ਇੱਕ ਜ਼ਿੰਮੇਵਾਰੀ ਵਾਲੀ ਪੋਜੀਸ਼ਨ ਤੇ ਇਹੋ ਜਿਹੀਆਂ ਗੱਲਾਂ ਨਹੀਂ ਕਰ ਸਕਦੇ ਵੀ ਮੈਂ ਹੀ ਪਾਕ ਹਾਂ ਬਾਕੀ ਸਾਰੇ ਐਵੇਂ ਹੀ ਆ। ਐਂ ਨਹੀਂ ਹੁੰਦਾ ਕਦੇ। ਤੁਹਾਡੇ ਸਵਾਲ ਜਾਇਜ਼ ਨੇ, ਤੁਸੀਂ ਸਵਾਲ ਮਨਾਉਣੇ ਕਿਹੜੇ ਢੰਗ ਨਾਲ ਜਦੋਂ ਜ਼ਿੰਮੇਵਾਰੀ ਵਾਲੀ ਕੁਰਸੀ ਤੇ ਬੈਠੇ ਹੋਗੇ। ਹੁਣ ਤੱਕ ਤੁਸੀਂ ਮੁੱਖ ਮੰਤਰੀ ਨੂੰ ਤੁਸੀਂ ਚਲਾ ਰਹੇ ਹੈਗੇ ਹੋ। ਇਸ ਕਰਕੇ ਮੈਨੂੰ ਅਸਤੀਫੇ ਦਾ ਸਟਾਈਲ ਨਹੀਂ ਚੰਗਾ ਲੱਗਿਆ ਸੀਗਾ। ਉਹ ਮੰਗਾਂ ਤੁਹਾਡੀਆਂ ਬਿਲਕੁਲ ਜਾਇਜ਼ ਨੇ, ਕਿਉਂਕਿ ਇਹ ਕਾਰਨ ਇਹ ਹੈ ਕਿ ਤੁਸੀਂ ਪਾਰਟੀ ਦੇ ਪ੍ਰਧਾਨ ਵੀ ਹੋ, ਤੁਹਾਡੇ ਸਿਰ ਤੇ ਜ਼ਿੰਮੇਵਾਰੀ ਵੀ ਹੈ। ਤੁਸੀਂ ਉੱਤੇ ਜਾ ਕੇ ਆਪਦੀ ਜੇਕਰ ਤੁਹਾਡੀ ਗੱਲ ਹਾਈ ਕਮਾਂਡ ਨਹੀਂ ਸੁਣਦੀ ਤੇ ਫਿਰ ਉਹਦਾ ਫਾਇਦਾ ਵੀ ਕੀ ਹੈ? ਤੁਸੀਂ ਉਸ ਗੱਲ ਨੂੰ ਜਿਹੜਾ ਆਪਦੇ ਉੱਤੇ ਕੰਟਰੋਲ ਕਰੋ। ਪਰ ਦੂਸਰੀ ਗੱਲ ਇਹ ਵੀ ਹੁੰਦੀ ਹੈ ਨਾ, ਜੇ ਤੁਸੀਂ ਕਹੋ ਕਿ ਜਿਹੜਾ ਬੰਦਾ ਮੈਂ ਕੁਰਸੀ ਤੇ ਬਿਠਾਤਾ ਉਹ ਮੇਰੇ ਮੁਤਾਬਕ ਹੀ ਚੱਲੇ ਤਾਂ ਹੋ ਨਹੀਂ ਸਕਦਾ। ਉਹ ਨਹੀਂ ਹੁੰਦਾ, ਕਿਉਂਕਿ ਉਹਨਾਂ ਨੇ ਨਾ ਸਾਰੇ ਰੱਖਣੇ ਹੁੰਦੇ ਨੇ, ਕਿਉਂਕਿ ਉਹਨਾਂ ਨੇ ਕੈਪਟਨ ਤਾਂ ਜਿਹੜਾ ਕੱਲਾ ਤੁਸੀਂ ਤਾਂ ਨਹੀਂ ਨਾ ਬਿਠਾਇਆ ਚੰਨੀ ਦੀ, ਤੁਸੀਂ ਤਾਂ ਜਮਾ ਜਿਹੜੀ ਪੁਰਾਣੀ ਕੰਟਰੀਬਿਊਸ਼ਨ ਤੁਹਾਡੇ ਨਾਲ ਪੁਰਾਣੇ ਕਾਂਗਰਸ 'ਚ ਨੇ, ਠੀਕ ਹੈ, ਉਹ ਅੱਜ ਦੇ ਨੇੜੇ ਨਹੀਂ ਹਾਈ ਕਮਾਂਡ ਦੇ। ਫਿਰ ਕਾਂਗਰਸ ਲੈਜਿਸਲੇਟਿਵ ਜਿਹੜੇ ਆਪੋਜੀਸ਼ਨ ਦੇ ਲੀਡਰ ਰਹਿ ਚੁੱਕੇ ਨੇ ਚੰਨੀ, ਠੀਕ ਹੈ, ਉਹਨਾਂ ਦਾ ਕਾਂਗਰਸ ਦੇ ਵਿੱਚ ਜੇ ਉਹ ਆਪੋਜੀਸ਼ਨ ਦੇ ਲੀਡਰ ਬਣੇ ਤੇ ਉਹ ਕਿਹੜਾ ਕੀ ਕਹਿੰਦੇ ਇੱਥੋਂ ਬਣਾਤਾ ਕਿਸੇ ਨੇ ਬਹਿ ਕੇ, ਉਹ ਵੀ ਤਾਂ ਹਾਈ ਕਮਾਂਡ ਦੇ ਬਣਾਏ ਸੀ। ਉਹਦੇ ਜਿਹੜੀ ਸਭ ਤੋਂ ਵੱਡੀ ਨਾ ਮੇਜਰ ਚੀਜ਼ ਕੀ ਆ ਰਹੀ ਹੈ ਬਾਈ ਜੀ, ਉਹ ਇਹ ਆ ਰਹੀ ਹੈ ਕਿ ਸਾਡੇ ਨਾ ਰਾਜਨੀਤੀ ਦੇ ਵਿੱਚ ਕਿੱਦਾਂ ਦਾ ਰੁਝਾਨ ਆ ਗਿਆ ਵੀ ਹਰ ਕੋਈ ਮਤਲਬ ਨਰਿੰਦਰ ਮੋਦੀ ਬਣਨਾ ਚਾਹੁੰਦਾ ਵੀ ਡਿਕਟੇਟਰ।
ਮੇਰੇ ਵਾਂਗੂ ਹੀ ਕੰਮ ਹੋਵੇ, ਮੈਂ ਆਪਦੀ ਪਾਰਟੀ ਦਾ ਮੋਦੀ ਬਣ ਜਾ। ਇਹਨਾਂ ਦੀ ਕਾਂਗਰਸ ਹਾਈ ਕਮਾਂਡ ਸੈਂਟਰ 'ਚ ਗਾਂਧੀ ਪਰਿਵਾਰ ਤੋਂ ਗਾਹਾਂ ਨਹੀਂ ਦੇਖਣਾ ਚਾਹੁੰਦੀ ਹੈਗੀ। ਤੇ ਇੱਧਰ ਪਹਿਲਾਂ ਕੈਪਟਨ ਚਮਦੀਆਂ ਚਲਾਉਂਦਾ ਰਿਹਾ, ਉਹ ਕਹਿੰਦਾ ਰਿਹਾ ਹਾਈ ਕਮਾਂਡ ਨੂੰ ਵੀ ਮੇਰੇ ਮੁਤਾਬਕ ਹੋਊਗਾ, ਤੇ ਹੁਣ ਸਿੱਧੂ ਨੇ ਵੀ ਉਹੀ ਰਾਹ ਫੜਿਆ ਹੋਇਆ ਹੈਗਾ। ਅੱਛਾ, ਉਧਰੋਂ ਦੂਜਾ ਅਕਾਲੀ ਦਲ ਵਿੱਚ ਵੀ ਇੱਕ ਪਰਿਵਾਰ ਦਾ ਉਹ ਲੋਕਾਂ ਨੂੰ ਪਾਠ ਪੜਾਉਂਦੇ ਆ ਕਿ ਤੁਹਾਡਾ ਕਿ ਮਿਨਿਸਟਰ ਤਾਂ ਕੀ ਕਹਿੰਦੇ ਬਣਦਾ ਦਿੱਲੀ ਤੋਂ ਤੇ ਅਸੀਂ ਬਣਾਉਣੇ ਪੰਜਾਬ ਤੋਂ। ਪਤੰਦਰੋਂ ਹੈ ਹੀ ਤੁਹਾਡੀ ਪਾਰਟੀ, ਬਣਾਉਣਾ ਕਿਹਨੂੰ ਆਪ ਹੀ ਬਣਨਾ ਆਪ ਹੀ। ਤੁਸੀਂ ਦੱਸੋ ਵੀ ਤੁਸੀਂ ਕਿਹੜੀ ਆਪਦੀ ਪਾਰਟੀ ਦੀ ਜਿਹੜੀ ਵਰਕਿੰਗ ਕਮੇਟੀ ਦੀ ਮੀਟਿੰਗ ਸੱਦ ਕੇ ਉਮੀਦਵਾਰ ਐਲਾਨ ਕਰਤੇ, ਜਿੱਥੇ ਜਾਂਦੇ ਮਾਈਕ ਤੇ ਉਮੀਦਵਾਰ ਐਲਾਨ ਕਰਾ ਦਿੰਦੇ। ਤੁਹਾਡੇ ਅੰਦਰ ਕਿਹੜੀ ਡੈਮੋਕ੍ਰੇਸੀ ਹੈ? ਦੂਜਾ ਹੈਗਾ ਕੇਜਰੀਵਾਲ, ਉਹੀ ਮਤਲਬ ਇੱਕ ਤਰ੍ਹਾਂ ਦਾ ਡਿਕਟੇਟਰ ਹੈ। ਇਹ ਰੁਝਾਨ ਹੈ ਨਾ ਜਿਹੜਾ, ਇਹ ਰੁਝਾਨ ਪੰਜਾਬ ਨੂੰ ਕੋਈ ਚੰਗੇ ਪਾਸੇ ਨਹੀਂ ਲਿਜਾ ਰਿਹਾ। ਦੇਸ਼ ਨੂੰ ਨਹੀਂ ਚੰਗੇ ਪਾਸੇ ਲਿਜਾਣਾ ਜੀ। ਦੇਸ਼ ਕੀ ਭੁਗਤੀ ਜਾਂਦਾ ਜੇ ਮੋਦੀ ਦੀ ਡਿਕਟੇਟਰਸ਼ਿਪ ਦੇਖ ਲਈਏ ਤਾਂ। ਹਾਂ, ਤੇ ਹੁਣ ਇਹਦੇ ਰੁਝਾਨ 'ਚ ਹੁਣ ਹੋ ਕੀ ਰਿਹਾ? ਹੁਣ ਲੋਕਾਂ 'ਚ ਤਾਂ ਐਂ ਬਣ ਗਿਆ ਨਾ ਇੱਕ, ਜਿਵੇਂ ਦੇਖੋ ਜੀ ਸਾਡਾ ਮੁਕਤੀਦਾਤਾ ਜਿਵੇਂ ਸਿੱਧੂ ਹੀ ਆ, ਇਹੀ ਸਾਰਾ ਕੁਝ ਕਰੂਗਾ। ਬਈ ਤੁਹਾਨੂੰ ਨਾ ਪਹਿਲੀ ਤਾਂ ਹੈ ਵੀ ਤੁਹਾਡੇ ਜਿਹੜੇ ਤੁਸੀਂ ਏਜੰਡੇ ਦਿੱਤੇ ਨੇ 18 29 ਹੈ, ਉਹਦੇ ਤੇ ਕੰਮ ਕਿਵੇਂ ਹੋਊ ਪਹਿਲਾਂ ਇਹ ਦੱਸੋ ਸਾਨੂੰ। ਐਂ ਨਹੀਂ ਹੁੰਦਾ ਵੀ ਮੈਂ ਪਾਕ ਆ ਬਾਕੀ ਸਾਰੇ ਗਧੇ ਨੇ, ਬਾਕੀ ਏਦਾਂ ਨੇ, ਮੈਂ ਹੀ ਦੁੱਧ ਧੋਤਾ ਹੁੰਦਾ। ਭਾਈ ਇਹਨੇ ਦੁੱਧ ਧੋਤੇ ਫਿਰ ਕੋਈ ਵੱਖਰੀ ਪਾਰਟੀ ਬਣਾ ਲਓ, ਜਾਂ ਤਾਂ ਫਿਰ ਕੋਈ ਮਾਸ ਸਟਰਗਲ ਦੇ ਵਿੱਚ। ਥੋੜੀ ਮਾਸ ਸਟਰਗਲ ਕੀ ਹੈਗੀ ਆ? ਪਿਛਲੇ ਅੱਜ ਤੋਂ 2 ਮਹੀਨੇ ਪਹਿਲਾਂ ਆਜ਼ਾਦ ਅਸ਼ਰਫ ਨੇ ਇੱਕ ਲੇਖ ਲਿਖਿਆ ਸੀਗਾ ਕਿ ਕੀ ਨਵਜੋਤ ਸਿੰਘ ਸਿੱਧੂ ਇੰਡੀਆ ਦੇ ਇਮਰਾਨ ਖਾਨ ਬਣ ਸਕਣਗੇ। ਉਹਨਾਂ ਨੇ ਗੱਲ ਹੀ ਐਂ ਸ਼ੁਰੂ ਕੀਤੀ ਸੀ ਵੀ ਇਮਰਾਨ ਖਾਨ ਜਿਹੜਾ ਬੰਦਾ ਪਹਿਲੀ ਵਾਰ ਜਦੋਂ ਇਲੈਕਸ਼ਨ ਲੜਿਆ ਹਾਰ ਗਿਆ ਖੁਦ, ਠੀਕ ਹੈ। ਫਿਰ ਉਹਨੇ ਕਿਵੇਂ ਆਪਣੀ ਪਾਰਟੀ ਖੜੀ ਕੀਤੀ, ਫਿਰ ਉਹ ਪਾਰਟੀ ਖੜੀ ਕਰਕੇ ਕਿਹੜੇ ਸਟਰਗਲ ਵਿੱਚੋਂ ਗੁਜ਼ਰਿਆ, ਉਹਦੀ ਫੈਮਿਲੀ ਲਾਈਫ ਵੀ ਪ੍ਰਭਾਵਿਤ ਹੋਈ, ਫਿਰ ਉਹ ਜਾ ਕੇ ਪ੍ਰਧਾਨ ਮੰਤਰੀ ਬਣਿਆ। ਵੀ ਜੇ ਕੋਈ ਸੋਚੇ ਵੀ ਇੱਕਦਮ ਮੈਂ ਆਵਾਂ ਆ ਕੇ ਮਤਲਬ ਪੈਰਾਸ਼ੂਟ ਰਾਹੀਂ ਛਾ ਜਾ, ਆਏ ਨਹੀਂ ਹੁੰਦਾ। ਤੁਸੀਂ ਮੁੱਦੇ ਸਹੀ ਉਠਾ ਰਹੇ ਹੋ, ਬਿਲਕੁਲ ਉਠਾਓ, ਲਗਾਤਾਰ ਉਠਾਉਣੇ ਪੈਂਦੇ ਨੇ ਮੁੱਦਿਆਂ ਲਈ, ਫਾਈਟ ਕਰਨਾ ਪੈਂਦਾ, ਲੜਨਾ ਪੈਂਦਾ, ਜ਼ਮੀਨੀ ਆਧਾਰ ਤਿਆਰ ਕਰਨਾ ਪੈਂਦਾ ਹੈਗਾ, ਠੀਕ ਹੈ। ਇਹ ਗੱਲਾਂ ਨੂੰ ਕੋਈ ਆਏ ਨਾ ਸਮਝੇ ਕਿ ਇੱਥੇ ਮੈਂ ਡਾਇਰੈਕਟ ਸਿੱਧੂ ਨੂੰ ਗੱਲਾਂ ਠੋਕੀ ਜਾ ਰਿਹਾ। ਮੈਂ ਤੁਹਾਨੂੰ ਟੋਟੈਲਿਟੀ 'ਚ ਗੱਲ ਕਰ ਰਿਹਾ ਹੈਗਾ। ਬਿਲਕੁਲ ਵੀ ਉਹਨੇ ਜਿਹੜੇ ਇਹ ਮੁੱਦੇ ਸਹੀ ਸੀਗੇ, ਨਿਯੁਕਤੀਆਂ ਗਲਤ ਹੋਈਆਂ ਨੇ, ਮਤਲਬ ਇਹ ਮੈਂ ਵਾਰ-ਵਾਰ ਕਹਿ ਰਿਹਾ ਹੈਗਾ, ਮਤਲਬ ਜਿਹੜੇ ਸਾਡੇ ਸਰੋਤਿਆਂ ਨੂੰ। ਪਰ ਜਿਹੜੇ ਢੰਗ ਨਾਲ ਤੁਹਾਡਾ ਵਰਤਾਵ ਆ ਨਾ, ਉਹ ਕੋਈ ਸੀਰੀਅਸ ਲੀਡਰ ਵਾਲਾ ਨਹੀਂ। ਨਾਲੇ ਜਦੋਂ ਤੁਸੀਂ ਕੈਪਟਨ ਨੂੰ ਲਾਉਣਾ ਸੀ ਤੁਸੀਂ ਲਾਤਾ, ਇੱਕ ਮਿੰਟ, ਠੀਕ ਹੈ। ਜੇ ਨਿਯੁਕਤੀਆਂ ਮੰਨਦੇ ਆ, ਤੁਹਾਡੀ ਗੱਲ ਆਪਾਂ 100% ਮੰਨਦੇ ਆ ਕਿ ਇਹ 2 ਨਿਯੁਕਤੀਆਂ ਨੇ ਬਿਲਕੁਲ ਰੋਲ ਕੇ ਰੱਖ ਦਿੱਤਾ ਸਾਰੇ ਕੀਤੀ ਕਰਾਈ ਨੂੰ ਇਹਨਾਂ ਦੀ ਨੂੰ, ਠੀਕ ਹੈ। ਹੁਣ ਚਰਚਾ ਇਹ ਹੈ ਕਿ ਤੁਸੀਂ ਵੀ ਸਿਆਣੇ, ਹੁਣ ਉਹ ਗੱਲਾਂ ਤਾਂ ਪੁਰਾਣੀਆਂ ਗਈਆਂ ਵੀ ਜਿਹਨੂੰ DGP ਲਾਉਣਾ ਹੁੰਦੇ ਹੁਣ ਤਾਂ UPSC 3 ਨਾਂ ਭੇਜਣੇ ਪੈਂਦੇ ਆ, ਉਹ ਮਹੀਨਾ ਨਹੀਂ ਆਉਂਦੇ ਕਿ 1.5 ਮਹੀਨਾ ਨਹੀਂ ਆਉਂਦੇ। ਫਿਰ ਹਾਲ ਦੀ ਘੜੀ DGP ਨੂੰ ਜਿਹੜਾ ਚਾਰਜ ਦਿੱਤਾ, DGP ਤਾਂ ਹਜੇ ਪੁਰਾਣੇ ਨੇ, ਕੀ ਕਹਿੰਦੇ ਹਾਂ ਬਿਲਕੁਲ, ਉਹ ਤਾਂ ਛੁੱਟੀ ਤੇ ਗਏ ਵੇ ਨੇ, ਉਹ ਤਾਂ ਕੱਲ ਨੂੰ ਕਹਿ ਦੇਣ ਮੈਂ ਤਾਂ ਛੁੱਟੀ ਤੋਂ ਆ ਗਿਆ ਜੀ। ਹਾਂ, ਇਹੀ ਹੈ ਨਾ, ਇਹਦੇ ਵਿੱਚ ਹੱਲ ਆਹੀ ਆ ਤਾਂ ਲੱਭ ਜਾਣਾ। ਮੈਨੂੰ ਲੱਗਦਾ ਆਹੀ ਹੋਊਗਾ ਨਾ, ਛੁੱਟੀ ਤੋਂ ਵਾਪਸ ਬੁਲਾ ਲੈਣਗੇ, ਭਾਈ ਤੂੰ ਹੀ ਆ ਜਾ ਇੱਕ ਵਾਰੀ ਆ ਜਾ। ਇਹਨਾਂ ਵਿੱਚ 2 ਹੋਣਾ ਸ਼ਾਇਦ, ਮੰਤਰੀ ਮੰਡਲ ਵਾਲੀ ਤਾਂ ਹਾਲੇ ਨਹੀਂ ਹੋਣੀ ਹੈਗੀ, ਕੋਈ ਢਾਪਣ ਨਹੀਂ। ਮੰਤਰੀ ਮੰਡਲ ਤਾਂ ਮੈਨੂੰ ਲੱਗਦਾ ਜੀ, ਦੇਖੋ ਇਹਦੇ ਵਿੱਚ ਬਹੁਤ ਵੱਡਾ ਜਿਹੜਾ ਰੋਲ ਆ ਨਾ, ਦੇਖੋ ਵਿਹਲੇ ਬੰਦੇ ਹੁੰਦੇ ਨਾ ਜਿਹੜੇ ਉਹ ਹੁੱਜਾ ਮਾਰ। ਮੈਂ ਇੱਕ ਬੰਦੇ ਨੂੰ ਮੈਂ ਕਿਹਾ ਯਾਰ ਵੀ ਫਲਾਨਾ ਬੰਦਾ ਜਿਹੜਾ ਨਾ ਜਿੰਨੀ ਕੁ ਉਹਦੇ ਕੰਨ 'ਚ ਗੱਲ ਪਾਉਣੇ ਉਹਦਾ ਨਾ ਕੋਈ ਲਾਹ ਦਿੰਦਾ, ਵੀ ਸਾਰੀ ਕੱਢ ਦਿੰਦਾ। ਕਹਿੰਦਾ ਤੂੰ ਕਿ ਉਹਦੇ ਡਰਾਈਵਰ ਦੀ ਗੱਲ ਕਰਦਾ? ਮੈਂ ਕਿਹਾ ਬਿਲਕੁਲ। ਕਹਿੰਦਾ ਯਾਰ ਮੇਰੀ ਇੱਕ ਗੱਲ ਸੁਣ, ਜਿੰਨੇ ਵੱਡੇ ਲੀਡਰ ਹੈ ਨਾ, ਇਹ ਕਹਿੰਦਾ ਕਾਰ 'ਚ ਬੈਠੇ ਉਹਦੇ ਡਰਾਈਵਰ ਨਾਲ ਮਾਰਦੇ ਹੁੰਦੇ ਚਾਂਗਣਾ, ਠੀਕ ਆ, ਭਾਵੇਂ ਅਫਸਰਾਂ ਦੇ ਉਹ ਹੈ। ਉਹ ਕਹਿੰਦਾ ਹੁੱਜਾਂ ਜਿਉਂ ਲੱਗਦੇ ਸਵੇਰ ਤੋਂ ਹੁੱਜਾ ਮਾਰ ਜੀ, ਫਲਾਨਾ ਤਾਂ ਆਏ ਆ ਫਲਾਨਾ। ਇੱਕ ਜੇ ਤੇ ਜਿਹੜੇ ਸੂਈ ਰੱਖ ਲਈ ਨਾ ਸ਼ਾਮ ਨੂੰ, ਕਹਿੰਦੇ ਉਹ ਦਾਗ ਪਾ ਦਿੰਦੇ ਉਹਦੇ ਪਿੰਡੇ ਤੇ। ਕਹਿੰਦਾ ਤੂੰ ਕਹਿੰਦਾ ਨਾ ਲੋਹੇ ਦੇ ਉੱਤੇ ਉਂਗਲ ਘਸਾਉਣ ਲੱਗ ਪਾ, ਕਹਿੰਦਾ ਲੋਹਾ ਘਸ ਜੂਗਾ ਉੱਥੋਂ, ਠੀਕ ਹੈ। ਹੁਣ ਜਿਹੜੇ ਬੰਦੇ ਗੱਲ ਇਹ ਹੁੰਦੀਆਂ ਨੇ ਵੀ ਇੱਕ ਵਾਰੀ ਕਰੀ ਜਾਂਦੇ ਇਹ ਮਾੜਾ 2-3 MLA ਜੇ ਹੈਗੇ ਜਿਹੜੇ ਮੈਂ ਦੱਸਾਂ ਵੀ ਇੱਕ ਤਾਂ ਸਾਰੇ ਪਾਸੇ ਘੁੰਮ ਕੇ ਕਾਂਗਰਸ ਸੁਖਪਾਲ ਖਹਿਰਾ ਆਇਆ, ਇਹਨੂੰ ਤਾਂ ਉਦਣ ਦਾ ਹੀ ਫਿਕਰ ਪੈ ਗਿਆ ਵੀ ਰਾਣਾ ਗੁਰਜੀਤ ਆ ਗਿਆ, ਮੈਂ ਕੀ ਕਰੂੰ ਹੁਣ, ਮੈਂ ਕੀ ਕਰੂੰ। ਇਹ ਉਦਣ ਦਾ ਹੀ ਵਿਹਲਾ ਜਿੱਥੇ ਪਟਿਆਲੇ ਜਾ ਵੜਿਆ ਜੀ, ਇਹ ਮਾੜਾ। ਦੇਖੋ ਮੈਂ ਸਪਸ਼ਟ ਤੌਰ ਦੇ ਉੱਤੇ ਗੱਲ ਕਰਦਾ, ਚਲੋ ਮੰਨ ਲਿਆ ਗੁਰਕੀਰਤ ਕੋਟਲੀ ਬਰੀ ਹੋ ਗਿਆ, ਪਰ ਕੀ ਗੁਰਕੀਰਤ ਕੋਟਲੀ ਤੇ ਜਿਹੜੇ ਇਲਜ਼ਾਮਾਤ ਲੱਗੇ ਸੀ ਤਾਂ ਰਾਣੇ ਗੁਰਜੀਤ ਤੋਂ ਕਿਤੇ ਵੱਡੇ ਨੇ, ਠੀਕ ਹੈ। ਫਿਰ ਆਪ ਖੁਦ ਜਿਹੜੇ ਨੇ ਆਪਣੇ ਕੀ ਕਹਿੰਦੇ ਆ ਸਾਡੇ ਪ੍ਰਧਾਨ ਸਾਹਿਬ ਸਿੱਧੂ ਸਾਹਿਬ, ਇਹਨਾਂ ਦੇ ਉੱਤੇ ਕਤਲ ਦਾ ਮੁਕੱਦਮਾ ਜਿਹੜਾ ਹੋਇਆ ਬੰਦੇ ਨੂੰ ਉਦੋਂ, ਜਿਹੜਾ ਇਹਨਾਂ ਦੇ ਮੁਕੱਦਮਾ ਉਹਦੇ 'ਚ ਬਰੀ ਤਾਂ ਨਹੀਂ ਹੋਏ। ਇੱਕ ਮਿੰਟ, ਠੀਕ ਹੈ। ਗੁਰਜੀਤ ਦੇ ਉੱਤੇ ਆਪਦੇ ਨੌਕਰ ਦੇ ਉੱਤੇ ਆ ਗਿਆ, ਬੜਾ ਕੁਛ ਹੈਗਾ। ਪਰ ਇੱਕ ਚੀਜ਼ ਹੈ ਕਿ ਸਿਰਫ ਇਹਦੇ ਵਿੱਚ ਕਹਾਣੀ ਕੀ ਹੈ ਕਿ ਉਹ ਵਿਹਲੜ ਜਿਹੜੇ ਸਵੇਰੇ ਤੇ ਲੱਗ ਜਾਂਦੇ ਸੀ ਹੁੱਜਾ ਮਾਰਨ ਆਏ, ਕਿਉਂਕਿ ਉਹਨਾਂ ਨੂੰ ਇਹ ਸੀਗਾ ਕਿ ਸਾਨੂੰ ਤਾਂ ਕੈਪਟਨ ਨੇ ਜਿਹੜਾ ਜੀ ਹੈਲੀਕਾਪਟਰ ਦੇ ਹੈਲੀਪੈਡ ਦੇ ਉੱਤੇ ਜੁਆਇਨ ਕਰਾਇਆ ਸੀਗਾ। ਹੁਣ ਤੁਸੀਂ ਇਹ ਦੇਖ ਲਓ ਵੀ ਉਹ 2 ਬੰਦੇ ਜਿਹੜੇ ਕਮਾਲੂ ਤੇ ਪਿਰਮਲ ਸਿੰਘ ਆ, ਉਹਨਾਂ ਦੇ ਹੱਥਾਂ 'ਚੋਂ ਤਾਂ ਲੋਕ ਕਾਗਜ਼ ਖੋਹਦੇ ਫਿਰਦੇ ਆ। ਇੱਕ ਵੀਡੀਓ ਆਈ ਪਿਰਮਲ ਸਿੰਘ ਨੇ, ਉਹ ਕਿਸੇ ਨੂੰ ਨਿਯੁਕਤੀ ਪੱਤਰ ਦੇਣਾ ਸੀ ਤੇ ਉਹ ਇੱਕ 5 ਹੀ ਨਹੀਂ 13 'ਚ ਨਹੀਂ ਜਿਹੜਾ ਹੈਗਾ ਉਹ ਆਪੇ ਬਣਿਆ ਕੀ ਕਹਿੰਦੇ ਹਲਕਾ ਇੰਚਾਰਜ ਆ, ਉਹਨੇ ਚੱਕ ਕੇ ਕਾਗਜ਼ ਖੋਲੇ। ਬਿਲਕੁਲ ਇਹ ਹਾਲਾਤ ਜਿਹੜੇ ਨੇ। ਹੁਣ ਦੇਖੋ ਚੀਜ਼ਾਂ ਕੀ ਨੇ ਕਿ ਤੁਸੀਂ ਯਾਰ ਕੋਈ ਪਾਕ ਪਵਿੱਤਰ ਨਹੀਂ, ਨਾ ਮੈਂ ਪਾਕ ਆ ਨਾ ਤੁਸੀਂ ਪਾਕ ਹੋ, ਹਰ ਬੰਦੇ 'ਚ ਔਗਣ ਨੇ,
ਠੀਕ ਹੈ, ਕਈ ਚੀਜ਼ਾਂ ਸਾਨੂੰ ਚੰਗੇ ਕੰਮ ਵਾਸਤੇ ਦੇਖਣੀਆਂ ਪੈਂਦੀਆਂ, ਬੜਾ ਕੌੜਾ ਘੁੱਟ ਭਰਨਾ ਪੈਂਦਾ। ਠੀਕ ਹੈ, ਸਿੱਧੂ ਸਾਹਿਬ ਦੀ ਜੇਕਰ ਆਪਾਂ ਲੀਡਰਸ਼ਿਪ ਕਹਿੰਦੀ ਫਿਰ ਇਸ ਢੰਗ ਨਾਲ ਤਾਂ ਲੀਡਰਸ਼ਿਪ ਇਹਨਾਂ ਦੀ ਬਾਹਲੀ ਖਤਰਨਾਕ ਹੋ ਸਕਦੀ ਹੈ ਵੀ ਜਿੱਦ ਦੇ ਵਿੱਚ ਪੈ ਗਏ। ਜੇ ਆਪਾਂ ਅੱਜ ਬੋਲੀ ਜਾਂਦੇ ਹਾਂ, ਕੱਲ੍ਹ ਨੂੰ ਮੁੱਖ ਮੰਤਰੀ ਬਣ ਗਏ, ਹੋ ਸਕਦਾ ਡਾਂਗ ਦੇ ਕੇ ਪੁਲਿਸ ਵਾਲੇ ਨੂੰ ਭੇਜ ਦਿਓ, ਭੰਨ ਦਿਓ ਇਹਨਾਂ ਦਾ ਸਾਰਾ ਕੁਛ। ਬਿਲਕੁਲ ਬਿਲਕੁਲ। ਦੇਖੋ ਲੀਡਰ ਤਾਂ ਵੱਡੇ ਵੱਡੇ ਆਪਦੇ ਖਿਲਾਫ ਕਿੰਨਾ ਕੁਛ ਸੁਣਦੇ ਨੇ। ਬਿਲਕੁਲ ਜਿੱਦ ਥੋੜਾ ਹੁੰਦੀ ਹੈ, ਬੱਚੇ ਵਾਲੀ ਜਿੱਦ ਨਹੀਂ ਹੁੰਦੀ ਇਹ। ਬੱਚੇ ਵਾਲੀ ਜਿੱਦ ਤਾਂ ਕੈਪਟਨ ਅਮਰਿੰਦਰ ਸਿੰਘ ਨਹੀਂ ਮਿਲਿਆ 4.5 ਕੀ ਭੁਗਤ ਲਿਆ ਆਪਾਂ, ਦੱਸ ਦਿਓ ਕੀ ਭੁਗਤੀ ਜਾਂਦੇ? 3-6 ਮਹੀਨੇ ਤੁਸੀਂ ਕੱਢ ਦੋਗੇ, 5 ਸਾਲ ਤਾਂ ਫਿਰ ਪੰਜਾਬ ਦੇ ਬਰਬਾਦ ਹੋ ਗਏ। ਅੱਗੇ ਕੀ ਮਿਲਣਾ ਰੱਬ ਜਾਣਦਾ। ਮਤਲਬ ਇਹ ਨਾ ਜਿਹੜਾ ਹੁਣ 3 ਮਹੀਨੇ ਵੀ ਸੀ ਨਾ ਵੀ ਤੁਸੀਂ ਇਹ 3 ਮਹੀਨੇ ਹੀ ਆਏ ਲੰਘਾ ਦੋਗੇ ਤੇ ਇਹਦੇ ਵਿੱਚ ਫਿਰ ਕਿਹੜਾ ਕੀ ਕਰੋਗੇ ਮਤਲਬ ਅੱਗੇ ਹੈ। ਤੇ ਉਹ ਇਸ ਕਰਕੇ ਜਿਹੜੀ ਇਹ ਪੋਜੀਸ਼ਨ ਹੀ ਅਸਲ ਵਿੱਚ ਨਾ ਜਿਹੜੀ ਪ੍ਰਧਾਨਗੀ ਵਾਲੀ ਹੈ ਉਹਦੇ ਵਿੱਚ ਬਹੁਤ ਗੰਭੀਰਤਾ ਨਾਲ ਚੱਲਣਾ ਪੈਂਦਾ, ਬਹੁਤ ਗੰਭੀਰਤਾ ਨਾਲ ਚੱਲਣਾ ਪੈਂਦਾ ਜੀ। ਹਰੇਕ ਬੰਦੇ ਨੂੰ ਤਾਂ ਤੁਹਾਨੂੰ ਨਾਲ ਲੈ ਕੇ, ਸਗੋਂ ਰੁੱਸਿਆਂ ਨੂੰ ਤਾਂ ਤੁਸੀਂ ਮਨਾਉਣਾ ਤੇ ਤੁਸੀਂ ਖੁਦ ਰੁੱਸ ਗਏ। ਤੁਸੀਂ ਖੁਦ ਰੁੱਸ ਕੇ, ਨਾਲੇ ਤੁਹਾਨੂੰ ਨਾ ਐ ਨਹੀਂ ਹੋ ਸਕਦਾ ਬਾਈ ਜੀ ਵੀ ਇੱਕ ਤੁਸੀਂ ਫੌਜ ਲੜਦੀ ਹੋਵੇ, ਕਪਤਾਨ ਹੀ ਕਹਦੇ ਵੀ ਮੈਂ ਤਾਂ ਚੱਲਿਆ ਯਾਰ ਮੇਰੇ ਮੁਤਾਬਕ ਨਹੀਂ ਹੋ ਰਿਹਾ ਕੰਮ, ਉਹ ਲੜਨਾ ਹੀ ਪੈਂਦਾ, ਚਾਹੇ ਤੁਸੀਂ ਫਿਰ ਜਿਹੇ ਜਿਹੇ ਵੀ ਬੰਦੇ ਤੁਹਾਡੇ ਨਾਲ ਹੈਗੇ ਨੇ ਹੈ ਤੇ ਫਾਈਟ ਲੜੋ, ਆਪਣੀ ਪਾਰਟੀ 'ਚ ਲੜੋ। ਅੰਦਰ ਹੋਰ ਵੀ ਕਾਂਗਰਸ ਤੇ ਹੋਰ ਪਾਰਟੀਆਂ ਦੇ ਬਥੇਰੇ ਬੰਦੇ ਅੰਦਰ ਹੈ ਕਿ ਫਾਈਟ ਲੜਦੇ ਨੇ, ਉਹ ਹਮੇਸ਼ਾ ਹੀ ਹੁੰਦਾ ਰਿਹਾ ਸਿਆਸਤ ਦੇ ਵਿੱਚ। ਤੁਹਾਨੂੰ ਪ੍ਰਧਾਨਗੀ ਵਾਲੀ ਪੋਜੀਸ਼ਨ ਮਿਲੀ ਹੈ, ਤੁਸੀਂ ਕਰੋ। ਜੇ ਤੁਹਾਨੂੰ ਆਈ ਹੈ ਵੀ ਆ ਬੰਦੇ ਗਲਤ ਨੇ, ਪਾਰਟੀ 'ਚੋਂ ਕੱਢੋ ਬਾਹਰ, ਮਾਰੋ ਚੱਕੀ ਬਾਹਰ ਪਾਰਟੀ 'ਚ। ਤੁਸੀਂ ਇੰਨੀ ਪੋਜੀਸ਼ਨ ਹੁੰਦੀ ਹੈ ਪ੍ਰਧਾਨ ਦੇ ਕੋਲੋਂ, ਕਰ ਸਕਦਾ ਵਾ। ਤੇ ਸੋ ਮਸਲਾ ਇਹ ਹੈਗਾ ਵੀ ਅਸਤੀਫੇ ਵਾਲਾ ਢੰਗ ਮੈਨੂੰ ਨੌਨ ਸੀਰੀਅਸ ਲੱਗਿਆ ਤੇ ਮੁੱਦਾ ਤੁਹਾਡੇ ਠੀਕ ਸੀਗੇ। ਆਹ ਗਾਣਾ ਮੈਂ ਤੁਹਾਨੂੰ ਸੁਣਾ ਇੱਕ ਥੋੜਾ। ਆਹ ਗਾਣਾ ਬਿਲਕੁਲ ਦੱਸੋ ਸਹੀ ਨਹੀਂ ਹੈ? ਕਹਿੰਦਾ ਲੋਕਾਂ ਮੈਨੂੰ ਕੀ ਮਨਾਉਣਾ ਸੀ ਵੇ ਤੂੰ ਆਪ ਹੀ ਰੁੱਸ ਚੱਲਿਆ, ਪੰਜਾਬ ਨੂੰ ਕੀ ਮਨਾਉਣਾ ਸੀ, ਪਾਰਟੀ ਨੂੰ ਕੀ ਚਲਾਉਣਾ ਸੀ, ਤੂੰ ਆਪ ਹੀ ਰੁੱਸ ਚੱਲੇ। ਹਾਂਜੀ, ਸੋ ਇਹ ਚੀਜ਼ਾਂ ਨੇ ਬੜੀ ਆਪਣੇ, ਮੈਂ ਵਿਚਾਰ ਵੀ ਲੈਣਾ ਚਾਹਾਂਗਾ ਜੀ। ਤੁਸੀਂ ਆਪਣੇ ਕਾਲ ਕਰ ਸਕਦੇ ਹੋ 92 164 98 149 10 666 ਦੇ ਉੱਤੇ। ਸੋ ਪੰਜਾਬ ਦਾ ਇਹ ਰਫੜ, ਮੈਂ ਕੇਜਰੀਵਾਲ ਸਾਹਿਬ ਨੇ ਅੱਜ ਬੜੀ ਤਕੜੀ ਗੱਲ ਕੀ, ਕਹਿੰਦੇ ਯਾਰ ਘੱਟੋ ਘੱਟ ਮੇਰੇ 49 ਦਿਨ ਦੀ ਸਰਕਾਰ ਉਹ ਕਿੰਨੇ ਦਿਨ ਚੱਲੀ ਸੀ, ਕਹਿੰਦਾ ਉਹ ਤੋਂ ਹੀ ਕੁਛ ਸਿੱਖ ਲਓ, ਕਹਿੰਦੇ ਮੈਂ ਬੜਾ ਕੁਛ ਕਰ ਗਿਆ ਸੀ, ਤਾਂ ਹੀ ਕਹਿੰਦੇ ਅਗਲੀ ਵਾਰੀ ਮਾਂ ਇੱਥੇ ਸਾਰੇ ਮੈਂ ਸਾਧਾਂ ਦੇ ਕਾਲ ਵਾਂਗੂ। ਸੋ ਹੁਣ ਦੇਖਦੇ ਹਾਂ ਵੀ ਹਾਲ ਦੀ ਘੜੀ ਤਾਂ ਖਬਰਾਂ ਜਿਹੜੀਆਂ ਆ ਰਹੀਆਂ, ਸ਼ੁਰੂ 'ਚ ਤੁਸੀਂ ਕਿਹਾ ਵੀ ਇਹ ਦੋਹਾਂ ਦੇ ਆਪਸ ਵਿੱਚ ਨਿਕਲ ਗਏ ਨੇ, ਹੁਣ ਆਪਸ ਵਿੱਚ ਕਾਫੀ ਮਾਮਲਾ ਵੱਧ ਗਿਆ। ਹੁਣ ਤਾਂ ਸਾਰੇ ਨਿਕਲ ਗਏ ਜੀ, ਹੁਣ ਤਾਂ ਮੈਂ ਵੇਖ ਰਹੀ ਸਾਰੇ ਚਲੇ ਗਏ। ਉਹ ਕਹਿੰਦੇ ਜੀ ਆਲ ਇੰਡੀਆ ਕਾਂਗਰਸ ਕਮੇਟੀ ਇਹਦੇ ਉੱਤੇ ਬਿਆਨ ਦੇਊਗੀ ਤੇ ਕਾਂਗਰਸ ਕਮੇਟੀ ਹਾਲ ਦੀ ਘੜੀ ਸਿੱਧੂ ਨੂੰ ਇਹ ਰੱਖਣਾ ਚਾਹੁੰਦੀ ਉਹਦੀ ਔਕਾਤ ਦੇ ਵਿੱਚ। ਕੱਲ ਤੱਕ ਤਾਂ ਇਹ ਪੋਜੀਸ਼ਨ ਸੀ, ਕੱਲ ਤੱਕ ਤਾਂ ਤੁਸੀਂ ਦੇਖ ਲਓ ਸਾਰਿਆਂ ਨੇ ਛਾਰਨਾ ਪਾਸਿਆਂ ਤੋਂ ਕਹਿੰਦੇ ਵੀ ਐਨ ਤੈਅ ਲਾਈ ਹੋਈ ਸੀਗੀ, ਕਿਉਂਕਿ ਕੱਲ ਤੱਕ ਤੇ ਸਿੱਧੂ ਦਾ ਬਹੁਤ ਕਰੀਬੀ ਦੱਸਿਆ ਸੀਗਾ ਕਿ ਸ਼ਾਇਦ ਸਾਡਾ ਜੀ ਅੱਜ ਸਮਝੌਤਾ ਹੋ ਜੇ। ਹੁਣ ਪਤਾ ਚੱਕਰ ਹੈ ਕਿ ਉਹਨੇ ਇੱਕ ਗੱਲ ਦੱਸੀ, ਕਹਿੰਦਾ ਚੱਕਰ ਇਹ ਹੈਗਾ ਵੀ ਇਹ ਬੰਦਾ ਨਾ ਆਪਦੇ ਮਨ ਦੀ ਕਰਦਾ ਹੈਗਾ ਵੀ ਸਲਾਹ ਤਾਂ ਨਹੀਂ ਕਰਦਾ ਹੈਗਾ। ਹਾਂ ਵੀ ਮੰਦਾ ਮੁੰਦਾ ਨਾ ਦੀ ਸਲਾਹਕਾਰ ਹੁੰਦੇ ਨੇ ਕਈ ਤਾਂ ਫਿਰ ਜੀ ਆਹ ਚੀਜ਼ਾਂ ਵੀ ਸਲਾਹ ਲੈਣੀ ਚੰਗੀ। ਉਧਰ ਕੈਪਟਨ ਅਮਰਿੰਦਰ ਸਿੰਘ ਵੀ ਕਹਿੰਦਾ ਮੈਂ ਡਵਾਲ ਨੂੰ ਮਿਲਿਆ, ਸਾਰਾ ਕੁਛ ਕਰਿਆ, ਸਰਕਾਰ ਬਣਾਊਂਗਾ, ਪੱਤਰਕਾਰਾਂ ਨੂੰ ਕਹਿੰਦਾ ਮੈਂ ਤੁਹਾਨੂੰ ਦੱਸਾਂ ਵੀ ਅੱਗੇ ਮੈਂ ਕੀ ਕਰੂੰਗਾ। ਨਾ ਉਹਦੀ ਪਤੰਦਰ ਦੀ ਟੋਨ ਥੱਲੇ ਹੁੰਦੀ ਹੈ। ਕੈਪਟਨ ਅਮਰਿੰਦਰ ਸਿੰਘ ਦਾ ਤਾਂ ਹੁਣ ਦੇਖੋ ਸਿਆਸੀ ਕਰੀਅਰ ਤੇ ਹਾਲ ਦੀ ਘੜੀ ਤੇ ਦੇਖੋ ਅੱਗੇ ਪਤਾ ਨਹੀਂ, ਹਾਲ ਦੀ ਘੜੀ ਤੇ ਇੱਕ ਤਰ੍ਹਾਂ ਨਾਲ ਖਤਮ ਜਿਹਾ ਹੀ ਹੈਗਾ, ਕਿਉਂਕਿ ਸਿੱਧਾ ਬੀਜੇਪੀ ਜਾਣਗੇ ਪੰਜਾਬ ਦੇ ਲੋਕਾਂ ਦੇ ਸਾਹਮਣੇ ਖਲਨਾਇਕ ਬਣ ਕੇ, ਤੇ ਇਸ ਵੱਲੋਂ ਇੰਨਾ ਕੁ ਬੰਦਾ ਸੁਚੇਤ ਆ ਵੀ ਮੈਂ ਹਾਲ ਦੀ ਘੜੀ ਖਲਨਾਇਕ ਨਹੀਂ ਬਣਨਾ ਹੈਗਾ। ਤੇ ਉਹਦੀ ਕੋਸ਼ਿਸ਼ ਹੈਗੀ ਹੈ ਵੀ ਕਿਸਾਨੀ ਮੁੱਦੇ ਦੇ ਉੱਤੇ ਕਿਤੇ ਨਾ ਕਿਤੇ ਇੱਕ ਸਮਝੌਤਾ ਜਿਹਾ ਕਰਾ ਦਾਂ ਕਿਸਾਨ ਜਥੇਬੰਦੀਆਂ ਦਾ, ਤੇ ਮੈਂ ਜਿਹਦੇ ਨਾਲ ਮੇਰਾ ਨਾਂ ਉੱਪਰ ਜੇ, ਫਿਰ ਕੋਈ ਪਾਰਟੀ ਆ ਜੇ ਇਹਦੇ ਵਿੱਚ ਹੀ ਚੱਲਦੇ ਜਾਂ ਕੋਈ ਧਿਰ ਆ ਜੇ ਇਸ ਤਰ੍ਹਾਂ ਦੀ ਕਿਸਾਨੀ ਵਾਲੀ, ਤੇ ਮੈਂ ਉਹਦੇ ਵਿੱਚ ਥੋੜਾ ਜਿਹਾ ਆਪਣੇ ਆਪ ਨੂੰ ਗੇਨ ਕਰ ਲਾਂ। ਉਹ ਤਾਂ ਮੁਸ਼ਕਿਲ ਲੱਗ ਰਿਹਾ ਕਿਉਂਕਿ ਇਹ ਪੂਰੇ ਸਟਰਗਲ ਚੋਂ ਨਾ ਪੰਜਾਬ ਤੋਂ ਸਾਲ ਤੋਂ ਉੱਤੇ ਹੋ ਗਏ ਚੱਲਦੇ, ਲੋਕ ਵੀ ਸਿਆਣੇ ਹੋਏ ਨੇ, ਧਿਰਾਂ ਤਾਂ ਸਿਆਣੀਆਂ ਹੋਈਆਂ ਹੀ ਹੈਗੀਆਂ ਨੇ, ਤੇ ਲੋਕਾਂ ਨੂੰ ਪਤਾ ਲੱਗ ਜਾਊ ਵੀ ਅਮਰਿੰਦਰ ਸਿੰਘ ਹੁਣ ਕਿਉਂ ਕਰ ਰਿਹਾ, ਪਹਿਲਾਂ ਕਿਉਂ ਨਹੀਂ ਐਕਟਿਵ ਸੀਗਾ। ਦਵਾਲ ਨੂੰ ਮਿਲ ਰਿਹਾ ਉਹੀ ਸੁਰੱਖਿਆ ਵਾਲਾ ਮਸਲਾ ਵੀ ਪੰਜਾਬ ਨੂੰ ਏਦਾਂ ਸੈਂਸਿਟਿਵ ਏਰੀਆ ਬਣਾਉਣਾ ਵੀ ਇੱਥੇ ਜੀ ਐਮਰਜੈਂਸੀ ਕਰਕੇ ਕੋਈ ਹਾਲਤ ਪੈਦਾ ਹੋ, ਆਪਣੇ ਰਾਸ਼ਟਰਪਤੀ ਰਾਜ ਕਰਕੇ ਕੋਈ ਹਾਲਤ ਪੈਦਾ ਹੋ ਜਾਣ। ਇਹ ਸਾਰੀ ਉਹੀ ਹੈ ਕਿਤੇ ਨਾ ਗੇਮ। ਤੁਸੀਂ ਡਾਇਰੈਕਟ ਭਾਵੇਂ ਨਹੀਂ ਜਾਓ ਬੀਜੇਪੀ 'ਚ, ਪਰ ਬੀਜੇਪੀ ਵਾਲਾ ਏਜੰਡਾ ਹੀ ਲਾਗੂ ਕਰ ਰਹੇ ਹੋ ਇੱਕ ਤਰ੍ਹਾਂ ਨਾਲ। ਤੇ
ਇਹ ਵੀ ਮਤਲਬ ਕਿਤੇ ਨਾ ਕਿਤੇ ਪੰਜਾਬ ਦੇ ਲੋਕਾਂ ਦਾ ਦਿਲ ਜਿੱਤਣ ਵਾਲੀ ਗੱਲ ਨਹੀਂ, ਤੁਸੀਂ ਆਪਣੀ ਫਰਸਟ੍ਰੇਸ਼ਨ ਦੇ ਵਿੱਚੋਂ ਕਰ ਰਹੇ ਹੋ। ਪਰ ਹੁਣ ਦੇਖਣਾ ਇਹ ਹੋਏਗਾ ਵੀ ਇਹ ਸਾਰੇ ਵਿੱਚੋਂ ਕੈਪਟਨ ਦਾ ਅੱਗੇ ਦਾ ਜਿਹੜਾ ਭਵਿੱਖ ਕੀ ਆ। ਹੁਣ ਤਾਂ ਐਂ ਆ ਵੀ ਜਦੋਂ ਤੁਸੀਂ ਬੀਜੇਪੀ ਦੀ ਸ਼ਰਨ ਜਾ ਕੇ ਮਾੜੀ ਮੋਟੀ ਕੋਈ ਜਿਵੇਂ ਅੰਦਰੋਂ ਖਬਰਾਂ ਆ ਰਹੀਆਂ ਸੀਗੀਆਂ ਵੀ ਕੋਈ MP ਬਣ ਜਾਓ ਜਾਂ ਕੋਈ ਰਾਜਪਾਲ ਵਗੈਰਾ ਬਣ ਜਾਓ, ਇਦੋਂ ਬਾਅਦ ਹਾਲ ਦੀ ਘੜੀ ਤਾਂ ਨਹੀਂ ਲੱਗਦਾ ਹੈਗਾ ਕੋਈ ਦੌੜ। ਅੱਗੇ ਦੇਖਦੇ ਹਾਂ ਕਿ ਕੀ ਬਣਦਾ। ਬਿਲਕੁਲ ਜੀ, ਦੇਖੋ ਅੱਗੇ ਕੀ ਬਣਦਾ। ਰਫੜ ਪੂਰਾ ਵਿਗਿਆ ਹੋਇਆ। ਉੱਧਰ ਤੁਸੀਂ ਸਿਆਣੇ ਵੀ ਆਪਣੇ ਅਕਾਲੀ ਦਲ ਦਾ ਵੀ ਇਹੀ ਹੈ, ਚਿਹਰਾ ਦਾ ਐਲਾਨ ਕਰਨਾ ਸੀਗਾ, ਚਿਹਰਾ ਉਹੀ ਗੋਲਮੋਲ ਗੱਲ ਕਰ ਗਏ ਕੇਜਰੀਵਾਲ ਸਾਹਿਬ ਵੀ ਚਿਹਰਾ ਤਾਂ ਬਹੁਤ ਬੜੀਆ ਹੋਗਾ। ਹੁਣ ਬੜੀਆ ਚਿਹਰਾ ਕਿਹੜਾ ਹੋਊਗਾ ਇਹ ਰੱਬ ਜਾਣਦਾ। ਪੰਜਾਬ ਫੇਰੀ ਉਹਨਾਂ ਦੀ ਕੀ, ਉਹਨਾਂ ਦੀ ਪੰਜਾਬ ਫੇਰੀ ਦੇ ਉੱਤੇ ਕੀ ਕਹਿੰਦੇ ਤੁਸੀਂ? ਪੰਜਾਬ ਫੇਰੀ ਤਾਂ ਮੇਨ ਸਵਾਲ ਹੀ ਉਹੀ ਰਿਹਾ ਨਾ ਵੀ ਇੱਕ ਤਾਂ ਚਿਹਰਾ ਦੱਸੋ ਕਿਹੜਾ, ਵੀ ਉਹਨਾਂ ਦੇ ਬਰਕਤ ਤੇ ਕਹਿੰਦੇ ਰਹੇ ਵੀ ਪਿਛਲੀ ਵਾਰ ਵੀ ਚਿਹਰੇ ਕਰਕੇ ਮਾਰ ਖਾਧੀ ਸੀਗੀ ਤੇ ਐਤਕੀ ਵੀ ਗੱਲਾਂ ਤਾਂ ਇਹ ਵੀ ਚੱਲਦੀਆਂ ਵੀ ਇਹਨਾਂ ਦੇ ਆਪਣੇ ਪਰਿਵਾਰ ਦੇ ਵਿੱਚੋਂ ਵੀ ਕਿਸੇ ਨੇ ਇੱਕ ਜਾਣੇ ਨੇ ਆਪਦੀ ਵੋਟ ਬਣਾ ਲਈ ਹੋਏ ਪੰਜਾਬ ਦੇ ਵਿੱਚ, ਵੀ ਕਿਤੇ ਕੁਛ ਹੋਰ ਤਾਂ ਨਹੀਂ ਚੱਲ ਰਿਹਾ, ਕੁਛ ਹੋਰ ਤਾਂ ਨਹੀਂ ਸੁਲਝ ਰਿਹਾ ਜਿਵੇਂ ਪਿਛਲੀ ਵਾਰ। ਮੈਨੂੰ ਪੱਟੀ ਸਾਹਿਬ ਕਹਿੰਦੇ ਸੀ ਵੀ ਇਹਨਾਂ ਦੀ ਘਰ ਵਾਲੀ ਨੇ ਕਹਿੰਦੇ ਵੀ ਬਣਾ ਲਈ ਆ ਉਹ ਵੋਟ। ਹਾਂ ਮਤਲਬ ਉਹਦੀ ਕੋਈ ਤਸਦੀਕ ਨਹੀਂ ਹਾਲੇ, ਪਰ ਇਹ ਗੱਲਾਂ ਚੱਲਦੀਆਂ ਨੇ। ਹੁਣ ਜੇ ਗੱਲਾਂ ਚੱਲਦੀਆਂ ਤਾਂ ਜਵਾਬ ਤੁਸੀਂ ਜਵਾਬ ਤਾਂ ਦਿਓ ਨਾ। ਇਸ ਕਰਕੇ ਤੁਸੀਂ ਇਹਨੂੰ ਕਿਤੇ ਨਾ ਕਿਤੇ ਆਪ ਹੀ ਆਪਣੀ ਜਿਹੜੀ ਪੰਜਾਬ ਵਾਲੀ ਲੀਡਰਸ਼ਿਪ ਨੂੰ ਧੁੱਤੂ ਬਣਾ ਕੇ ਰੱਖ ਦਿੱਤਾ ਵੀ ਤੁਹਾਡੇ ਇਸ਼ਾਰੇ ਦੇ ਉੱਤੇ ਕੰਮ ਕਰੇ। ਤੁਸੀਂ ਬਣੀ ਅਸੀਂ ਸੀਗੇ ਵੀ ਜਿਹੜੀਆਂ ਦੂਜੀਆਂ ਆਪਣੀਆਂ ਵੀ ਅਸੀਂ ਰਾਜਾਂ ਨੂੰ ਵੱਧ ਅਧਿਕਾਰ ਦੇਵਾਂਗੇ ਖੇਤਰੀ ਇਕਾਈਆਂ ਨੂੰ, ਉਹਦੇ ਵਿੱਚ ਤੁਸੀਂ ਹਾਲੇ ਇਕੱਠ ਕਰਕੇ ਬੈਠੇ ਹੋ। ਕਾਲ ਲੈ ਲਈਏ ਜੀ 92-164 ਤੇ ਆਉਣੇ ਜੀ। ਤੇ ਸੰਧੂ ਸਾਹਿਬ ਤੁਸੀਂ ਫੇਰ ਕਾਲ ਕਰੋ, ਤੁਹਾਡੀ ਕਾਲ ਡਿੱਗ ਪਈ ਸੀਗੀ, ਡ੍ਰੌਪ ਹੋ ਗਈ ਜੀ ਪੰਜਾਬੀ ਚ। ਧੰਨਵਾਦ ਜੀ ਸਾਹਿਬ। ਸਤਿ ਸ਼੍ਰੀ ਅਕਾਲ ਜੀ। ਮੈਂ ਸਿੱਧੂ ਬਾਰੇ ਗੱਲ ਕਰਨੀ ਚਾਹੁੰਦਾ ਜੀ। ਪਰਸੋਂ ਜਦੋਂ ਸਿੱਧੂ ਨੇ ਰੈਜ਼ਿਗਨੇਸ਼ਨ ਦਿੱਤਾ ਹੈਗਾ ਜੀ, ਤੇ ਸਾਰਾ ਪੰਜਾਬ ਹੀ ਉਹਨੂੰ ਟੁੱਟ ਕੇ ਪੈ ਗਿਆ ਸੀਗਾ। ਪੋਸਟਾਂ ਵੀ ਉਹਦੇ ਅੰਗੇਜ਼, ਪਿਕਚਰਾਂ, ਚੁਟਕਲੇ ਬਣਨੇ ਸ਼ੁਰੂ ਹੋ ਗਏ ਸੀਗੇ। ਪਰ ਕੱਲ ਜਦੋਂ ਉਹਨੇ ਸਪਸ਼ਟੀਕਰਨ ਦਿੱਤਾ ਹੈਗਾ ਵੀ ਮੈਂ ਇਹਨਾਂ ਮੁੱਦਿਆਂ ਕਰਕੇ ਰੈਜ਼ਿਗਨੇਸ਼ਨ ਦਿੱਤਾ ਹੈਗਾ, ਨਾਲ ਦੀ ਨਾਲ ਹੀ ਪਿਕਚਰ ਚੇਂਜ ਹੋ ਗਈ ਜੀ। ਹੁਣ ਤੁਸੀਂ ਕੱਲ ਤੇ ਅੱਜ ਦੀਆਂ ਤੁਸੀਂ ਪੋਸਟਾਂ ਦੇਖ ਲਓ, ਸਿੱਧੂ 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 ਹੋ ਰਹੀ ਨਹੀਂ ਵੀ ਉਹਨੇ ਸਹੀ ਸਟੈਂਡ ਲਿਆ ਹੈ। ਤੇ ਮੈਂ ਇਹੀ ਗੱਲ ਕਰਨੀ ਸੀ ਜੀ। ਸੰਧੂ ਸਾਹਿਬ ਸਤਿ ਸ਼੍ਰੀ ਅਕਾਲ ਜੀ, ਆਉਣੇ ਰਹੋ। ਸਤਿ ਸ਼੍ਰੀ ਅਕਾਲ ਜੀ। ਗੱਲ ਇਹ ਹੈ ਜੀ, ਇਹ ਠੀਕ ਹੈ ਵੀ ਉਹਨੇ ਜਜ਼ਬਾਤੀ ਹੋ ਕੇ ਫੈਸਲਾ ਲੈ ਲਿਆ ਸਿੱਧੂ ਨੇ। ਹਾਂਜੀ। ਪਰ ਜੇ ਉਹ ਲਈ ਤੇ ਚੱਲਣਾ ਸੀ, ਤੁਹਾਨੂੰ ਅੰਦਰਲਾ ਸ਼ਾਇਦ ਪਤਾ ਹੈ ਕਿ ਨਹੀਂ ਹੈ, ਜਦੋਂ ਇਹਨਾਂ ਨੇ ਕੈਬਨਿਟ ਬਣਾਈ ਆ ਇਹ ਤਾਂ ਕੋਠੀਆਂ ਵਿੱਚ ਹੀ ਲੜਨ ਲੱਗ ਗਏ ਤੇ ਉਹ ਹੀ ਮੰਡੀਆਂ ਪਾਉਣ ਲੱਗ ਗਏ, ਉਸੇ ਲਈ ਤੇ ਆ ਗਏ ਜੀ। ਉਹ ਬੜਾ ਹਤਾਸ਼ ਸੀ ਇਸ ਗੱਲ ਤੋਂ। ਦੇਖੋ ਉਹਦੇ ਕਰਕੇ ਸਾਰਾ ਕੁਝ ਹੋਇਆ, ਸਿੱਧੂ ਕਰਕੇ ਹੋਇਆ ਸੀ। ਉਹਦੀ ਸਟੇਟਮੈਂਟ ਸੁਣੋ, ਉਹ ਕਹਿੰਦਾ ਮੇਰਾ ਮਕਸਦ ਇਹ ਨਹੀਂ ਸੀ ਮੈਂ ਕੈਪਟਨ ਅਮਰਿੰਦਰ ਸਿੰਘ ਨੂੰ ਲਾਉਣਾ ਹੈ ਜਾਂ ਮੈਂ ਕੋਈ ਪ੍ਰਧਾਨਗੀ ਲੈਣੀ ਹੈ। ਕਸੂਰ ਦੀ ਉਹਨਾਂ ਵੀ 4 ਮਹੀਨਿਆਂ ਚ ਇੱਕ ਚਿਹਰਾ ਮੂਹਰਾ ਬਣਾਉਣਾ ਚਾਹੁੰਦੇ ਸੀ। ਇਹਨਾਂ ਨੇ ਉਹੀ ਸ਼ੁਰੂ ਕਰ ਲਿਆ ਜੀ ਸਾਰਿਆਂ ਨੇ। ਬਿਲਕੁਲ ਉਹਨਾਂ ਦਾ ਜੇ ਚਿਹਰੇ ਹੀ ਬਦਲ ਕੇ ਤੇ ਉਹੀ ਕੁਛ ਹੀ ਕਰਨਾ ਹੈ ਤੇ ਫਿਰ ਮੈਂ ਨਹੀਂ ਇਸ ਗੱਲ ਚ ਰਹਿਣਾ। ਵੇਖੋ ਉਹਨੇ ਰਾਜ ਸਭਾ ਦਾ 3 ਮਹੀਨੇ ਹੋਏ ਸੀ MP ਬਣੇ ਨੂੰ, ਛੱਡਿਆ ਅਸੂਲ ਪਿੱਛੇ। ਹੁਣ ਕਹੀ ਜਾਂਦੇ ਆ ਪਾਰਟੀ ਬਦਲੀ, ਕਦੇ ਉਹਨੇ ਉਹਦੇ ਪਿੱਛੇ ਨਹੀਂ ਕੋਈ ਪਾਰਟੀ ਛੱਡੀ, ਅਸੂਲਾਂ ਪਿੱਛੇ ਛੱਡੀ ਆ ਜੀ। ਅੱਜ ਜੇ ਆਪਾਂ ਕੇਜਰੀਵਾਲ ਨੂੰ ਕਹਿੰਦੇ ਪੰਜਾਬ ਚ ਆ ਕੇ ਸਵਾਰ ਦੂਗਾ ਕੁਛ, ਪੰਜਾਬ ਦੇ ਵਿੱਚ ਪੰਜਾਬ ਦਾ ਪੁੱਤ ਜੀ ਉਹ ਫਿਕਰ ਕਰਦਾ 20 ਕਰੋੜ ਰੁਪਇਆ ਸਾਲ ਦਾ ਉਹਨੂੰ ਬੰਬੇ ਤੋਂ ਮਿਲਦਾ ਸੀ, ਛੱਡ ਕੇ ਬੈਠਾ ਜੀ ਇੱਥੇ ਆ ਕੇ, ਕੋਈ ਉਹਦੇ ਤੇ ਦਾਗ ਨਹੀਂ ਗਾ। ਨਹੀਂ, ਕਰਪਸ਼ਨ ਦਾ ਤਾਂ ਦੇਖੋ ਇੱਕ ਚੀਜ਼ ਜਿਹੜੀ ਗੱਲ ਉਹੀ ਆ ਜਾਂਦੀ ਹੈ ਸੰਧੂ ਸਾਹਿਬ, ਅਸੀਂ ਇਹ ਨਹੀਂ ਕਹਿੰਦੇ ਕਿ ਉਹਦੇ ਤੇ ਕਰਪਸ਼ਨ ਦਾ ਦਾਗ ਆ, ਅਸੀਂ ਇਹ ਨਹੀਂ ਕਹਿੰਦੇ ਕਿ ਉਹਨੇ ਅਸੂਲਾਂ ਦੀ ਗੱਲ ਨਹੀਂ ਕੀਤੀ, ਪਰ ਹਰ ਇੱਕ ਚੀਜ਼ ਜਦੋਂ ਇੱਕ ਮਸਲਾ ਪੰਜਾਬ ਇੱਕ ਅੱਗ ਦੇ ਉੱਤੇ ਬੈਠਾ ਹੈ, ਠੀਕ ਹੈ, ਤੁਸੀਂ ਉਸ ਚੀਜ਼ ਨੂੰ ਜਦੋਂ ਮੰਤਰੀ ਮੰਡਲ ਹੋਇਆ, ਬਣਿਆ ਮੰਤਰੀ ਮੰਡਲ, ਜਾਂ ਤਾਂ ਤੁਸੀਂ ਉਦੋਂ ਹੀ ਕਹਿ ਦਿੰਦੇ ਭਾਈ ਮੈਂ ਸੈਟਿਸਫਾਈਡ ਨਹੀਂ ਹੈਗਾ ਇਸ ਮੰਤਰੀ ਮੰਡਲ ਤੋਂ। ਉਸ ਤੋਂ ਇਹਨਾਂ ਦੀ ਸਾਰਿਆਂ ਦੀ ਸਹੀ ਸੀ ਜੀ, ਜਿੱਦੇ ਇਹਨਾਂ ਨੇ ਮਹਿਕਮੇ ਵੰਡੇ ਆ ਨਾ ਜੀ, ਉਹਦੇ ਇਹਨਾਂ ਦਾ ਆਪਸ ਵਿੱਚ ਵੰਡ ਵਿੱਚ ਜਿਹੜੇ ਆ ਨਾ ਜੀ, ਜਿਹੜੀਆਂ ਹਿੱਸੇ ਪੱਤੀਆਂ ਵਾਲਾ ਕੰਮ ਚੱਲਿਆ ਉਹ ਨਹੀਂ ਇਹ ਤੋਂ ਬਰਦਾਸ਼ਤ ਹੋਇਆ ਵੀ ਇਹ ਤੁਸੀਂ ਫੇਰ ਉਹ ਕੋਈ ਸ਼ੁਰੂ ਕਰਤਾ। ਮੈਂ ਇਹ ਮੇਰੇ ਹਜਮ ਨਹੀਂ ਹੋਈ ਗੱਲ, ਇਹ ਅਸਲੀਅਤ ਗੱਲ ਇਹੀ ਹੈ। ਔਰ ਤਾਂ ਹੀ ਇਹ ਹਤਾਸ਼ ਹੋ ਕੇ ਕਹਿੰਦਾ ਮੈਂ ਆਪਦੇ ਤੇ ਜਿਹੜਾ 3-4 ਮਹੀਨੇ ਦਾ ਟਾਈਮ ਸੀ, ਮੈਂ ਚਾਹੁੰਦਾ ਸੀ ਕਿ ਚਿਹਰਾ ਮੋਹਰਾ ਬਣਾਉਂਦੇ, ਮੇਰੀ ਜ਼ਿੰਮੇਵਾਰੀ ਨਹੀਂ। ਇੱਕ ਚੀਜ਼ ਤਾਂ ਦੇਖੋ ਕੱਲ ਵੀ ਡਿਸਕਸ, ਕੱਲ ਤੇ ਪਰਸੋਂ ਹੀ ਡਿਸਕਸ ਕੀਤੀ ਸੀ ਵੀ ਸਿੱਧੂ ਦੇ ਬਣਦਿਆਂ ਕਈ ਬੰਦੇ ਇਹ ਅੰਡਰਗਰਾਊਂਡ ਵੀ ਹੋ ਗਏ ਸੀ। ਕੰਸਲਟ ਵੀ ਨਹੀਂ ਨਾ ਜੀ ਕੀਤਾ ਜਾਂਦਾ, ਕਮ ਸੇ ਕਮ ਉਹਦੀ ਕੰਸਲਟ ਤਾਂ ਦੇਖੋ ਇਹ ਵੀ ਸਟੇਟ ਪ੍ਰੈਜ਼ੀਡੈਂਟ ਸੀਗਾ, ਉਹਦੇ ਕਰਕੇ ਸਾਰਾ ਕੁਝ ਹੋਇਆ ਨਹੀਂ। ਕਿਸੇ ਚ ਸੀਗੀ ਜ਼ਰੂਰਤ ਵੀ ਕੈਪਟਨ ਸਾਹਿਬ ਨੂੰ ਲਾਉਣ ਦੀ ਜਾਂ ਸੋਚ ਵੀ ਸਕਦੇ ਉਹਨਾਂ ਦੇ ਬਾਰੇ ਗੱਲ ਕਰਨ ਦੀ, ਔਰ ਉਹਨੂੰ ਇਹਨਾਂ ਨੇ ਕੰਸਲਟ ਵੀ ਨਹੀਂ ਕੀਤਾ, ਜਿਹੜੀਆਂ ਮੇਜਰ ਪੋਸਟਿੰਗ ਕੀਤੀਆਂ ਜੋ ਵੀ ਕੀਤਾ। ਇਹ ਵੀ ਇੱਕ ਸਵਾਲ ਹੈ ਕਿ
ਪਹਿਲਾਂ ਵੀ ਜੇਕਰ ਗੱਲ ਕਰੀਏ ਤਾਂ ਪਹਿਲਾਂ ਜਿਹੜੇ ਸੀਐਮ ਸੀ ਤਾਂ ਸੀਐਮ ਸਾਹਿਬ ਬੜੇ ਨਾਲ ਤੁਰੇ ਫਿਰਦੇ ਆ। ਇਹਨਾਂ ਨੂੰ ਪਤਾ ਹੋਣਾ ਚਾਹੀਦਾ ਸੀਗਾ ਕਿ ਪਾਰਟੀ ਚਲਾਉਣੀ ਤੇ ਸਰਕਾਰ ਚਲਾਉਣੀਆਂ ਦੋਹੇ ਫਰਕ ਹੁੰਦਾ ਹੈ। ਉਹ ਹੁਣ ਪੁਰਾਣੀਆਂ ਗੱਲਾਂ ਜੇ ਆਪਾਂ ਗੱਲ ਕਰੀਏ ਕਿ ਨਹੀਂ ਰਹੀਆਂ, ਪਾਰਟੀ ਪ੍ਰਧਾਨ ਅਲੱਗ ਆ, ਜੇ ਫਿਰ ਤਾਂ ਸੀਐਮ ਹੀ ਬਣ ਜਾਂਦੇ ਇਹਦੇ ਨਾਲ, ਜੇ ਐਂ ਪ੍ਰੋਕਸੀ ਸਰਕਾਰ ਚਲਾਉਣੀ ਸੀ ਤਾਂ ਇਹਨਾਂ ਨੂੰ ਵੀ ਤਾਂ ਇਹ ਕਿਹੜਾ ਅੱਜ ਦੇ ਨੇ, 2-3 ਵਾਰੀ ਐਮਪੀ ਰਹਿ ਗਏ ਨੇ, ਵੀ ਪ੍ਰੋਕਸੀ ਸਰਕਾਰ ਨਹੀਂ ਕਿਤੇ ਵੀ ਕੋਈ ਬੰਦਾ ਚਲਾ ਸਕਦਾ ਹੁੰਦਾ। ਠੀਕ ਹੈ, ਉਸ ਲੈਵਲ ਦੀ ਮੈਚਿਓਰਿਟੀ ਅਸੀਂ ਵੀ ਸਮਝਦੇ ਹਾਂ ਵੀ ਥੋੜਾ ਜਿਹਾ ਇਮੋਸ਼ਨਲ ਬੰਦੇ ਦਾ ਸੁਭਾਅ ਹੁੰਦਾ ਜਾਵੇ, ਪਰ ਉਹ ਜਦੋਂ ਉਹਦੀ ਜ਼ਮੀਰ ਦੇ ਉਲਟ ਮਤਲਬ ਨਹੀਂ ਕੰਟਰੋਲ ਤੋਂ ਹੋਇਆ, ਉਹਨਾਂ ਮੈਂ ਘਰੇ ਬਹਿ ਜਾਊਂਗਾ, ਮੈਂ ਕੋਈ ਕਿਸੇ ਗੱਲ ਤੇ ਕੰਪਰੋਮਾਈਜ਼ ਨਹੀਂ ਕਰਨਾ। ਜਿਹੜੀਆਂ ਇਹਨਾਂ ਨੂੰ ਵੀ ਇਸ਼ਾਰਾ ਠੀਕ ਆ ਸਮਝਣਾ ਚਾਹੀਦਾ ਸੀ, ਗਵਰਨਮੈਂਟ ਨੂੰ ਵੀ ਸਾਰੀ ਗੱਲ ਵੀ ਉਹਦੇ ਨਾਲ ਕੰਸਲਟ ਕਰ ਲੈਂਦੇ, ਉਹਨੂੰ ਗੁੱਡ ਫੇਥ 'ਚ ਲੈ ਲੈਂਦੇ, ਕਿਉਂਕਿ ਠੀਕ ਆ ਪ੍ਰੋਕਸੀ ਵਾਲੀ ਗੱਲ ਨਹੀਂ। ਭਾਵੇਂ ਚਿਹਰਾ ਮੋਹਰਾ ਤਾਂ ਇਸ ਟਾਈਮ ਕਾਂਗਰਸ ਦਾ ਉਹੀ ਸੀ ਨਾ ਜੀ, ਉਦੋਂ ਬਿਨਾਂ ਜੇ ਹੁਣ ਸਿੱਧੂ ਤੋਂ ਬਿਨਾਂ ਕੋਈ ਚਿਹਰਾ ਮੋਹਰਾ ਵੀ ਹੈ ਨਹੀਂ ਨਾ ਜੀ ਕਾਂਗਰਸ ਦਾ। ਉਹ ਦੇਖੋ ਜੀ ਲੋਕਾਂ ਦੇ ਵਿੱਚ ਬਹੁਤ ਜ਼ਿਆਦਾ ਹੈ ਜੀ, ਇਹ ਮੈਂ ਤੁਹਾਨੂੰ ਦੱਸ ਦੇਣਾ ਇਮਾਨਦਾਰੀ ਨਾਲ। ਦੇਖੋ ਮੈਂ ਇਸ ਚੀਜ਼ ਦੇ ਉੱਤੇ ਕੋਈ, ਮੇਰੀ ਗੱਲ ਸੁਣੋ ਜੀ, ਇਸ ਕਿੰਤੂ ਪਰੰਤੂ ਅਸੀਂ ਕਰਦੇ ਨਹੀਂ, ਤਾਂ ਇਹ ਤਾਂ ਚਰਚਾਵਾਂ ਹੋ ਰਹੀਆਂ ਨੇ। ਹਾਂਜੀ ਹਾਂਜੀ, ਨਹੀਂ ਤਾਂ ਫਿਰ ਚਰਚਾ ਹੀ ਕਿਉਂ ਕਰੇ ਕੋਈ ਅਗਲਾ? ਨਹੀਂ ਚਰਚਾ ਤਾਂ ਹੋਣੀ ਚਾਹੀਦੀ ਹੈ ਜੀ, ਤਾਂ ਹੀ ਮੱਖਣ ਰਿੜਕੇ ਹੀ ਪਾਣੀ ਤੋਂ ਮੱਖਣ ਨਿਕਲਦਾ ਆਉਂਦਾ ਗੱਲ। ਬਿਲਕੁਲ ਜੀ ਜੀ, ਆਪਣੇ ਇਸ਼ਵਿੰਦਰ ਜੀ ਸਰਪੰਚ ਸਾਹਿਬ ਦੀ ਗੱਲ ਤੋਂ ਬਾਅਦ ਆਪਾਂ ਮੈਨੂੰ ਇੱਕ ਚੀਜ਼ ਨਾ ਕਾਫੀ ਜ਼ਿਆਦਾ ਜਿਹੜੀ ਹੈਗੀ ਹੈ ਰੜਕਦੀ ਕੀ ਹੈਗੀ ਆ, ਅਸੀਂ ਨਾ ਬਹੁਤ ਜ਼ਿਆਦਾ ਜਜ਼ਬਾਤੀ ਹੋ ਜਾਂਦੇ ਆ ਬੰਦਿਆਂ ਪਿੱਛੇ। ਏਦਾਂ ਹੀ ਮੈਂ ਮਨਪ੍ਰੀਤ ਪਿੱਛੇ ਹੁੰਦੇ ਦੇਖੇ ਬੰਦੇ, ਔਰ ਏਦਾਂ ਹੀ ਮੈਂ ਕੇਜਰੀਵਾਲ ਪਿੱਛੇ ਹੁੰਦੇ ਦੇਖੇ ਨੇ ਬੰਦੇ। ਪਹਿਲੀ ਗੱਲ ਹੈ ਕਿ ਏਜੰਡੇ ਨਾਲ ਮੈਂ ਤੇ ਸ਼ਾਇਦ ਆਨੇ ਵਾਲੀ ਹੁਣੇ ਵੀ ਸਹਿਮਤ ਨੇ ਕਿ ਉਹਨੇ ਜਿਹੜਾ ਸਵਾਲ ਚੁੱਕਿਆ ਨਿਯੁਕਤੀਆਂ ਵਾਲਾ ਉਹ ਜਾਇਜ਼ ਆ, ਇਹ ਮੰਨਦੇ। ਇਹ ਤਾਂ ਅਸੀਂ ਕਹਿੰਦੇ ਤੁਸੀਂ ਬਾਰ-ਬਾਰ ਬਹੁਤ ਹੁਣ ਜਿਹੜੇ ਸਾਡੇ ਸਰੋਤੇ ਬੋਲ ਰਹੇ ਨੇ ਉਹਦੀ ਗੱਲ ਕਹਿ ਕੇ ਬੋਲ ਰਹੇ ਨੇ, ਜਿਵੇਂ ਮਤਲਬ ਉਹਦੀ ਗੱਲ 'ਚ ਆਪਣੀ ਗੱਲ ਕਹਿਣਾ ਚਾਹੁੰਦੇ ਹੁਣ। ਦੇਖੋ ਤੁਸੀਂ ਜੋ ਆਏ ਮੰਨਦੇ ਤਾਂ ਬੰਦਾ ਇਮਾਨਦਾਰ ਆ ਜੀ, ਨਹੀਂ ਰੁਪਏ ਦੀ ਨੌਕਰੀ ਛੱਡਤੀ ਜੀ ਫਲਾਨਾ ਜੀ, ਇਹੋ ਜਿਹੀਆਂ ਬਥੇਰੀਆਂ ਧਾਰਨਾ। ਕੱਲੀ ਆਪਣੇ ਆਪ ਜਿਹੜੀ ਇਮਾਨਦਾਰੀ ਤੇ ਬੇਈਮਾਨੀ ਕੀ ਹੁੰਦੀ ਹੈ, ਬੇਈਮਾਨੀ ਇਮਾਨਦਾਰੀ ਆਪਣੇ ਆਪ 'ਚ ਨਹੀਂ ਹੁੰਦੀ, ਸਾਡੇ ਸਿਸਟਮ 'ਚ ਪਈ ਹੁੰਦੀ ਹੈ। ਜਿਹੜੇ ਹੁਣ ਨਾ ਜਿਵੇਂ ਪਹਿਲਾਂ ਕਈ ਕੇਜਰੀਵਾਲ ਆਇਆ ਜਾਂ ਅੰਨਾ ਹਜ਼ਾਰੇ ਆਇਆ, ਜੇ ਅਸੀਂ ਕਰਪਸ਼ਨ ਖਤਮ ਕਰਨੀ ਆ, ਜਿਹੜਾ ਸਭ ਤੋਂ ਵੱਡਾ ਸਵਾਲ ਵੀ ਕਰਪਸ਼ਨ ਹੈ ਕਿੱਥੇ ਹੈ? ਕਰਪਸ਼ਨ ਤੁਹਾਡੇ ਸਿਸਟਮ 'ਚ ਪਈ ਹੈ ਤੇ ਤੁਸੀਂ ਬੈਠੇ ਕਾਂਗਰਸ ਪਾਰਟੀ 'ਚੋਂ ਬਈ, ਤੁਸੀਂ ਫਿਰ ਤੁਸੀਂ ਕਹੋ ਮੈਂ ਕਰਪਸ਼ਨ ਖਤਮ ਕਰਨੀ ਹੈ। ਕਾਂਗਰਸ ਪਾਰਟੀ ਤਾਂ ਆਪ ਉਹੀ ਚੀਜ਼ 'ਚ ਮੁਲਵਿਸ ਹੈਗੀ ਹੈ, ਉਹ ਜੇ ਤੁਸੀਂ ਕਿਵੇਂ ਕਰੋਗੇ? ਦੂਜੀ ਹੁਣ ਸਿੱਧੂ ਦਾ ਇੱਕ ਵਾਰ ਸਾਰੇ ਕਰੈਕਟਰ ਤੇ ਝਾਤ ਮਾਰੋ, ਪੋਲੀਟੀਕਲ ਕਰੈਕਟਰ ਦੇ ਉੱਤੇ। ਜਨਾਬ ਜੀ ਪੈਰਾਸ਼ੂਟ ਰਾਹੀਂ ਬੀਜੇਪੀ ਦੇ ਵਿੱਚ ਆਏ, ਬੀਜੇਪੀ ਦੇ ਵਿੱਚ ਆ ਕੇ ਇਹਨਾਂ ਦੀ ਬੋਲਬਾਣੀ ਦੇਖੋ, ਮਤਲਬ ਇਹ ਦੂਜਾ ਪੱਖ ਹੈ ਜਿਹੜਾ ਮੈਂ ਤੁਹਾਨੂੰ ਦਿਖਾਉਣ ਲੱਗਿਆ, ਉਹ ਬਾਕੀ ਫੈਸਲਾ ਬਾਅਦ ਕਰ ਲਿਓ। ਫਿਰ ਆ ਕੇ ਉਹਨਾਂ ਨੇ ਜਿਹੜਾ ਹੈਗਾ ਉਦਾਂ ਹੀ ਤੂੰ ਬੋਲਣ ਵਾਲੀ ਉਹਨਾਂ ਦੀ ਲੈਂਗੁਏਜ, ਗੁਜਰਾਤ ਗਏ ਇੱਕ ਟੋਲ ਪਲਾਜ਼ੇ ਤੇ ਪੰਗਾ ਪਾ ਕੇ ਬਹਿ ਗਏ, ਠੀਕ ਹੈ। ਤੇ ਇਹ ਤੋਂ ਬਾਅਦ ਵਿੱਚ ਕੈਪਟਨ 2013 ਚ ਕੈਪਟਨ ਬਾਰੇ ਇੱਕ ਬੜੀ ਗੰਦੀ ਗੱਲ ਕੱਢੀ, ਡੇ ਐਂਡ ਨਾਈਟ ਨੇ ਚਲਾਈ ਸੀ, ਤੁਹਾਨੂੰ ਯਾਦ ਹੋਣਾ ਹੈ। ਤੇ ਫਿਰ ਉਹ ਤੋਂ ਬਾਅਦ ਵਿੱਚ ਮੇਰੀ ਚੱਲੇ ਇਹ ਪੋਜੀਸ਼ਨ ਆ। ਫਿਰ ਜਦੋਂ ਉੱਥੋਂ ਨਿਕਲਣਾ ਸੀਗਾ, ਜਦੋਂ ਇਹਨਾਂ ਨੇ ਕਿਹਾ ਵੀ ਰਾਜ ਸਭਾ ਦੇ ਵਿੱਚੋਂ ਜੀ ਰਿਜ਼ਾਈਨ ਦਿੱਤਾ, ਇਹਨਾਂ ਨੇ ਆਵਾਜ਼ ਦੇ ਪੰਜਾਬ ਮੰਚ ਬਣਾਇਆ ਬੈਂਸ ਬ੍ਰਦਰ ਨਾਲ ਮਿਲ ਕੇ, ਤੇ ਉਹ ਚਲਾ ਲੈਂਦੇ। ਫਿਰ ਮਤਲਬ ਉਹ ਫਿਰ ਲੱਗਿਆ ਕਿ ਨਹੀਂ ਹੁਣ ਮੇਰੀ ਕਾਂਗਰਸ ਵਿੱਚ ਗੱਲਬਾਤ ਸ਼ਾਇਦ ਬਣ ਜੂਗੀ, ਫਿਰ ਕਾਂਗਰਸ ਵਿੱਚ ਆਏ, ਕਿਉਂਕਿ ਡਿਪਟੀ ਸੀਐਮ ਦਾ ਇਹਦੇ ਨਾਲ ਹੋ ਗਈ ਸੀਗੀ ਹਾਈ ਕਮਾਂਡ ਨਾਲ। ਪਰ ਉਦੋਂ ਕਾਂਗਰਸ ਨੂੰ ਸੀਗਾ ਵੀ ਠੀਕ ਹੈ ਕਿ 60 ਸੀਟਾਂ ਆਉਣੀਆਂ ਨੇ, ਕਿਉਂਕਿ ਆਮ ਆਦਮੀ ਪਾਰਟੀ ਦੀ ਹਵਾ ਸੀਗੀ, ਸੀਟਾਂ ਜ਼ਿਆਦਾ ਆ ਗਈਆਂ। ਉਦੋਂ ਫਿਰ ਕਿਹਨੇ ਸਿੱਧੂ ਨੂੰ ਪੁੱਛਣਾ, ਫਿਰ ਮਤਲਬ ਇਹਨੂੰ ਡਿਪਟੀ ਸੀਐਮ ਵਾਲਾ ਕੰਮ ਚੱਕਿਆ ਗਿਆ। ਫਿਰ ਉਸ ਤੋਂ ਬਾਅਦ ਵਿੱਚ ਸੀਗਾ ਵੀ ਮੇਰੇ ਮੁਤਾਬਕ ਕੰਮ ਹੋਵੇ, ਮੇਰੇ ਮੁਤਾਬਕ ਹੋਵੇ। ਹੁਣ ਜਦੋਂ ਚਲੋ ਮੰਨਿਆ ਵੀ ਭਾਈ ਤੇਰੇ ਕੋਲ ਕੋਈ ਵੱਖਰਾ ਵਿਜ਼ਨ ਹੋਊਗਾ, ਅਜੇ ਤੱਕ ਉਹਨਾਂ ਨੇ ਵਿਜ਼ਨ ਨਹੀਂ ਦੱਸਿਆ। ਇਹ ਤਾਂ ਦੱਸੀ ਗਏ ਨੇ ਵੀ ਆਹ ਪ੍ਰੋਗਰਾਮ ਨੇ ਮੇਰੇ ਕੋਲ, ਪਰ ਉਹ ਪ੍ਰੋਗਰਾਮ ਲਾਗੂ ਕਿਵੇਂ ਹੋਣਗੇ? ਕਿਉਂਕਿ ਤੁਹਾਨੂੰ ਦਿਖਾਉਣਾ ਪੈਂਦਾ ਪਹਿਲਾਂ। ਅੱਛਾ ਜ਼ਮੀਨ ਉੱਤੇ ਤੁਸੀਂ ਕਿਹੜਾ ਕੰਮ ਤਿਆਰ ਕੀਤਾ? ਤੁਸੀਂ ਜਦੋਂ ਆਪਣੇ ਹਲਕੇ ਵਿੱਚ ਸੀ, ਉੱਥੇ ਹਲਕੇ ਚੰਗੀ ਤਰ੍ਹਾਂ ਨਹੀਂ ਵੜਦੇ ਸੀਗੇ ਤੁਸੀਂ। ਉੱਥੇ ਜਿਹੜਾ ਉਹ ਰੇਲਵੇ ਕਾਂਡ ਹੋਇਆ ਸੀ, ਤੁਹਾਨੂੰ ਯਾਦ ਹੋਣਾ, ਹਾਦਸਾ ਹੋਇਆ, ਉਹਦੇ ਉੱਥੇ ਦੇ ਪੀੜਤਾਂ ਦੇ ਪਰਿਵਾਰ ਅਜੇ ਤੱਕ ਤੁਹਾਡੇ ਨਾਲ ਗੁੱਸੇ ਹੈਗੇ ਨੇ। ਸੋ ਇਮਾਨਦਾਰੀ ਹੀ, ਕੋਈ ਬੰਦਾ ਕਹਿੰਦੇ ਇਮਾਨਦਾਰ ਤਾਂ ਦੇਖੋ ਵਾਜਪੇਈ ਵੀ ਬਥੇਰਾ ਸੀਗਾ, ਪਰ ਉਹ ਕਿਹੜੀ ਪੋਲਿਟਿਕਸ ਸੀ ਉਹਦੀ? ਇਸੇ ਤਰ੍ਹਾਂ ਤੁਹਾਡੀ ਪੋਲਿਟਿਕਸ ਕਿਹੜੀ ਹੈ? ਪੰਜਾਬ ਨੇ ਪਹਿਲਾਂ ਵੀ ਮਨਪ੍ਰੀਤ ਵੇਲੇ ਵੀ ਜਜ਼ਬਾਤੀ ਹੋਇਆ ਸੀਗਾ, ਕੇਜਰੀਵਾਲ ਵੇਲੇ ਵੀ ਜਜ਼ਬਾਤੀ ਹੋਇਆ, ਬਾਅਦ ਵਿੱਚ ਪੰਜਾਬ ਦੇ ਲੋਕ ਰੋਏ ਵੀ ਬਹੁਤ ਸੀਗੇ। ਕਿਉਂਕਿ ਪ੍ਰੋਬਲਮ ਕੀ ਹੈ ਕਿ ਬੇਸਿਕਲੀ ਪ੍ਰੋਬਲਮ ਇਹ ਨਾ ਪੰਜਾਬ ਬਿਮਾਰ ਹੈ। ਉਹ ਨਾ ਜਿੱਥੇ ਮਰਜੀ ਤੁਸੀਂ ਦੇਖੋ, ਸੜਕ ਦੇ ਉੱਤੇ ਖੜੇ ਵੈਦ ਨੂੰ ਵੀ ਹੱਥ ਤੇ ਨਬਜ਼ਾਂ ਦਿਖਾਈ ਜਾਂਦਾ ਪੰਜਾਬ ਤਾਂ। ਅਸੀਂ ਨਾ ਅਵਤਾਰਵਾਦ ਦੀ ਜਿਹੜੀ ਭਾਵਨਾ ਨਾ ਵੀ ਇੱਕ ਬੰਦਾ ਆ ਕੇ ਸਾਡੀਆਂ ਸਮੱਸਿਆਵਾਂ ਹੱਲ ਕਰ ਦੂਗਾ, ਉਹ ਨਹੀਂ ਹੁੰਦਾ। ਲੀਡਰ ਮਾਸ ਸਟਰਗਲ ਚੋਂ ਪੈਦਾ ਹੁੰਦੇ ਤੇ ਮਾਸ ਸਟਰਗਲ ਵਾਲੇ ਲੀਡਰ ਨਹੀਂ ਹੈਗੇ। ਅੱਜ ਜਿਹੜੇ ਮਾਸ ਸਟਰਗਲ ਜੇ ਪਿੰਡਾਂ ਜਾ ਕੇ ਦੇਖਣਾ, ਉਹ ਤਾਂ ਕਿਸਾਨ ਅੰਦੋਲਨ ਦੇ ਨੂੰ ਉਡੀਕ ਰਹੇ ਨੇ ਵੀ ਇੱਥੋਂ ਕੁਛ ਨਿਕਲੂਗਾ, ਠੀਕ ਹੈ। ਜਿਹੜਾ ਹੁਣ ਸਿੱਧੂ ਬਣਾ ਫਲਾਨਾ ਡਰਾਮਾ ਇਹ ਆਪਣੇ ਚੰਡੀਗੜ੍ਹ ਚੱਲ ਰਿਹਾ, ਆਪਣੇ ਪੱਤਰਕਾਰੀ ਦੇ ਗਲਿਆਰਿਆਂ ਚੱਲ ਰਿਹਾ, ਜੇ ਇਹਨਾਂ ਪਾਰਟੀਆਂ 'ਚ ਚੱਲ ਰਿਹਾ, ਪਰ ਲੋਕਾਂ ਜਾ ਕੇ ਦੇਖੋ ਨਾ ਕੀ ਚੱਲ ਰਿਹਾ ਪਿੰਡਾਂ ਦੇ ਵਿੱਚ, ਤਾਂ ਕੁਛ ਹੋਰ ਹੀ ਚੱਲ ਰਿਹਾ ਵਾ। ਪਿੰਡਾਂ 'ਚ ਬਹੁਤ ਕੁਛ ਚੱਲ ਰਿਹਾ, ਹੋਰ ਕੁਛ ਚੱਲ ਰਿਹਾ ਪਿੰਡਾਂ ਦੇ ਵਿੱਚ। ਤਾਂ ਅੰਦੋਲਨ ਦਾ ਪੂਰੀ ਚਰਮ ਸੀਮਾ ਤੇ ਕਈ ਪਿੰਡਾਂ 'ਚ ਬੈਨਰ ਲੱਗੇ ਹੋਏ ਵੀ ਪੋਲੀਟੀਕਲ ਪਾਰਟੀਆਂ ਨਾ ਬਣਨ, ਆ ਕੇ
ਜੇ ਤਾਂ ਨਾ ਹੁੰਦਾ ਤਾਂ ਹਰ ਵਾਰ ਕਿਸਾਨ ਅੰਦੋਲਨ ਨੂੰ ਤਕੜਾ ਹਮਾਇਤ ਨਹੀਂ ਮਿਲਦੀ। ਸੋ ਅਸੀਂ ਲੀਡਰਾਂ ਨੂੰ ਨਾ ਐਂ ਦੇਖ ਲੈਂਦੇ ਵੀ ਇੰਨੇ ਦੀ ਕਰੋੜ ਦੀ ਨੌਕਰੀ ਛੱਡ ਕੇ ਤਾਂ ਕੇਜਰੀਵਾਲ ਨੇ ਵੀ ਬਥੇਰੇ ਦਾਅਵੇ ਕੀਤੇ ਸੀਗੇ। ਸਵਾਲ ਇਹ ਹੈ ਕਿ ਤੁਸੀਂ ਆਲਟਰਨੇਟ ਪੋਲਿਟਿਕਸ ਕਿਹੜੀ ਦੇ ਰਹੇ ਹੋ? ਜੇ ਆਹੀ ਦੇ ਰਹੇ ਹੋ ਜ਼ਿੰਮੇਵਾਰੀ ਤੋਂ ਭੱਜਣ ਵਾਲੀ, ਚੰਗਾ ਜੇ ਮੇਰੀ ਨਹੀਂ ਮੰਨਦੇ ਮੈਂ ਰੁੱਸ ਜਾਣਾ। ਸਭ ਤੋਂ ਵੱਡਾ ਲੀਡਰ ਦੇ ਵਿੱਚ ਗੁਣ ਹੁੰਦਾ ਵੀ ਉਹ ਯੂਨਾਈਟ ਕਰ ਸਕਣਾ, ਲੋਕਾਂ ਨੂੰ ਸਾਰਿਆਂ ਨੂੰ ਵੱਖ-ਵੱਖ ਤਰ੍ਹਾਂ ਦੇ ਨਾਲ ਲੈ ਕੇ ਚੱਲ ਸਕਣਾ, ਤੇ ਫਿਰ ਉਹ ਤੋਂ ਬਾਅਦ ਵਿੱਚ ਆਪਣੀ ਗੱਲ ਵੀ ਗੱਲ ਉਹੀ ਆ ਗਈ ਨਾ ਜੀ। ਹੁਣ ਤੁਹਾਨੂੰ ਜ਼ਿੰਮੇਵਾਰੀ ਦਿੱਤੀ ਹੈ, ਜ਼ਿੰਮੇਵਾਰੀ ਮਿਲੀ ਹੈ ਤਾਂ ਤੁਸੀਂ ਨਿਭਾਓ। ਮੰਦੇ ਚੰਗੇ ਦਿਨਾਂ ਚੋਂ ਨਿਕਲੋ, ਲੜਾਈ ਨਾ ਪਾਓ, ਸਗੋਂ ਉਹਨੂੰ ਕੰਟਰੋਲ। ਇਹੀ ਤਾਂ ਐਡਮਿਨਿਸਟ੍ਰੇਸ਼ਨ ਹੈ, ਇਹੀ ਤਾਂ ਇੱਕ ਚੀਜ਼ ਹੈ, ਇਹੀ ਤਾਂ ਤੁਹਾਡੇ 'ਚ ਕਾਬਲੀਅਤ ਹੈ ਵੀ ਵਿਗੜੇ ਚੀਜ਼ਾਂ ਨੂੰ ਜੇ ਤੁਸੀਂ ਐਂ ਕਹਿ ਰਹੇ ਮੇਰੀ ਨਹੀਂ ਚੱਲੀ ਤਾਂ ਫਿਰ ਤਾਂ ਗੱਲ ਹੀ ਖਤਮ ਹੈ। ਫਿਰ ਚੱਲੀ ਅੱਗੇ ਕਿਹਦੀ ਸੀ ਇਹ ਵੀ ਦੱਸ ਦਿਓ। ਮੇਨ ਮਸਲਾ ਇਹੀ ਹੈ ਨਾ ਵੀ ਤੁਸੀਂ ਆਪਣੀ ਚੰਮਦੀਆਂ ਚਲਾਉਣੇ ਚਾਹੁੰਦੇ ਹੋ। ਅੱਛਾ ਡੈਮੋਕ੍ਰੇਸੀ 'ਚ ਜਿਹੜਾ ਕੋਈ ਵੀ ਸੁਹਿਰਦ ਲੀਡਰ ਆ ਕਦੇ ਵੀ ਅੱਛਾ ਫਿਰ ਤੁਸੀਂ ਦੂਜੀ ਗੱਲ ਹੈ ਇਹਨਾਂ ਦਾ ਸਟਾਈਲ, ਬੋਲਬਾਣੀ, ਉਹ ਜਦੋਂ ਪ੍ਰਧਾਨਗੀ ਦਾ ਉਹਦਾ ਸਾਹਮਣਾ ਸੀ ਉਦੋਂ ਜਿਵੇਂ ਕ੍ਰਿਕਟ ਦੀ ਬੱਲੇਬਾਜ਼ੀ ਕਰਦਾ ਹੁੰਦਾ ਉਦਾਹਰਨ, ਤੁਹਾਨੂੰ ਆਪਣੇ ਸਾਰੇ ਸਟਾਈਲ ਫੁਕਰਾਪੰਥੀ ਬਦਲਣੀ ਪੈਣੀ ਆ। ਤਾਂ ਤੁਸੀਂ ਉਹ ਗੱਲਾਂ ਪਤਾ ਬਥੇਰੀਆਂ ਗੱਲਾਂ ਦਾ ਕੜਾ ਤਾਂ ਬਥੇਰਿਆਂ ਨੂੰ ਕਰਨਾ ਆਉਂਦਾ। ਮੋਦੀ ਵੀ ਗੱਲਾਂ ਬਹੁਤ ਕਰਦਾ ਹੈਗਾ, ਗੱਲਾਂ ਇੱਥੇ ਕਰਨ ਵਾਲੇ ਬਥੇਰੇ ਆਏ ਹੈਗੇ ਨੇ। ਜਦੋਂ ਗੁਫ਼ਤਾਰ ਦੇ ਗਾਜ਼ੀ ਤਾਂ ਬਣ ਗਏ, ਅਮਲ ਦੇ ਗਾਜ਼ੀ ਕਦੋਂ ਬਣੋਗੇ ਇਹ ਸਵਾਲ ਹੈਗਾ ਵਾ। ਅਮਲ ਤੁਸੀਂ ਇੱਕ ਤਾਂ ਚੀਜ਼ ਦੱਸੋ ਨਾ, ਕਿਉਂਕਿ ਤੁਸੀਂ ਗਰਾਊਂਡ 'ਚੋਂ ਆਏ ਨਹੀਂ ਹੈਗੇ। ਤੁਸੀਂ ਐਂ ਦੱਸੋ ਵੀ ਕੰਮ ਹੋਊ ਕਿਵੇਂ? ਜਿਹੜੇ ਪ੍ਰੋਗਰਾਮ ਤੁਸੀਂ ਦੇ ਰਹੇ ਹੋ ਉਹਨਾਂ ਬਾਰੇ ਦੱਸੋ ਵੀ ਅਮਲ 'ਚ ਕਿੱਦਾਂ ਹੋਣਗੇ। ਉਹਦੇ ਬਾਰੇ ਅਜੇ ਤੱਕ ਭਾਈ ਸਾਹਿਬ ਨੇ ਕੁਝ ਨਹੀਂ। ਜੀ ਅੱਗੇ ਵੱਧਦੇ ਹਾਂ ਜੀ, ਗੱਲ ਲੰਮੀ ਚੱਲਦੀ ਜਾਂਦੀ ਹੈ ਤੇ ਆਪਾਂ ਸਰਦਾਰ ਕਰਤਾਰ ਸਿੰਘ ਸਿੱਖ ਵਾਲਾ ਤੁਸੀਂ ਆਉਣੇ ਰੋ ਜੀ। ਦਾਨੇ ਵਾਲੇ ਸਾਹਿਬ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸ਼ਿਵਿੰਦਰ ਜੀ ਸਤਿ ਸ਼੍ਰੀ ਅਕਾਲ। ਜੀ ਸਤਿ ਸ਼੍ਰੀ ਅਕਾਲ। ਮੈਂ ਤਾਂ ਇੱਕ ਕਮੈਂਟ ਹੀ ਲੈਣਾ ਵੀ ਇਮਾਨਦਾਰ ਦਾ ਸਾਥ ਸਿਮਰਜੀਤ ਸਿੰਘ ਮਾਨ ਵੀ ਬਹੁਤ ਹੈ। ਤੇ ਅੱਜ ਮੇਰੀ ਜਿਹੜੀ ਸਥਿਤੀ, ਮੇਰੀ ਆਪਦੀ ਸੋਚ ਮੁਤਾਬਕ ਤਾਂ ਇਹ ਆ ਵੀ ਮਾਨ ਦੇ ਵਿੱਚ ਤੇ ਸਿੱਧੂ ਦੇ ਵਿੱਚ ਕੋਈ ਫਰਕ ਨਹੀਂ ਲੱਗ ਰਿਹਾ। ਜੋ ਸਥਿਤੀ ਬਣੀ ਵੀ ਹੈ ਚਾਹੇ ਕੁਛ ਵੀ ਹੈ, ਗੱਲ ਉਹੋ ਹੀ ਗੱਲਾਂ, ਉਵੇਂ ਲੱਛਣ, ਉਹੋ ਹੀ ਗੱਲਾਂ। ਮਾਨ ਸਾਹਿਬ ਨੂੰ ਹੀ ਲੋਕਾਂ ਨੇ ਸਾਰੇ ਪੰਜਾਬ ਦੀ ਕਿਹੜਾ ਵਾਗਡੋਰੀ ਦੇਤੀ, ਸਾਰਾ ਕੁਝ ਦਿੱਤਾ ਸੀਗਾ। ਹਾਂਜੀ, ਉਹ ਸਹੁੰ ਹੀ ਨਹੀਂ ਚੱਕੀ, ਉੱਥੋਂ ਹੀ ਭੱਜੇ ਆਏ ਸੀਗੇ। ਤੇ ਉਹ ਸਥਿਤੀ ਅੱਜ ਸਿੱਧੂ ਸਾਹਿਬ ਕਰ ਰਹੇ ਆ। ਸੋ ਇੰਨੇ ਮੈਂ ਤਾਂ ਇੰਨਾ ਹੀ ਬੇਨਤੀ ਕਰਨੀ ਜੀ। ਬਹੁਤ 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 ਤੁਸੀਂ ਚੰਗਾ ਐਗਜ਼ਾਮਪਲ ਦਿੱਤਾ। ਹੁਣ ਗੱਲ ਕਰੀਏ ਜੀ, ਅੱਗੇ ਚੱਲੀਏ। ਆਪਾਂ ਕਾਂਗਰਸ ਦੀ ਹੀ ਗੱਲ ਕੀਤੀ ਹੈ। ਕਨ੍ਹਈਆ ਕੁਮਾਰ ਤੇ ਜਗਨੇਸ਼ ਜੁਆਇਨ ਕਰ ਗਏ ਨੇ। G23 ਜਿਹੜੇ ਨੇ ਉਹਨਾਂ ਦੀ ਵੀ ਜਿਹੜੀ ਹੈ ਹੋ ਰਹੀ ਹੈ। ਕਪਿਲ ਸਿੱਬਲ ਬੋਲਿਆ, ਉਹਦੇ ਘਰ ਅੱਗੇ ਪ੍ਰਦਰਸ਼ਨ ਹੋ ਰਿਹਾ। ਕਾਂਗਰਸ ਵਿੱਚ ਸਭ ਕੁਝ। ਫਿਰ ਉਹੀ ਗੱਲ, ਕਨ੍ਹਈਆ ਕੁਮਾਰ ਤੇ ਜਗਨੇਸ਼, ਇਹਦੀ ਐਂਟਰੀ ਕਿਵੇਂ ਲੈ ਕੇ ਚੱਲਦੇ ਹੋ? ਨਹੀਂ, ਪਹਿਲਾਂ ਇੱਕ ਹੋਰ ਕਾਲ ਲੈ ਲਈਏ ਫਿਰ ਅੱਗੇ ਚੱਲਦੇ ਹਾਂ ਜੀ। 98 149 ਤੇ ਆਉਣੇ ਰੋ ਜੀ। ਸਤਿ ਸ਼੍ਰੀ ਅਕਾਲ ਜੀ ਲਖਵਿੰਦਰ ਜੀ। ਹਾਂਜੀ ਭਾਈ, ਮੈਂ ਗੱਲ ਇਹ ਕਰਦਾ ਵੀ ਯਾਰ ਪਤਾ ਗੱਲ ਕੀ ਹੈ, ਇਹਦਾ ਸਾਥੀ ਨੂੰ ਇੱਕ ਪਾਸੇ ਦਿੰਦੇ ਆ, ਦੁਨੀਆ ਨੂੰ ਹੈਗੇ ਦੋ ਪਾਸੇ ਦਿੰਦੇ। ਜੇ ਅੱਜ ਸਿੱਧੂ ਅੱਜ ਨਾ ਬੋਲਦਾ, ਨਾ ਅਸਤੀਫਾ ਦਿੰਦਾ, ਚਲੋ ਨਾ ਬੋਲਦਾ, ਫਿਰ ਕਹਾਂ ਉਦੋਂ ਕਿਉਂ ਨਹੀਂ ਬੋਲਿਆ ਜਦੋਂ ਗਲਤ ਹੋ ਰਿਹਾ ਸੀਗਾ। ਇਹ ਬੋਲਿਆ ਦੂਜੇ ਪਾਸੇ ਹੋ ਗਿਆ ਆ। ਤੇ ਮੈਨੂੰ ਇਹ ਨਹੀਂ ਸਮਝ ਆਉਂਦਾ ਵੀ ਜਿਹੜੀ ਗੱਲ ਨੂੰ ਲੈ ਕੇ ਕੈਪਟਨ ਨੂੰ ਲੱਭਣਾ ਸੀਗਾ, ਇਹਦਾ ਮਸਲਾ ਮੈਨੂੰ ਇਹ ਗੱਲ ਦੱਸੋ। ਸਿੱਧੂ ਦੇ ਦੁਆਲੇ ਲੱਤਾਂ ਕਹਿ ਕੇ ਪਾਰਟੀਆਂ ਦਾ ਮੈਨੂੰ ਪਤਾ, ਸਿੱਧੂ ਨੂੰ ਬਦਨਾਮ ਕਰਾਂ। ਬੰਦੇ ਦਾ ਮਕਸਦ ਬਿਲਕੁਲ ਸਹੀ ਹੈ। ਜਿਹੜੀ ਗੱਲ ਅਸੀਂ ਵੀ ਸੋਚ ਰਹੇ ਆ, ਕੇਜਰੀਵਾਲ ਸਾਨੂੰ ਨਹੀਂ ਮਨਜ਼ੂਰ, ਬਾਹਰ ਲਾਤਾ। ਜੇ ਸਿੱਧੂ ਗੱਲ ਕਰਦਾ ਤਾਂ ਸਿੱਧੂ ਦੇ ਦੁਆਲੇ ਹੋ ਜਾਂਦੇ ਆ ਮੈਂਟੋਮੈਂਟੀ ਕਰੀਏ ਦੇ ਕੱਪੇ ਅੱਗੇ ਪਹਿਲਾਂ ਤਾਂ ਲੀਹ ਦੇ ਜਿੱਦਾਂ ਆਊਗਾ। ਜੇ ਬੰਦਾ ਸਟਾਰਟ ਨਹੀਂ ਹੋਇਆ, ਮੈਂ ਤਾਂ ਸਿੱਧੂ ਦੇ ਨਾਲ ਆ ਭਾਜੀ। 100% ਮੈਂ ਸਿੱਧੂ ਦੀ ਐਨ ਗੱਲ ਦੇ ਨਾਲ ਸਹਿਮਤ ਆ ਆਪਾਂ ਦਾ ਜੀ। ਧੰਨਵਾਦ। ਮੇਰੇ ਵਰਗੇ ਬਹੁਤ ਜ਼ਿਆਦਾ ਆ ਜੀ। ਮਿਹਰਬਾਨੀ ਜੀ, ਮਿਹਰਬਾਨੀ ਲਿਖਣ। ਬਿਲਕੁਲ ਜੀ, ਬਾਹਰੋਂ ਸਿੱਧੂ ਦੇ ਜਿਵੇਂ ਕੇਜਰੀਵਾਲ ਨੂੰ ਸਪੋਰਟ ਮਿਲ ਰਹੀ ਸੀ, ਉਵੇਂ ਸਿੱਧੂ ਨੂੰ ਵੀ ਬਾਹਰੋਂ ਬਹੁਤ ਸਪੋਰਟ ਮਿਲ ਰਹੀ ਹੈ ਸਾਰੇ ਪਾਸਿਆਂ ਤੋਂ। ਹੁਣ ਕਨ੍ਹਈਆ ਤੇ ਜਗਨੇਸ਼ ਦੀ ਗੱਲ ਕਰੀਏ, ਕਪਿਲ ਸਿੱਬਲ ਦੀ ਗੱਲ ਕਰੀਏ। ਦੇਖੋ, ਪਹਿਲਾਂ ਕਪਿਲ ਸਿੱਬਲ ਦਾ ਜਿਹੜਾ ਇਹਨਾਂ ਦਾ 23 ਬਣਾਇਆ ਹੋਇਆ ਨਾ, ਇਹਦੇ ਵਿੱਚ ਗੱਲ ਇਹ ਕਿ ਉਹ ਇਹਨਾਂ ਕੁਛ ਲੀਡਰ ਨੇ ਜਿਹੜੇ ਕਾਂਗਰਸ ਉੱਤੇ ਦੇ ਕੰਮਕਾਜ ਦੇ ਉੱਤੇ ਸਵਾਲ ਉਠਾ ਰਹੇ ਨੇ। ਖਾਸ ਕਰਕੇ ਉਹਨਾਂ ਨੂੰ ਜਿਹੜਾ ਵੱਡਾ ਇਤਰਾਜ਼ ਹੈਗਾ ਵੀ ਗਾਂਧੀ ਪਰਿਵਾਰ ਨੇ ਇੱਕ ਜਿਵੇਂ ਉਹ ਅਬਦਾਦਾ ਕਾਇਮ ਕੀਤਾ ਹੋਇਆ ਇਹਦੇ ਵਿੱਚ ਪਾਰਟੀ ਦੇ ਵਿੱਚ, ਵੀ ਉਹ ਕਹਿੰਦੇ ਵੀ ਕੋਈ ਚਾਹੀਦੀ ਜ਼ਿੰਮੇਵਾਰੀ ਤਾਂ ਲਵੇ। ਉੱਥੇ ਉਰੇ ਵੀ ਮਸਲਾ ਇਹੀ ਆ ਵੀ ਜ਼ਿੰਮੇਵਾਰੀ ਨਾ ਰਾਹੁਲ ਗਾਂਧੀ ਲੈ ਕੇ ਰਾਜੀ ਹੈ ਪ੍ਰਧਾਨਗੀ ਦੀ, ਨਾ ਹੀ ਪ੍ਰਿੰਕਾ ਲੈ ਕੇ ਰਾਜੀ ਹੈ, ਨਾ ਹੀ ਨਾ ਸੋਨੀਆ ਗਾਂਧੀ ਲੈ ਕੇ ਰਾਜੀ ਹੈ। ਸੋ ਉਹ ਲੰਬੜਦਾਰੀ ਵੀ ਸਾਡੀ ਚੱਲੇ, ਅਸੀਂ ਪਰ ਜ਼ਿੰਮੇਵਾਰੀ ਵੀ ਨਹੀਂ ਲੈਣੀ। ਇਹ ਹਾਲ ਹੈ ਇਹਨਾਂ ਦਾ। ਤੇ ਇਹ ਜਿਹੜੇ ਫਿਰ ਜਦੋਂ ਕਪਿਲ ਸਿੱਬਲ ਹੋ ਗਿਆ, ਗੁਲਾਮ ਨਬੀ ਆਜ਼ਾਦ ਹੋ ਗਿਆ, ਮਨੀਸ਼ ਤਿਵਾੜੀ ਹੋ ਗਿਆ, ਇਹੋ ਜਿਹੇ ਲੋਕਾਂ ਨੇ ਸਵਾਲ ਉਠਾਏ, ਕਹਿੰਦੇ ਤੁਸੀਂ ਜੀ ਕਾਂਗਰਸ ਪਾਰਟੀ ਤੋਂ ਵਿਰੋਧੀ ਹਰਕਤਾਂ ਕਰਦੇ ਹੋ। ਕੱਲ ਇਹ ਵੱਖਰੀ ਗੱਲ ਆ ਕਿ ਇਹਨਾਂ ਨੇ ਥੋੜਾ ਜਿਹਾ ਕੈਪਟਨ ਨੂੰ ਸਪੋਰਟ ਕੀਤੀ ਹੈ ਕਪਿਲ ਸਿੱਬਲ ਨੇ, ਪਰ ਜਿਹੜਾ ਉਹਦਾ ਸਵਾਲ ਸੀਗਾ ਵੀ ਅਸੀਂ G20 ਆ ਪਰ ਜੀ ਹਜ਼ੂਰ ਨਹੀਂ ਹੈਗੇ, ਜੀ ਹਜ਼ੂਰੀ ਕਰਨ ਵਾਲੇ ਤੁਹਾਡੇ
ਇੰਨੀ ਗੱਲ ਉਹਨੇ ਕਹੀ ਆ, ਇਹਦੇ ਤੇ ਵਿਚਾਰ ਹੋਣਾ ਚਾਹੀਦਾ ਸੀ। ਆ ਕੇ ਕਾਂਗਰਸ ਦੇ ਜਿਹੜੇ ਵਰਕਰ ਆ, ਜਿਹੜੇ ਜਾ ਕੇ ਲੋਕ ਰਾਹੁਲ ਟਾਈਪ ਦੇ ਚਮਚੇ ਟਾਈਪ ਦੇ ਹੈਗੇ ਨੇ, ਉਹਨਾਂ ਨੇ ਜਾ ਕੇ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ। ਇਹ ਜਿਹੜੇ ਲੀਡਰ ਨੇ ਨਾ ਕਾਂਗਰਸ ਦੇ, ਪੁਰਾਣੇ ਲੀਡਰ ਨੇ, ਤੁਹਾਨੂੰ ਸਲਾਹ ਦੇ ਰਹੇ ਨੇ। ਸਗੋਂ ਇਹਨਾਂ ਵਿੱਚੋਂ ਬਹੁਤੇ ਇਹੋ ਜਿਹੇ ਬੰਦੇ ਨੇ ਜਿਹੜੇ ਯੋਗ ਪ੍ਰਧਾਨ ਬਣ ਸਕਦੇ ਹੈਗੇ ਨੇ ਜੀ। ਜੇ ਗਾਂਧੀ ਪਰਿਵਾਰ ਇੰਨੇ ਯੋਗ ਨਹੀਂ ਹੈਗਾ ਤਾਂ ਉਹਨੂੰ ਚਾਹੀਦਾ ਵੀ ਇਹਨਾਂ ਚ ਕੋਈ ਬੰਦਾ ਨੂੰ ਜ਼ਿੰਮੇਵਾਰੀ ਦਿੱਤੀ ਜਾਵੇ, ਤੇ ਜ਼ਿੰਮੇਵਾਰੀ ਚੁੱਕਣ ਨੂੰ ਵੀ ਤਿਆਰ ਬੈਠੇ ਨੇ ਬੰਦੇ। ਬਿਲਕੁਲ ਬੈਠੇ ਹੈ ਜੀ, ਬੈਠੇ ਬੰਦੇ ਤਾਂ ਬੜੇ ਹੁੰਦੇ ਨੇ। ਇੱਕ ਇਹ ਥੋੜਾ ਵੀ ਬੀਨਾਸ ਹੋ ਜਾਂਦਾ, ਐਂ ਤਾਂ ਸਾਰਾ ਕੁਝ ਖਤਮ ਹੋ ਜੇ। ਦੂਜਾ ਤੁਹਾਡਾ ਸਵਾਲ ਸੀ ਜਿਹੜਾ ਇਹਦਾ ਕਨ੍ਹਈਆ ਕੁਮਾਰ ਤੇ ਜਗਨੇਸ਼ ਭਵਾਨੀ ਵਾਲਾ ਜੀ। ਦੇਖੋ CPI ਦੇ ਵਿੱਚੋਂ ਕਨ੍ਹਈਆ ਕੁਮਾਰ ਆਇਆ, CPI ਚੋਂ ਪਹਿਲਾਂ ਵੀ ਬਥੇਰੇ ਲੀਡਰ ਆਏ ਹੈਗੇ ਨੇ, ਕਾਂਗਰਸ ਪਾਰਟੀ ਦੇ ਵਿੱਚ ਆਏ ਨੇ, ਤੇ ਇਧਰੋਂ ਜਗਨੇਸ਼ ਭਵਾਨੀ ਇੱਕ ਦਿਲਚੇਰਾ ਵਾ, ਉਹ ਗੁਜਰਾਤ ਦੇ ਵਿੱਚੋਂ ਆਇਆ। ਇੱਕ ਤਾਂ ਇਹਨਾਂ ਨੇ ਦੋਹਾਂ ਨੇ ਆਪਣਾ ਕਰੀਅਰ ਦੇਖ ਲਿਆ ਵੀ ਕਮਿਊਨਿਸਟ ਪਾਰਟੀ ਸਾਡਾ ਕਰੀਅਰ ਨਹੀਂ ਬਣਨਾ। ਕਨ੍ਹਈਆ ਦਾ ਉਹ ਵਿਚਾਰਾ ਆਜ਼ਾਦ ਉਮੀਦਵਾਰ ਸੀਗਾ, ਪਰ ਉਹਨੂੰ ਸਪੋਰਟ ਕਾਂਗਰਸ ਦੀ ਸੀਗੀ ਜਦੋਂ ਉਹ MLA ਬਣਿਆ ਸੀਗਾ, ਜਾਂ ਹੋਰ ਬਹੁਤ ਸਾਰੇ ਮਨੁੱਖੀ ਅਧਿਕਾਰਾਂ ਦੇ ਲੋਕਾਂ ਦੀ ਵੀ ਉਹਨੂੰ ਸਪੋਰਟ ਸੀਗੀ। ਈਵਨ ਇੱਥੋਂ ਤੱਕ ਕਿ ਅਰੁੰਧਤੀ ਰਾਏ ਨੇ ਵੀ ਉਹਨੂੰ 1 ਲੱਖ ਰੁਪਇਆ ਚੰਦਾ ਦਿੱਤਾ ਸੀ ਜਦੋਂ ਉਹਨੇ ਇਲੈਕਸ਼ਨ ਲੜੀ ਸੀ ਗੁਜਰਾਤ ਦੇ ਵਿੱਚੋਂ 17 ਵਾਲੀ। ਤੇ ਹੁਣ ਉਹਨੂੰ ਵੀ ਪਤਾ ਲੱਗ ਗਿਆ ਵੀ ਮੈਂ ਤਾਂ ਜੇ ਲੀਡਰ ਬਣਨਾ ਹੀ ਆ ਤਾਂ ਕਿਸੇ ਪਾਰਟੀ ਚ ਆਉਣਾ ਪੈਣਾ। ਉਹ ਕਾਂਗਰਸ ਨੂੰ ਠੀਕ ਲੱਗੀ। ਹੁਣ ਜਿਹੜੀ ਉਹਨੇ ਕਾਂਗਰਸ ਉੱਤੇ ਕੀ ਪ੍ਰਭਾਵ ਜਾਏਗਾ, ਜਾਂ ਉਹ ਕਾਂਗਰਸ ਦਾ ਜਾਂ ਰਾਹੁਲ ਵਗੈਰਾ ਕੀ ਸੋਚਦਾ। ਕਾਂਗਰਸ ਤਾਂ ਇੱਕ ਹਿਸਟਰੀ ਰਹੀ ਹੈ ਨਹਿਰੂ ਵੇਲੇ ਦੀ, ਉਹ ਜਿਹੜੀ ਕਿ ਅੱਜ ਕੱਲ੍ਹ ਥੋੜੀ ਘੱਟ ਗਈ। ਅੱਜ ਕੱਲ੍ਹ ਕਾਂਗਰਸ ਦੇ ਵਿੱਚ ਕੁਝ ਹੋਰ ਰੁਝਾਨ ਨੇ, ਉਹ ਰਹੀ ਹੈ ਵੀ ਉਹਦੇ ਨਾਲ ਉਰੇ 3 ਧਾਰਾਵਾਂ ਲਗਾਤਾਰ ਚੱਲਦੀਆਂ ਰਹੀਆਂ ਨੇ ਕਾਂਗਰਸ ਵਿੱਚ। ਇੱਕ ਤਾਂ ਲੈਫਟ ਵਾਲੀ, ਜਿਹਦੇ ਤੋਂ ਖੁਦ ਵੀ ਪੰਡਿਤ ਨਹਿਰੂ ਪ੍ਰਭਾਵਿਤ ਸੀਗਾ ਰੂਸੀ ਸਮਾਜਵਾਦ ਤੋਂ। ਇੱਕ ਸੈਂਟਰ ਵਾਲੀ, ਇੱਕ ਰਾਈਟਿਸਟ ਵਿੱਚ ਪਟੇਲ ਵਗੈਰਾ ਜਾਂ ਹੋਰ ਆ ਗਏ ਹਨਾ। ਤੇ ਹੁਣ ਇਹਨਾਂ ਦੀ ਕੋਸ਼ਿਸ਼ ਇਹ ਹੈਗੀ ਹੈ ਜਿਵੇਂ ਵੀ ਅਸੀਂ ਹਾਲੇ ਉਹ ਜਿਹੜੀ ਲੈਫਟ ਵਾਲੀ ਧਾਰਾ ਵਾ ਤੇ ਇੱਕ ਦਲਿਤ ਵਾਲੀ ਧਾਰਾ, ਵੀ ਇਹਨਾਂ ਨੂੰ ਜੋੜ ਕੇ ਇੱਕ ਐਕਸਪੈਰੀਮੈਂਟ ਕੀਤਾ ਜਾਵੇ ਵੀ ਇੱਕ ਸੈਂਟਰ, ਲੈਫਟ ਐਂਡ ਦਲਿਤ, ਵੀ ਇਹ ਜਿਹੜੇ ਜਿਨ੍ਹਾਂ ਖਾਸ ਕਰਕੇ ਉਂਝ ਤੇ ਦਲਿਤਾਂ ਤੋਂ ਇਹ ਵੋਟਾਂ ਤਾਂ ਲੈਂਦੇ ਰਹੇ, ਕਦੇ ਕੁਛ ਲੀਡਰਸ਼ਿਪ ਦੀ ਸਹੀ ਅਗਵਾਈ ਨਹੀਂ ਮਿਲੀ, ਮਤਲਬ ਸਹੀ ਢੰਗ ਦੀ। ਹੁਣ ਇਹ ਐਕਸਪੈਰੀਮੈਂਟ ਕਰ ਰਿਹਾ ਰਾਹੁਲ ਗਾਂਧੀ। ਇਹ ਐਕਸਪੈਰੀਮੈਂਟ ਦੇਖਣ ਨੂੰ ਸਿਆਣਾ ਹੈਗਾ, ਵਧੀਆ ਐਕਸਪੈਰੀਮੈਂਟ ਹੈ, ਪਰ ਉਹ ਕਾਮਯਾਬ ਕਿੰਨਾ ਹੁੰਦਾ। ਪਰ ਇਹ ਕਾਮਯਾਬ ਉਦੋਂ ਹੀ ਹੋਣਾ ਜਦੋਂ ਰਾਹੁਲ ਗਾਂਧੀ ਜ਼ਿੰਮੇਵਾਰੀ ਲਊਗਾ, ਅਦਰਵਾਈਜ਼ ਨਹੀਂ। ਗੱਲ ਇਹ ਹੈ ਨਾ, ਜ਼ਿੰਮੇਵਾਰੀ ਦਾ ਗੱਲ ਤਾਂ ਸਭ ਤੋਂ ਵੱਡਾ ਸਿਆਪਾ ਤਾਂ ਇਹੀ ਹੈ, ਜਿਵੇਂ ਕਪਿਲ ਸਿੱਬਲ ਕਹਿੰਦਾ ਸੀਗਾ ਵੀ ਇਹ ਬੱਸ ਦਾ ਡਰਾਈਵਰ ਕੌਣ ਹੈ। ਹਾਂ ਉਹੀ ਗੱਲ ਆ। ਤੇ ਕਿਉਂਕਿ ਇੱਥੇ ਵੀ ਦੇਖੋ ਜਿਹੜੇ ਬੋਲਦੇ ਨਾ ਅੱਜ, ਕਿਉਂਕਿ ਮੈਨੂੰ ਪਤਾ ਵੀ ਜਿਹੜੇ ਬੰਦੇ ਅੱਜ ਮੇਰਾ ਪ੍ਰੋਗਰਾਮ ਸੁਣ ਰਹੇ ਨੇ ਉਹ ਸਿੱਧੂ ਦੇ ਮਾਮਲੇ 'ਚ ਬਹੁਤ ਜਜ਼ਬਾਤੀ ਆ। ਉਹ ਏਦਾਂ ਹੀ ਕਹਿੰਦੇ ਹੋਣਗੇ ਵੀ ਸਿੱਧੂ ਨੂੰ ਕਿਉਂ ਐਂ ਕਰ ਰਿਹਾ। ਮੈਂ ਇੱਥੇ ਰਾਹੁਲ ਨੂੰ ਵੀ ਬਰਾਬਰ ਕਰ ਰਿਹਾ। ਇਹਦਾ ਮਤਲਬ ਇਹ ਨਹੀਂ ਵੀ ਮੈਂ ਕਿਸੇ ਨੂੰ ਬਖਸ਼ ਰਿਹਾ। ਇਸੇ ਤਰ੍ਹਾਂ ਜ਼ਿੰਮੇਵਾਰੀ ਲੈਣੀ ਪੈਂਦੀ ਹੈ। ਜਾਂ ਸਿੱਧਾ ਭਾਈ ਤੁਸੀਂ ਪਾਰਟੀ ਚੋਂ ਬਾਹਰ ਨਿਕਲੋ, ਆਪਣੇ ਕੋਈ ਵੱਖਰੀ ਧਿਰ ਬਣਾਓ, ਫਿਰ ਆਪਣੇ ਏਜੰਡੇ ਲਾਗੂ ਕਰੀ ਜਾਓ। ਤੁਸੀਂ ਰਹਿਣਾ ਵੀ ਚਾਹੁੰਦੇ ਹੋ ਉਸੇ ਪਾਰਟੀ ਦੇ ਵਿੱਚ। ਪਾਰਟੀ ਇਕੱਲੀ ਤੁਹਾਡੇ ਮੁਤਾਬਕ ਨਹੀਂ ਨਾ ਚੱਲਦੀ, ਇਹ ਤੁਸੀਂ ਜੋ ਮਰਜ਼ੀ ਕਰ ਲਓ। ਵੈਸੇ ਵੀ ਅਦਾਰਿਆਂ 'ਚ ਕੰਮ ਕੀਤਾ, ਅਦਾਰਿਆਂ ਦੀ ਇੱਕ ਪਾਲਿਸੀ ਹੁੰਦੀ, ਉਹਦੇ ਚੱਲਦਾ ਠੀਕ ਆ। ਆਪਦੀਆਂ ਖਬਰਾਂ ਕਰੀਦੀਆਂ ਨੇ, ਪਰ ਇਹ ਨਹੀਂ ਹੈਗਾ ਕਿ ਸਾਰਾ ਆਪਦਾ ਹੀ ਟੱਟੂ ਭਜਾ ਲਈਏ। ਨਾਲ ਟੀਮ ਹੈ, ਟੀਮ 'ਚ ਤੁਸੀਂ ਵੀ ਮੈਚ ਖੇਡਿਆ ਤਾਂ ਚਲੋ, ਕ੍ਰਿਕਟ ਖੇਡੀ ਹੈ ਵੀ ਤੁਸੀਂ ਮਨਮਰਜ਼ੀ ਨਾਲ ਬੱਲੇ ਮਾਰ ਲਏ, ਛਿੱਕੇ ਮਾਰ ਲਏ, ਤੇ ਜੇ ਕਿਤੇ ਹਾਕੀ 'ਚ ਹੁੰਦੇ ਤਾਂ ਤੁਸੀਂ ਇਕੱਲੇ ਖੇਡ ਕੇ ਦਿਖਾਉਂਦੇ। ਉੱਥੇ ਵੀ ਰੁੱਸ ਕੇ ਆ ਗਏ ਸੀ ਭਾਈ ਸਾਹਿਬ ਵੀ ਮੈਨੂੰ ਫਲਾਣੇ ਨੰਬਰ ਤੇ ਚਾੜਿਆ। ਇੱਕ ਵਾਰ ਪਹਿਲੀ ਵਾਰ ਹੋਇਆ ਸੀਗਾ ਕਿ ਜਦੋਂ ਇੰਡੀਆ ਦੀ ਟੀਮ 'ਚ 10 ਹੀ ਖਿਡਾਰੀ ਰਹਿ ਗਏ ਸੀ ਜਨਾਬ, ਆ ਗਏ ਸੀ ਰੁੱਸ ਕੇ। ਜੀ ਜੀ। ਤੇ ਅੱਗੇ ਗੱਲ ਕਰੀਏ ਤਾਂ ਆਪਾਂ ਇਹਦੀ ਗੱਲ ਕਰੀਏ ਕਿ ਜਿਹੜੇ ਮਹਿਬੂਬਾ ਮੁਫਤੀ ਨੇ ਵੀ ਦੋਸ਼ ਲਾ ਦਿੱਤਾ ਪੱਤਰਕਾਰੀ ਦਾ ਜਿਹੜਾ ਹੈਗਾ ਉਹ ਖਤਰੇ 'ਚ ਹੈ ਜੰਮੂ ਐਂਡ ਕਸ਼ਮੀਰ ਦੇ ਵਿੱਚ। ਅੱਜ ਵੈਸੇ ਇੱਕ ਖਬਰ ਹੋਰ ਵੀ ਆ ਰਹੀ ਹੈ, ਮਹਿਬੂਬਾ ਮੁਫਤੀ ਨੂੰ ਨਾ ਉਹਦੇ ਘਰ ਦੇ ਵਿੱਚ ਹੀ ਨਜ਼ਰਬੰਦ ਕੀਤਾ ਹੋਇਆ। ਉਹ ਇੱਥੋਂ ਉਹਨੇ ਖੁਦ ਹੀ ਇਸ ਗੱਲ ਦਾ ਖੁਲਾਸਾ ਕੀਤਾ ਵੀ ਮੈਨੂੰ ਦੁਬਾਰੇ ਨਜ਼ਰਬੰਦ ਕਰ ਦਿੱਤਾ ਗਿਆ। ਦੂਜੀ ਖਬਰ ਇਹ ਆ ਰਹੀ ਹੈ ਕਿ ਉਹਨੇ ਕੱਲ ਇਹ ਕਿਹਾ ਸੀਗਾ ਕਿ ਜੰਮੂ ਐਂਡ ਕਸ਼ਮੀਰ ਦੀ ਜਿਹੜੀ ਪੱਤਰਕਾਰੀ ਦੀ ਹਾਲਤ ਕੋਈ ਵਧੀਆ ਨਹੀਂ। ਉਹਦੇ ਪੱਤਰਕਾਰਾਂ ਦੇ ਉੱਤੇ ਕਿਸ ਤਰ੍ਹਾਂ ਦੀ ਸੈਂਸਰਸ਼ਿਪ ਹੈ, ਕਿਸ ਤਰ੍ਹਾਂ ਤੰਗ ਪਰੇਸ਼ਾਨ ਕੀਤਾ ਜਾ ਰਿਹਾ। ਇਹਦੇ ਲਈ ਭਾਰਤ ਦੀ ਕੋਈ ਵੱਡੀ ਪੱਧਰ ਦੀ ਮੀਡੀਆ ਸੰਸਥਾ ਆ ਕੇ ਆਪਣਾ ਜਿਹੜਾ ਸਰਵੇ ਕਰੇ ਤਾਂ ਕਿ ਹਕੀਕਤ ਪਤਾ ਲੱਗੇ। ਮੋਟੀਆਂ ਖਬਰਾਂ ਤਾਂ ਬਾਈ ਜੀ ਸਾਡੇ ਕੋਲ ਵੀ ਆ ਜਾਂਦੀਆਂ, ਕਿਉਂਕਿ ਸਾਡੇ ਜਿਹੜੇ ਜੰਮੂ ਐਂਡ ਕਸ਼ਮੀਰ ਦੇ ਪੱਤਰਕਾਰ ਉਹ ਖੁੱਲ ਕੇ ਗੱਲ ਨਹੀਂ ਕਰਦੇ, ਪਰ ਇਸ਼ਾਰਿਆਂ ਨਾਲ ਸਮਝਾ ਦਿੰਦੇ ਨੇ ਕਿ ਉਹਦੀ ਹਾਲਤ ਚੰਗੀ ਨਹੀਂ ਹੈਗੀ। ਸੋ ਇਹਦੇ ਵਿੱਚ ਇਹੀ ਆ ਵੀ ਕਰ ਤਾਂ ਉਹ ਸੰਸਥਾ ਵੀ ਨਹੀਂ ਕੁਛ ਕਰ ਸਕਦੀ ਹੈਗੀ। ਇੰਨਾ ਕੁ ਜ਼ਰੂਰ ਆ ਕਿ ਇੱਕ ਸਰਵੇ ਕਰ ਸਕਦੀ ਆ, ਲੋਕਾਂ ਨੂੰ ਇੱਕ ਹਕੀਕਤ ਦੱਸ ਸਕਦੀ ਆ। ਇੱਥੇ 2-3 ਐਡੀਟਰ ਗਿਲਡ ਵਰਗੀਆਂ ਸੰਸਥਾਵਾਂ ਹੈਗੀਆਂ, ਸੋਹਣਾ ਕੰਮ ਕਰਦੀਆਂ ਹੈਗੀਆਂ ਨੇ ਮਾੜਾ ਮੋਟਾ, ਉਹ ਜਾ ਕੇ ਆਪਣਾ ਕੁਛ ਕਰ ਸਕਦੇ ਹੈਗੇ। ਜਾਂ ਪ੍ਰੈਸ ਪਰਿਸ਼ਦ ਹੈਗੀ, ਉਹਨੇ ਤਾਂ ਵੈਸੇ ਪ੍ਰੈਸ ਪਰਿਸ਼ਦ ਨੂੰ ਇਸ਼ਾਰਾ ਕੀਤਾ ਸੀਗਾ ਮਹਿਬੂਬਾ ਮੁਫਤੀ ਨੇ। ਸੋ ਉੱਥੇ ਦੀ ਪੱਤਰਕਾਰੀ ਸੱਚੀ ਮੁੱਚੀ ਬਹੁਤ ਹੀ ਮਾੜੇ ਦੌਰ ਦੇ ਵਿੱਚੋਂ ਆ, ਕਿਉਂਕਿ ਸਟੇਟ ਲਗਾਤਾਰ ਪੱਤਰਕਾਰਾਂ ਨੂੰ ਟਾਰਗੇਟ ਕਰ ਰਹੀ ਹੈ
ਤੇ ਉਹਦਾ ਖੁਲਾਸਾ ਉਹਨੇ ਕੀਤਾ ਸੀ। ਇੱਕ ਮੇਰੀ ਗੁਜ਼ਾਰਿਸ਼ ਹੈ ਜੀ, ਕਈ ਵੀਰ ਮੇਰੇ ਪਰਸਨਲ ਨੰਬਰ ਤੇ ਫੋਨ ਕਰ ਰਹੇ ਨੇ, ਪਲੀਜ਼ ਉਹ ਮੇਰਾ ਪਰਸਨਲ ਨੰਬਰ ਹੈ, ਉਹ ਫੋਨ ਅਟੈਚ ਨਹੀਂ ਹੈ ਜੀ। 97801 41741 ਇਹ ਤੇ ਉੱਤੇ ਸਿਰਫ ਮੈਂ ਪ੍ਰੋਗਰਾਮ ਤੋਂ ਬਾਅਦ ਕਾਲ ਤੁਹਾਡੇ ਨਾਲ ਲੈ ਸਕਦਾ। ਜੇਕਰ ਤੁਸੀਂ ਕਾਲ ਕਰਨੀ ਚਾਹੁੰਦੇ ਹੋ ਤਾਂ 92164 10666 98149 10666। ਮੈਂ ਆਰਾਮ ਨਾਲ ਫੇਰ ਬੋਲ ਦਿੰਦਾ 9216410666 9814910666 ਦੇ ਉੱਤੇ ਰੈਗੂਲਰ ਕਾਲ, ਕੋਈ WhatsApp ਕਾਲ ਨਹੀਂ ਲਈ ਜਾਏਗੀ। ਪਲੀਜ਼ ਬੇਨਤੀ ਕਬੂਲ ਕਰੋ। ਇਸ ਚੀਜ਼ ਦੇ ਉੱਤੇ ਤੁਹਾਡੀ ਕਾਲਸ ਅਸੀਂ ਜਵਾਬ ਨਹੀਂ ਦਿੰਦੇ, ਪਰ ਮੇਰੇ ਪਰਸਨਲ ਨੰਬਰ ਦੇ ਉੱਤੇ ਜੇਕਰ ਤੁਸੀਂ ਕਾਲ ਕਰਦੇ ਹੋ, ਤੁਹਾਨੂੰ ਨਿੱਜੀ ਤੌਰ ਦੇ ਉੱਤੇ ਕੋਈ ਸਵਾਲ ਪੁੱਛਣਾ ਚਾਹੁੰਦੇ ਤਾਂ ਪ੍ਰੋਗਰਾਮ ਤੋਂ ਬਾਅਦ ਪੁੱਛ ਸਕਦੇ ਹੋ। ਮਹਿਬੂਬਾ ਮੁਫਤੀ ਨੇ ਗੱਲ ਕੀਤੀ ਹੈ, ਪਰ ਯੂਪੀ ਦੇ ਵਿੱਚ ਜੇਕਰ ਆਪਾਂ ਗੱਲ ਕਰੀਏ, ਦੋ ਬੜੀਆਂ ਅਹਿਮ ਉੱਥੇ ਹੋਈਆਂ ਨੇ ਜੀ। ਉਸ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਦਿੱਲੀ ਦੇ ਵਿੱਚ। ਦਿੱਲੀ ਦੇ ਵਿੱਚ ਜਿਹੜਾ ਸਿਲੇਬਸ ਹੈਗਾ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਉਹਦੇ ਵਿੱਚ ਕੁਝ ਤਬਦੀਲੀਆਂ ਕੀਤੀਆਂ ਨੇ। ਹਾਂ, ਮੈਂ ਪਹਿਲੀ ਜਿਹੜੀ ਖਬਰ ਸੀ ਨਾ ਉਹਦੇ ਵਿੱਚ ਇੱਕ ਨਵੀਂ ਅਪਡੇਟ ਆ ਰਹੀ ਹੈ, ਮੈਂ ਜੋੜ ਦਿਆਂ। ਉਹਨਾਂ ਨੇ ਪ੍ਰੈਸ ਪਰਿਸ਼ਦ ਨੂੰ ਕਿਹਾ ਸੀ ਨਾ, ਭਾਰਤੀ ਪ੍ਰੈਸ ਪਰਿਸ਼ਦ ਨੂੰ, ਉਹਨੇ ਹੁਣ ਆਪਣੀ ਇੱਕ ਫੈਕਟ ਫਾਈਂਡਿੰਗ ਲਈ ਟੀਮ ਬਣਾ ਦਿੱਤੀ ਹੈ ਤੇ ਉਹ ਟੀਮ ਹੁਣ ਛੇਤੀ ਉੱਥੇ ਰਵਾਨਾ ਹੋਣ ਲੱਗੀ ਹੈ। ਹੁਣੀ ਦਾ ਵਾਇਰ ਦੇ ਹਵਾਲੇ ਨਾਲ ਖਬਰ ਆ ਰਹੀ ਹੈ। ਦੂਜਾ, ਅਰਵਿੰਦ ਕੇਜਰੀਵਾਲ ਦੀ ਤੁਸੀਂ ਗੱਲ ਕੀਤੀ ਸੀ, ਜਿਹੜਾ ਇਹਨਾਂ ਨੇ ਸਿਲੇਬਸ ਦਿੱਲੀ ਸਰਕਾਰ ਨੇ ਦੇਸ਼ ਭਗਤੀ ਵਾਲਾ ਵੀ ਅਸੀਂ ਇਹੋ ਜਿਹਾ ਸਿਲੇਬਸ ਬਣਾ ਰਹੇ ਹਾਂ ਜਿਹਨਾਂ ਨਿਆਣੇ ਦੇਸ਼ ਭਗਤ ਪੈਦਾ ਹੋਣਗੇ। ਹੁਣ ਆਹੀ ਦੇਸ਼ ਭਗਤੀ ਦਾ ਠੇਕਾ ਬੀਜੇਪੀ ਨੇ ਲੈ ਰੱਖਿਆ ਸੀ। ਹੁਣ ਸਵਾਲ ਇਹ ਹੈਗਾ ਕਿ ਦੇਸ਼ ਭਗਤੀ ਹੈ ਕੀ ਆ। ਹੁਣ ਦੇਸ਼ ਭਗਤੀ ਨੂੰ ਹਰੇਕ ਕੋਈ ਆਪਣੇ ਮੁਤਾਬਕ ਕਹਿੰਦਾ। ਇਹ ਬੀਜੇਪੀ ਵਾਲੇ ਤਾਂ ਕਹਿੰਦੇ ਨੇ ਵੀ JNU ਦੇ ਵਿੱਚ ਟੈਂਕ ਖੜਾ ਕਰ ਦੋ, ਦੇਸ਼ ਭਗਤੀ ਹੈ। ਜਿਹੜਾ ਵੀ ਕੋਈ ਮਤਲਬ ਮੋਦੀ ਜੀ ਨੂੰ ਮਾੜਾ ਕਹੂਗਾ ਉਹ ਵੀ ਦੇਸ਼ ਦਾ ਗੱਦਾਰ ਹੈ। ਜਿਹੜਾ ਕੋਈ ਸਾਡੇ ਤੇ ਸਵਾਲ ਚੁੱਕੂਗਾ ਉਹ ਵੀ ਦੇਸ਼ ਦਾ ਗੱਦਾਰ ਹੈ। ਤੇ ਦੇਸ਼ ਭਗਤੀ ਬਾਰੇ ਕੋਈ ਇਹੀ ਕਹਿੰਦੇ ਨੇ ਵੀ ਬਸ ਜੀ ਸਾਡੇ ਮੁਲਕ ਦੇ ਨਦੀਆਂ ਨਾਲਿਆਂ ਨੂੰ ਪਿਆਰ ਕਰੋ, ਇਹੀ ਦੇਸ਼ ਭਗਤੀ ਹੈਗੀ ਆ। ਪਰ ਦੇਸ਼ ਦੇ ਅੰਦਰ ਪਏ ਹੋਏ ਗੰਦ ਨੂੰ ਜਿਹੜਾ ਹੈਗਾ ਵਾ ਉਹਦੇ ਤੇ ਸਵਾਲ ਨਾ ਕਰੋ, ਤੇ ਇਹ ਦੇਸ਼ ਭਗਤੀ ਆ। ਇੱਕ ਦੇਸ਼ ਭਗਤੀ ਸਾਨੂੰ ਭਗਤ ਸਿੰਘ ਵਰਗੇ ਵੀ ਦੱਸ ਕੇ ਗਏ ਨੇ ਕਿ ਦੇਸ਼ ਭਗਤੀ ਮਹਿਜ਼ ਨਦੀਆਂ ਨਾਲੇ ਨਹੀਂ ਹੁੰਦੇ, ਇੱਥੇ ਦੀ ਆਵਾਮ ਹੁੰਦੀ ਹੈ। ਆਵਾਮ ਦੇਸ਼ ਭਗਤ ਹੈ, ਆਵਾਮ ਨੂੰ ਪਿਆਰ ਕਰਨਾ ਦੇਸ਼ ਭਗਤ ਹੈ, ਆਵਾਮ ਦੇ ਹਿੱਤਾਂ ਲਈ ਲੜਨਾ ਦੇਸ਼ ਭਗਤੀ ਹੈ। ਹੁਣ ਇਹ ਕਿਹੜੀ ਦੇਸ਼ ਭਗਤੀ ਪੜ੍ਹਾ ਰਹੇ ਨੇ? ਨਾਲੇ ਦੇਸ਼ ਭਗਤੀ ਕੋਈ ਸਿਲੇਬਸ ਵਿੱਚ ਨਹੀਂ ਪੈਦਾ ਹੁੰਦੀ ਹੈਗੀ। ਉਹ ਤਾਂ ਮਤਲਬ ਤੁਸੀਂ ਤੁਹਾਡੇ ਲਗਾਤਾਰ ਇੱਕ ਭਾਵਨਾ ਹੁੰਦੀ ਹੈ ਲਗਾਤਾਰ, ਜੇ ਤੁਹਾਡੀ ਆਵਾਮ ਨਾਲ ਭਾਵਨਾ, ਆਵਾਮ ਨਾਲ ਪਿਆਰ ਹੈ। ਤੁਹਾਡੇ ਦਿੱਲੀ ਵਿੱਚ ਤਾਂ ਦੰਗੇ ਹੁੰਦੇ ਨੇ, ਮੁੱਖ ਮੰਤਰੀ ਉਹਨਾਂ ਦੀ ਸਾਰ ਲੈਣ ਨਹੀਂ ਜਾਂਦਾ, ਪਹਿਲਾਂ ਆਪ ਹੀ ਦੇਸ਼ ਭਗਤ ਬਣ ਜਾਣ। ਜੇ ਅਸੀਂ ਭਗਤ ਸਿੰਘ ਵਾਲਾ ਪੈਮਾਨਾ ਰੱਖਣਾ ਦੇਸ਼ ਭਗਤੀ ਦਾ, ਨਹੀਂ ਫਿਰ ਦੇਸ਼ ਭਗਤੀ ਬਿਲਕੁਲ ਉਸ ਤਰ੍ਹਾਂ ਦੀ ਦੇਸ਼ ਭਗਤੀ ਹੈ ਜਿਸ ਤਰ੍ਹਾਂ ਦੀ ਦੇਸ਼ ਭਗਤੀ ਬੀਜੇਪੀ ਧੱਕੇ ਨਾਲ ਲੋਕਾਂ ਨੂੰ ਸਿਖਾ ਰਹੀ ਹੈ। ਤੇ ਹੁਣ ਉੱਤਰ ਪ੍ਰਦੇਸ਼ ਦੇ ਵਿੱਚ ਦਲਿਤ ਬੱਚਿਆਂ ਨਾਲ ਭੇਦਭਾਵ ਕਰਨ ਦੇ ਉੱਤੇ ਕਹਿੰਦੇ ਬੜੀ ਪੋਜ਼ੀਟਿਵ ਖਬਰ ਆ ਰਹੀ ਹੈ ਕਿ ਮਾਮਲਾ ਦਰਜ ਹੋ ਗਿਆ। ਪਰ ਦੂਜੇ ਪਾਸੇ ਜੇ ਕੋਈ ਪ੍ਰੇਮ ਸੰਬੰਧ ਬਣਾਉਂਦਾ ਤਾਂ ਉਹਦਾ ਮੂੰਹ ਕਾਲਾ ਕਰਕੇ ਸ਼ਹਿਰੀ ਬਾਜ਼ਾਰ ਘੁਮਾਇਆ ਜਾਂਦਾ। ਇਹ ਤਾਂ ਤਾਲਿਬਾਨਾਂ ਤੋਂ ਵੀ ਭੈੜਾ ਕੰਮ ਹੋ ਗਿਆ ਜੀ। ਥੋੜੇ ਦਿਨ ਹੋਏ ਨੇ ਆਪਾਂ ਸ਼ਹੀਦ ਆਜ਼ਮ ਨੂੰ ਯਾਦ ਕਰਕੇ ਹਟੇ ਹਾਂ, 28 ਤਰੀਕ ਦਾ ਦਿਨ ਮਨਾ ਕੇ ਹਟੇ ਹਾਂ। ਸ਼ਹੀਦ ਆਜ਼ਮ ਨੂੰ ਜਦੋਂ ਫਾਂਸੀ ਚੜ੍ਹਨਾ ਸੀਗਾ, ਉਹਦੀ ਆਖਰੀ ਇੱਛਾ ਇਹ ਸੀਗੀ ਕਿ ਜਿਹੜਾ ਬੰਦਾ ਨਾ ਮੇਰਾ ਉਹ ਗੰਦ ਚੱਕਦਾ ਹੈਗਾ, ਮਤਲਬ ਹੈ ਮੈਂ ਉਹਦੇ ਕੋਲ ਰੋਟੀ ਖਾਣੀ ਹੈਗੀ ਆ। ਹਾਲਾਂਕਿ ਉਹ ਰੋਟੀ ਖਾ ਨਹੀਂ ਸਕੇ ਸੀ, ਇੱਛਾ ਪੂਰੀ ਨਹੀਂ ਹੋਈ ਸੀਗੀ, ਇੱਕਦਮ ਉਹਨਾਂ ਨੂੰ ਫਾਂਸੀ ਹੋ ਗਈ। ਪਰ ਉਹ ਆਪਣੇ ਆਪ 'ਚ ਸੁਨੇਹਾ ਦੇਣਾ ਚਾਹੁੰਦੇ ਸੀ ਵੀ ਜਿਹਨਾਂ ਨੂੰ ਸਮਾਜ 'ਚ ਅਛੂਤ ਸਮਝਿਆ ਜਾਂਦਾ ਉਹਨਾਂ ਦੀ ਉਹ ਕਿੰਨੀ ਰਿਸਪੈਕਟ ਕਰਦੇ ਨੇ, ਕੀ ਜਗ੍ਹਾ। ਅਛੂਤ ਸਮੱਸਿਆ ਉੱਤੇ ਭਗਤ ਸਿੰਘ ਨੇ ਆਰਟੀਕਲ ਵੀ ਬਹੁਤ ਲਿਖੇ, 2-3 ਆਰਟੀਕਲ ਲਿਖੇ ਨੇ, ਉਹ ਪੜ੍ਹਨ ਵਾਲੇ ਹੈਗੇ ਨੇ। ਉਹਨਾਂ ਵਿੱਚ ਇੱਕ ਲੇਖ ਵਿੱਚ ਉਹ ਲਿਖਦੇ ਨੇ ਕਿ ਕੋਈ ਬੰਦਾ ਕਿਵੇਂ ਪਿੱਟਿਆ ਜਾਂਦਾ, ਮਾੜਾ ਕਿਵੇਂ ਹੋ ਜਾਂਦਾ। ਤੁਹਾਡੀ ਮਾਂ ਉਹ ਤੁਹਾਡਾ ਗੰਦ ਧੋਂਦੀ ਹੈਗੀ ਆ, ਮਾਂ ਥੋੜ੍ਹਾ ਮਾੜੀ ਹੋ ਜਾਂਦੀ ਹੈਗੀ ਆ। ਤੇ ਇੱਕ ਤਾਂ ਇਹ ਚੀਜ਼ ਅਸੀਂ ਹੁਣੇ ਮਨਾ ਕੇ ਹਟੇ ਹਾਂ। ਉਸੇ ਦਿਨ, ਉਸ ਤੋਂ ਇੱਕ ਦਿਨ ਪਹਿਲਾਂ 27 ਤਰੀਕ ਨੂੰ ਖਬਰ ਆਉਂਦੀ ਹੈ ਕਿ ਮੈਨਪੁਰੀ ਇਲਾਕਾ ਆਪਾਂ ਸਾਂਝੀ ਕੀਤੀ ਸੀ ਪਿਛਲੇ ਪ੍ਰੋਗਰਾਮ 'ਚ, ਵੀ ਜਿਹੜੇ ਦਲਿਤ ਬੱਚਿਆਂ ਨੂੰ ਕਿਹਾ ਗਿਆ ਵੀ ਤੁਸੀਂ ਆਪਣੇ ਭਾਂਡੇ ਵੱਖਰੇ ਰੱਖਣੇ ਨੇ, ਆ ਜਿਹੜਾ ਮਿਡ ਡੇ ਮੀਲ ਵਾਲਾ ਖਾਣਾ ਹੁੰਦਾ ਆਪਣਾ, ਤੇ ਭਾਂਡੇ ਵੱਖਰੇ ਰੱਖਣੇ, ਆਪ ਹੀ ਧੋਣੇ ਨੇ, ਤੇ ਉਹ ਜਿਹੜੀ ਕੜਛੀ 'ਚ ਪਾਉਣਾ ਜਾਂ ਕੜਾਹੀ 'ਚ ਪਾਉਣਾ ਉਹ ਵੀ ਅਲੱਗ ਰੱਖਣੀ ਹੈ। ਤੁਸੀਂ ਦੂਜਿਆਂ ਤੋਂ ਪਰਾਂ ਰੱਖਣਾ, ਕਿਉਂਕਿ ਪ੍ਰਿੰਸੀਪਲ ਦਾ ਹੁਕਮ ਆ। ਹੋ ਸਕਦਾ ਪ੍ਰਿੰਸੀਪਲ ਨੂੰ ਉਸ ਪਿੰਡ ਦੇ ਲੋਕਾਂ ਨੇ ਕਿਹਾ ਹੋਵੇ ਵੀ ਦਲਿਤਾਂ ਨੂੰ ਭਾਈ ਅੱਡ ਰੱਖੀ। ਤੇ ਇਹ ਜਦੋਂ ਇਹ ਮਾਮਲਾ ਸਾਹਮਣੇ ਆਉਂਦਾ ਤੇ ਪ੍ਰਿੰਸੀਪਲ ਤੇ ਕਾਰਵਾਈ ਹੋ ਜਾਂਦੀ ਆ। ਤੇ ਫਿਰ ਇਹ ਵੀ ਖਬਰ ਨਾਲ ਦੀ ਨਾਲ ਆ ਰਹੀ ਹੈ ਕਿ ਪਿੰਡ ਦੇ ਲੋਕ ਉਸ ਪ੍ਰਿੰਸੀਪਲ ਨਾਲ ਖੜੇ ਆ। ਹੁਣ ਜਿਹੜੀ ਸਰਕਾਰ ਇਹ ਸਮੱਸਿਆ ਨੂੰ ਐਡਰੈਸ ਨਹੀਂ ਕਰ ਸਕੀ ਉਹ ਕੀ ਕਰੂਗੀ? ਜੋ ਪਹਿਲੀ ਗੱਲ ਤਾਂ ਮੈਂ ਕਈ ਵਾਰ ਜ਼ਿਕਰ ਕੀਤਾ ਕਿ ਯੋਗੀ ਆਦਿੱਤਿਆਨਾਥ ਖੁਦ ਕਾਸਟਿਜ਼ਮ ਨਾਲ ਭਰਿਆ ਹੋਇਆ। ਦੂਜੀ ਖਬਰ ਜਿਹੜੀ ਕੀ ਆ ਰਹੀ ਹੈ, ਤਾਜ਼ੀ ਆ ਰਹੀ ਹੈ, ਕਿਉਂਕਿ ਜਿਹੜਾ ਯੋਗੀ ਖੁਦ ਇਸ ਤਰ੍ਹਾਂ ਦਾ ਇੱਕ ਆਪਣੀ ਬ੍ਰਿਗੇਡ ਬਣਾਉਂਦਾ ਵੀ ਜੇ ਕੋਈ ਮੁੰਡਾ ਕੁੜੀ ਮਿਲ ਗਿਆ ਉਹਨੂੰ ਫੜ ਕੇ ਢਾਲੋ, ਉਸ ਯੋਗੀ ਰਾਜ 'ਚ ਇਹੀ ਹੋਊਗਾ ਹੀ ਹੋਊਗਾ। ਪ੍ਰੇਮ ਸੰਬੰਧ ਸੀਗਾ ਇੱਕ ਮੁੰਡੇ ਕੁੜੀ ਦਾ ਯੂਪੀ ਦੇ ਵਿੱਚੋਂ, ਯੂਪੀ ਦੇ ਬਸਤੀ ਜ਼ਿਲ੍ਹੇ ਦੇ ਵਿੱਚੋਂ ਖਬਰ ਆ ਰਹੀ ਹੈ। ਉੱਥੇ ਉਹਨਾਂ ਮੁੰਡੇ ਕੁੜੀਆਂ ਦਾ ਮੂੰਹ ਕਾਲਾ ਕੀਤਾ ਗਿਆ ਤੇ ਪੂਰੇ ਪਿੰਡ 'ਚ ਘੁਮਾਇਆ ਗਿਆ। ਫਿਲਹਾਲ 15 ਬੰਦੇ ਗ੍ਰਿਫਤਾਰ ਕੀਤੇ ਗਏ ਨੇ। ਇਹ ਉਹ ਯੋਗੀ ਰਾਜ ਆ ਜਿਹਨੂੰ ਇੱਕ ਮਾਡਲ ਦਾ ਸੂਬਾ ਬੀਜੇਪੀ ਪ੍ਰਚਾਰ ਰਹੀ ਹੈ ਜੀ।
ਕਾਲ ਲੈਂਦੇ ਜੀ 98 ਤੇ ਆਉਂਦੇ ਰਹੋ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਧੰਨਵਾਦ। ਸਤਿ ਸ਼੍ਰੀ ਅਕਾਲ ਸੁਰਿੰਦਰ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਬੇਨਤੀ ਹੈ ਜੀ, ਆਪਣਾ ਗੁਰੂ ਗ੍ਰੰਥ ਸਾਹਿਬ ਬਾਰੇ ਤੇ ਵਿਚਾਰਾ ਗੁਰੂ ਗ੍ਰੰਥ ਸਾਹਿਬ ਹੋ ਗਿਆ ਤੇ ਤਮਾਸ਼ਾ ਹੀ ਬਣਾਤਾ ਸਿੱਖਾਂ ਨੇ। ਪਹਿਲਾਂ ਇਹ ਜਦੋਂ ਸਰਕਾਰ ਬਣੀ ਆ ਇਹ ਸਵਾਦਾ ਕਰਕੇ ਗੁਰੂ ਗ੍ਰੰਥ ਸਾਹਿਬ ਦਾ ਸੁਣਨਾ ਸੀਗਾ ਨਿਬੇੜਾ, ਤੇ ਮੈਂ ਕਹਿੰਦਾ ਗੁਰੂ ਗ੍ਰੰਥ ਸਾਹਿਬ ਨਿਬੇੜਾ ਨਹੀਂ ਹੋ ਸਕਦਾ, ਅਸੀਂ ਨਿਬੜ ਜਾਵਾਂਗੇ। ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਸੇਵਾ ਕਰਨ ਦੇ ਰੱਖਣ ਦੇ ਸਿੱਖ ਕੌਮ ਕਾਬਲ ਨਹੀਂ, ਡਿਜ਼ਰਵ ਨਹੀਂ ਕਰਦੇ। ਅਸੀਂ ਸਾਨੂੰ ਹੋਸਟਾਂ ਨੂੰ ਇਹ ਨਹੀਂ ਪਤਾ ਗੁਰੂ ਗ੍ਰੰਥ ਸਾਹਿਬ ਨੂੰ ਅਸੀਂ ਮੱਥਾ ਕਿਉਂ ਟੇਕਦੇ ਹਾਂ, ਕਿਸ ਵਾਸਤੇ ਜਾਂਦੇ ਹਾਂ, ਕਿੰਨੀ ਮਨੌਤ ਮਨਾਉਣ ਜਾਂਦੇ ਹਾਂ। ਸਾਨੂੰ ਸਾਨੂੰ ਹੋਸਟਾਂ ਤੋਂ ਸੇਧ ਚਾਹੀਦੀ, ਸਾਡੇ ਬੱਚਿਆਂ ਨੂੰ ਪੜ੍ਹਾਈ ਚਾਹੀਦੀ ਆ। ਸਾਡੇ ਗੁਰਦੁਆਰੇ 'ਚ ਕੰਡੋਮ ਨਿਕਲਦੇ, ਉਧਰ ਵੇਖੋ ਕੀ ਹੁੰਦਾ, ਇੱਧਰ ਮੂੰਹ ਕਾਲਾ ਕਰਤਾ ਇੱਕ ਨੇ ਕਰਤਾ, ਉਹ ਸੁਣਾਉਂਦੇ ਆ। ਇਹ ਸਾਡੇ ਗੁਰਦੁਆਰੇ ਆਪਣਾ ਜੈਤੋਂ ਨਿਕਲੇ ਆ ਤੇ ਉਹ ਕੀ ਗੱਲ ਆ, ਉੱਥੇ ਸਾਡੀ ਗੋਲਕ ਲੱਗੀ ਆ ਇਹਨਾਂ ਦੀ ਨਿਰੋਧ ਦੀ ਕੰਡੋਮ ਦੀ, ਉਹ ਗੱਲ ਤੁਸੀਂ ਕਰਦੇ ਨਹੀਂ। ਕੀਤੀ ਕਿਉਂ ਨਹੀਂ ਜੀ? ਨਹੀਂ ਇੱਕ ਮਿੰਟ ਸਰਦਾਰ ਸਾਹਿਬ, ਕੀਤੀ ਕਿਉਂ ਨਹੀਂ ਜੀ? ਜਦੋਂ ਹੋਈ ਆ ਉਦੋਂ ਕਿੰਨੇ ਦਿਨ ਕੀਤੀ ਹੈ ਜੀ? ਹੁਣ ਹਰ ਰੋਜ਼ ਤਾਂ ਨਹੀਂ ਨਾ ਅਸੀਂ ਉਹ ਗੱਲ ਕਰ ਸਕਦੇ। ਨਹੀਂ ਗੁਸਤਾਖੀ ਮਾਫ। ਨਹੀਂ ਜੀ, ਨਹੀਂ ਗੁਸਤਾਖੀ ਮਾਫ। ਅਸੀਂ ਹਰ ਰੋਜ਼ ਇੱਕੋ ਗੱਲ ਕਰੀਏ ਜੀ। ਤੇ ਆਪਣਾ ਗੱਲ ਰੋਜ਼ ਚੋਰੀ ਹੁੰਦੀ ਆ, ਰੋਜ਼ ਆਪਣਾ ਜੇ ਸ਼੍ਰੋਮਣੀ ਕਮੇਟੀ ਗਰੀਬਾਂ ਦੀ ਸਾਡੀ ਸੁਣਦੀ ਤੇ ਉਹਦਾ 6 ਕਰੋੜ ਫਿਲਵਾਰ ਦਾ ਬਣਦਾ ਜਿਹੜਾ ਅੰਦਰ ਆ, ਤੇ ਉਹ ਕੰਮ ਸਾਡੇ ਗੁਰਦੁਆਰੇ 'ਚ ਹੋਈ ਜਾਂਦਾ ਤੇ ਅਸੀਂ ਆਪਣੇ ਇਹਨਾਂ ਨੂੰ ਆਪਣਾ ਅਕਾਲੀਆਂ ਨੂੰ ਕੀ ਕਰਨਾ? ਇਹ ਦੇਖੋ ਜਿਹੜੀ ਗੱਲ ਤੁਸੀਂ ਕਹਿੰਦੇ ਹੋ, ਪਰ ਤੁਸੀਂ ਸਾਨੂੰ ਇਹ ਗੱਲ ਕਹਿੰਦੇ ਵੀ ਤੁਸੀਂ ਇਹੀ ਗੱਲ ਆਹ ਦਿਖਾਈ ਜਾਂਦੇ ਹੋ, ਆਹ ਕਰੀ ਜਾਂਦੇ ਹੋ। ਸ਼੍ਰੀ ਸਰਦਾਰ ਸਾਹਿਬ, ਅਸੀਂ ਹਰ ਰੋਜ਼ ਤਾਜ਼ਾ ਤਰੀਨ ਖਬਰ ਦੇਣੀ ਹੁੰਦੀ ਹੈ, ਮੌਕੇ ਤੇ ਜਿਹੜੀ ਖਬਰ ਹੁੰਦੀ ਹੈ ਉਹ ਹੁੰਦੀ ਹੈ। ਫਿਰ ਤਾਂ ਸਾਨੂੰ ਤੁਸੀਂ ਸਾਨੂੰ ਇਸ ਚੀਜ਼ ਤੇ ਇਤਰਾਜ਼ ਕਰ ਰਹੇ ਹੋ ਵੀ ਤੁਸੀਂ ਜੈਤੋਂ ਵਾਲੀ ਗੱਲ ਕਿਉਂ ਨਹੀਂ ਕੀਤੀ? ਜੈਤੋਂ ਵਾਲੀ ਗੱਲ ਲਗਾਤਾਰ 3 ਦਿਨ ਹੋਈ ਹੈ ਜੀ, ਲਗਾਤਾਰ ਉਦੋਂ ਮੌਕੇ ਤੇ ਕੀਤੀ ਹੈ। ਹੁਣ ਉਸ ਮਸਲੇ ਨੂੰ ਕਿੰਨੇ ਮਹੀਨੇ ਹੋ ਗਏ, ਹੁਣ ਅੱਜ ਕਰਦੇ ਤਾਂ ਲੋਕ ਕਹਿਣਗੇ ਵੀ ਤੂੰ ਕੀ ਖਬਰ ਸੁਣਾ ਰਿਹਾ, ਇਹ ਤਾਂ ਪੁਰਾਣੀ ਹੋ ਗਈ। ਹੁਣ ਮਾਤਾ ਇੰਦਰਾ ਗਾਂਧੀ ਵੇਲੇ ਜਦੋਂ ਜਿਉਂਦੀ ਸੀ, ਸਾਡੇ ਸਿੱਖਾਂ ਦਾ ਕੀ ਸਟੇਟ, ਸਾਡੇ ਕਿੰਨੇ ਅਫਸਰ ਸੀਗੇ, ਕਿੰਨੇ ਸਾਡੇ ਫੌਜ 'ਚ ਅਫਸਰ ਸੀਗੇ, ਸਾਡੇ ਬੱਚੇ ਕਿੰਨੇ ਗਾਂ IAS IPS ਬਣਦੇ। ਅੱਜ ਪੰਜਾਬ 'ਚ ਜਦੋਂ ਆਪਣਾ ਕੋਈ ਬਾਦਲ ਨੇ ਕਰਤਾ ਵੀ ਕੋਈ ਫੇਲ ਹੀ ਨਹੀਂ ਕਰਨਾ, ਕੋਈ ਵੇਖਿਆ ਕੋਈ ਆਪਣੇ ਕੋਈ ਸਾਡਾ ਬੱਚਾ ਕੋਈ ਰੂਰਲ ਏਰੀਏ ਤੋਂ ਜਾਂਦਾ ਕੋਈ ਅਫਸਰ? ਸਾਰੇ ਜਾਂਦੇ, ਸਾਰੇ ਬਾਹਰ ਨੂੰ ਚੱਲੇ ਆ ਜੀ। ਹੁਣ ਤਾਂ ਪਤਾ ਨਹੀਂ ਹਵਾ ਕੀ ਬਣਾਤੀ ਹੈ, ਸਾਰੇ ਬਾਹਰ ਚੱਲੇ ਆ ਜੀ। ਜੀ ਮਿਹਰਬਾਨੀ ਜੀ, ਮਿਹਰਬਾਨੀ ਜੀ ਆਪਣੇ ਸ਼ਵਿੰਦਰ ਜੀ। ਬਸ ਤੁਸੀਂ ਕਹਿ ਦਿੱਤਾ, ਮੈਂ ਕੀ ਕਹਾਂ ਇਹਦੇ ਬਾਰੇ ਫਨਗਾਨੇ ਵਾਲੀ ਸਾਹਿਬ, ਕਿਉਂਕਿ ਮੈਂ ਤਾਂ ਇੱਕ ਗੱਲ ਹੀ ਕਹਾਂਗਾ ਕਿ ਸਾਡੇ ਇੱਕ ਬੜੇ ਸੀਨੀਅਰ ਪੱਤਰਕਾਰ ਨੇ, ਰਿਸਪੈਕਟਡ ਪੱਤਰਕਾਰ ਨੇ, ਹਰਤੋਸ਼ ਬੱਲ, ਉਹ ਕਹਿੰਦੇ ਕਿ ਪੱਤਰਕਾਰ ਨੂੰ ਕਈ ਵਾਰ ਨਾ ਇਸ ਤਰ੍ਹਾਂ ਵੀ ਚੱਲਣਾ ਪੈਂਦਾ, ਲੋਕ ਇੱਕ ਪਾਸੇ ਹੁੰਦੇ, ਉਹ ਇਕੱਲਾ ਇੱਕ ਪਾਸੇ ਹੁੰਦਾ। ਕਾਰਨ ਕੀ ਹੈ? ਜਦੋਂ ਲੋਕ ਭੀੜਾਂ ਬਣ ਜਾਣ ਨਾ, ਵੀ ਤੁਸੀਂ ਪੱਤਰਕਾਰ ਨੇ ਭੀੜਾਂ ਦਾ ਹਿੱਸਾ ਨਹੀਂ ਬਣਨਾ ਹੁੰਦਾ, ਜਿਵੇਂ ਕਿ ਸਾਡੇ ਮੁਲਕ 'ਚ ਹੋ ਰਿਹਾ ਵੀ ਪੱਤਰਕਾਰ ਹਿੱਸੇਦਾਰ। ਪੱਤਰਕਾਰ ਤਾਂ 90% ਉਹੀ ਗੱਲ ਕਰਦੇ ਆ ਨਾ ਜਿਹੜੀ ਹੁਣ ਉੱਥੇ ਮੈਂ ਵੇਖੀ ਜਾਂਦੇ ਕਿ ਖਾਸ ਕਰਕੇ ਮੈਨੂੰ ਨਾ ਗਾਲਾਂ ਪੈ ਜਾਣ, ਜੋ ਸੁਣਨਾ ਚਾਹੁੰਦੇ ਸੁਣਾ ਦਿਓ, ਸੱਚਾਈ ਨਹੀਂ ਸੁਣਾਉਣਾ ਚਾਹੁੰਦੇ। ਹੁਣ ਬਾਕੀ ਹੈ ਕਿ ਮੈਂ ਕਹਿੰਦਾ ਵੀ ਘੱਟੋ ਘੱਟ ਮੇਰੇ ਤੋਂ ਤਾਂ ਇਹ ਆਸ ਨਾ ਰੱਖਿਓ ਵੀ ਮੈਂ ਭੀੜਾਂ ਦਾ ਹਿੱਸਾ ਬਣ ਕੇ ਗੱਲ ਕਰੂੰਗਾ। ਪੱਤਰਕਾਰ ਨੇ ਪੱਤਰਕਾਰੀ ਕਰਨੀ, ਭਾਵੇਂ ਮੈਂ ਇਕੱਲਾ ਹੀ ਰਹਿ ਜਾ, ਕਿਉਂਕਿ ਆਮ ਆਦਮੀ ਪਾਰਟੀ ਵੇਲੇ ਵੀ ਆਪਾਂ ਨੂੰ ਗਾਲਾਂ ਕੱਢੀਆਂ ਸੀ, ਕਿਉਂ ਕੇਜਰੀਵਾਲ ਨੂੰ ਤੂੰ ਕਹਿਣਾ ਵਾ, ਤੇ ਮਨਪ੍ਰੀਤ ਵੇਲੇ ਵੀ ਮੈਨੂੰ ਏਦਾਂ ਹੀ ਕਿਹਾ ਸੀਗਾ, ਤੇ ਹੁਣ ਵੀ ਕਹਿ ਲੈਣ, ਕੋਈ ਚੱਕਰ ਨਹੀਂ ਹੈਗਾ। ਸੋ ਇਸ ਗੱਲ ਦੀ ਨਹੀਂ ਪਰਵਾਹ ਕਰੀਦੀ, ਆਪਣੀ ਵਧੀਆ ਪੱਤਰਕਾਰੀ ਵੱਲ ਧਿਆਨ ਦੇਈਦਾ, ਤੇ ਤੁਸੀਂ ਗੱਲ ਕਰ ਰਹੇ ਹੋ, ਅਕਸਰ ਤੁਹਾਨੂੰ ਸ਼ਾਬਾਸ਼ੀ ਹੈ। ਹਾਂਜੀ, ਤੇ ਹੁਣ ਆਪਾਂ ਜਿਹੜੀ ਗੱਲ ਕਰੀਏ ਜੀ ਕਿ ਬੰਗਾਲ ਦੀਆਂ ਚੋਣਾਂ ਦਾ ਕੀ ਆਇਆ ਜੀ? ਉਪ ਚੋਣ ਹੋਈ ਹੈ। ਹਾਂ, ਹਾਲੇ ਤੱਕ ਬੰਗਾਲ ਦੀ ਇੱਕ ਭਵਾਨੀਪੁਰ ਸੀਟ ਸੀਗੀ ਜਿਹਦੇ ਵਿੱਚ ਮਮਤਾ ਬੈਨਰਜੀ ਦਾ ਸਾਰਾ ਮਤਲਬ ਕਿ ਐਂ ਕਹਿ ਲਓ ਵੀ ਦਾਅ ਤੇ ਲੱਗਿਆ ਹੋਇਆ। ਉਹਦਾ ਦਾਅ ਤੇ ਕਿਉਂ? ਕਿਉਂਕਿ ਜ਼ਿਮਨੀ ਚੋਣ ਆ, ਇਹ ਚੋਣ ਜਿੱਤਣ ਤੋਂ ਬਾਅਦ ਪੱਕੀ ਮੁੱਖ ਮੰਤਰੀ ਬਣ ਜੂਗੀ, ਕਿਉਂਕਿ 6 ਮਹੀਨੇ ਤੱਕ ਉਂਝ ਮੁੱਖ ਮੰਤਰੀ ਬੰਦਾ ਰਹਿ ਸਕਦਾ ਹੁੰਦਾ ਹੈਗਾ। ਤੇ ਇੱਥੇ ਹਾਲ ਦੀ ਘੜੀ ਇਹੀ ਆਇਆ ਵੀ ਵੋਟਾਂ ਚੱਲ ਰਹੀਆਂ ਸੀਗੀਆਂ, ਕਿਉਂਕਿ ਹਾਲਾਂਕਿ 6 ਵਜੇ ਤੱਕ ਦਾ ਟਾਈਮ ਸੀਗਾ, ਪਰ ਅਜੇ ਤੱਕ ਸਾਡੇ ਕੋਲ ਅਪਡੇਟ ਨਹੀਂ ਆਈ ਹੈਗੀ ਵੀ ਕਿੰਨੀਆਂ ਵੋਟਾਂ ਪੈ ਗਈਆਂ ਹੈਗੀਆਂ। ਉਹ ਹੋ ਸਕਦਾ ਰਾਤ ਤੱਕ ਥੋੜਾ ਅਨੁਮਾਨ ਆ ਜਾਏ, ਕਿਉਂਕਿ ਬੰਗਾਲ ਦੇ ਵਿੱਚੋਂ ਦਿੱਲੀ ਤੱਕ ਜਾਂ ਆਪਣੇ ਪੰਜਾਬ ਤੱਕ ਪਹੁੰਚਦੇ ਟਾਈਮ ਲੱਗਦਾ। ਫਿਲਹਾਲ ਉੱਥੇ ਪਿਛਲੇ ਦਿਨਾਂ ਦੇ ਵਿੱਚ ਕੱਲ ਵੀ ਥੋੜਾ ਜਿਹਾ ਟਸਲਬਾਜ਼ੀ ਹੋਈ ਹੈ, CPM ਦੇ ਨਾਲ ਹੋਈ ਹੈ, BJP ਨਾਲ ਹੋਈ ਹੈ, ਤੇ ਅੱਜ ਪੋਲਿੰਗ ਬੂਥਾਂ ਦੀ ਵਗੈਰਾ ਦੀ ਪੂਰੀ ਤਿਆਰੀ ਸੀਗੀ। ਤੇ ਇਹ ਸੀਟ ਲਗਭਗ ਦਾਅਵਾ ਇਹੀ ਹੈ ਕਿ ਸ਼ਾਇਦ ਮਮਤਾ ਦਾ ਹਾਲੇ ਹੱਥ ਇੱਥੋਂ ਤਕੜਾ ਹੈਗਾ ਜੀ। ਸੋ ਬਹੁਤ ਬਹੁਤ ਸ਼ੁਕਰੀਆ ਤੁਹਾਡਾ, ਮਿਹਰਬਾਨੀ ਜੀ। ਸ਼ੁਕਰੀਆ ਜੀ।